ਹਾਲੇਲੂਇਆ। खुदा ਦੇ ਪਵਿੱਤਰ ਨਾਮ ਦੀ ਤਾਰੀਫ ਹੋਵੇ। ਆਓ ਕੱਢਾਂਗੇ ਲੂਕਾ 1 ਦੀ 26। ਲੂਕਾ 1 ਦੀ 26 ਕੱਢਾਂਗੇ। 6ਵੇਂ ਮਹੀਨੇ ਜਿਬਰਾਇਲ ਦੂਤ खुदा ਦੇ ਵੱਲੋਂ ਨਾਸਰਤ ਨਾਮੇ ਗਲੀਲ ਦੇ ਇੱਕ ਨਗਰ ਵਿੱਚ ਇੱਕ ਕੁਆਰੀ ਦੇ ਕੋਲ ਭੇਜਿਆ ਗਿਆ, ਜਿਸ ਦੀ ਕੁੜਮਾਈ ਯੂਸਫ ਕਰਕੇ ਦਾਊਦ ਦੇ ਘਰਾਣੇ ਦੇ ਇੱਕ ਪੁਰਸ਼ ਨਾਲ ਹੋਈ ਸੀ, ਔਰ ਉਸ ਕੁਆਰੀ ਦਾ ਨਾਮ ਮਰੀਅਮ ਸੀ। ਅਤੇ ਉਸਨੇ ਉਸਦੇ ਕੋਲ ਅੰਦਰ ਆਣ ਕੇ ਕਿਹਾ, ਵਧਾਈਓ ਜਿਸ ਦੇ ਉੱਤੇ ਕਿਰਪਾ ਹੋਈ, ਪ੍ਰਭੂ ਤੇਰੇ ਨਾਲ ਹੈ। ਪਰ ਉਹ ਇਸ ਵਚਨ ਤੋਂ ਬਹੁਤ ਘਬਰਾਈ ਅਤੇ ਸੋਚਣ ਲੱਗੀ, ਜੋ ਇਹ ਕਿਹੋ ਜੀ ਵਧਾਈ ਹੈ। ਦੂਤ ਨੇ ਉਸ ਨੂੰ ਆਖਿਆ, ਹੇ ਮਰੀਅਮ, ਨਾ ਡਰ, ਕਿਉਂ ਜੋ ਤੇਰੇ ਉੱਤੇ ਖੁਦਾ ਦੀ ਕਿਰਪਾ ਹੋਈ ਹੈ। ਅਤੇ ਵੇਖ, ਤੂੰ ਗਰਭਵਤੀ ਹੋਵੇਂਗੀ ਅਤੇ ਪੁੱਤਰ ਜਣੇਗੀ, ਅਤੇ ਉਸ ਦਾ ਨਾਂ ਯੀਸ਼ੂ ਰੱਖਣਾ। ਉਹ ਮਹਾਨ ਹੋਵੇਗਾ, ਉਹ ਅਤ ਮਹਾਨ ਦਾ ਪੁੱਤਰ ਸਦਾਵੇਗਾ, ਅਤੇ ਉਹ ਖੁਦਾ ਉਸਦੇ ਪਿਤਾ ਦਾਊਦ ਦਾ ਤਖਤ ਉਸ ਨੂੰ ਦੇਵੇਗਾ, ਅਤੇ ਉਹ ਯੁਗੋ ਯੁਗ ਯਾਕੂਬ ਦੇ ਘਰਾਣੇ ਉੱਤੇ ਰਾਜ ਕਰੇਗਾ, ਅਤੇ ਉਸਦੇ ਰਾਜ ਦਾ ਅੰਤ ਨਾ ਹੋਵੇਗਾ। ਤਦ ਮਰੀਮ ਨੇ ਦੂਤ ਨੂੰ ਆਖਿਆ, ਇਹ ਕਿੱਕਰ ਹੋਵੇਗਾ, ਜਦ ਮੈਂ ਪੁਰਖ ਨੂੰ ਨਹੀਂ ਜਾਣਦੀ। ਦੂਤ ਨੇ ਉਸ ਨੂੰ ਉੱਤਰ ਦਿੱਤਾ ਕਿ ਪਵਿੱਤਰ ਆਤਮਾ ਤੇਰੇ ਉੱਪਰ ਆਵੇਗਾ, ਅਤੇ ਅਤ ਮਹਾਨ ਦੀ ਕੁਦਰਤ ਤੇਰੇ ਉੱਤੇ ਛਾਇਆ ਕਰੇਗੀ। ਇਸ ਕਰਕੇ ਜਿਹੜਾ ਜੰਮੇਗਾ ਉਹ ਪਵਿੱਤਰ ਅਤੇ ਖੁਦਾ ਦਾ ਪੁੱਤਰ ਕਹਾਵੇਗਾ। ਪੜ੍ਹੇ ਹੋਏ ਵਚਨ ਦੇ ਲਈ ਖੁਦਾ ਦਾ ਧੰਨਵਾਦ ਕਰਦੇ ਹਾਂ। ਆਓ ਸਭ ਮਿਲ ਕੇ ਪ੍ਰਾਰਥਨਾ ਕਰਾਂਗੇ। ਹਾਲੇਲੂਇਆ। ਧੰਨਵਾਦ ਪਿਆਰੇ ਪ੍ਰਭੂ ਯਿਸੂ ਮਸੀਹ, ਸੱਚਮੁੱਚ ਮੇਰੇ ਮਹਾਨ ਪਿਤਾ ਖੁਦਾਵੰਦ, ਅੱਜ ਖੁਦਾਵੰਦ ਪ੍ਰਭੂ ਯਿਸੂ ਮਸੀਹ ਤੇਰਾ ਪਵਿੱਤਰ ਆਤਮਾ ਪ੍ਰਭੂ ਜੀ ਜਿੰਨਾ ਤੇਰੇ ਲੋਕਾਂ ਦੇ ਉੱਪਰ ਹੈ ਖੁਦਾਵੰਦ ਪ੍ਰਭੂ ਯਿਸੂ ਮਸੀਹ, ਉਹ ਧੰਨ ਹਨ ਖੁਦਾਵੰਦ ਦਾ ਪ੍ਰਭੂ ਜੀ। ਉਹ ਮੇਰੇ ਮਹਾਨ ਪਿਤਾ ਪ੍ਰਭੂ ਯਿਸੂ ਮਸੀਹ ਖੁਦਾਵੰਦ, ਉਹ ਮੁਬਾਰਕ ਲੋਕ ਹਨ ਖੁਦਾਵੰਦ ਪ੍ਰਭੂ ਯਿਸੂ ਮਸੀਹ। ਜਿਸ ਤਰ੍ਹਾਂ ਇੱਕ ਦੂਤ ਨੇ ਆ ਕੇ ਮਰੀਮ ਨੂੰ ਵਧਾਈ ਦਿੱਤੀ, ਤੇ ਖੁਦਾਵੰਦ ਪ੍ਰਭੂ ਯਿਸੂ ਮਸੀਹ ਉਹ ਮਰੀਮ ਨੇ ਪ੍ਰਭੂ ਯਿਸੂ ਮਸੀਹ ਉਸ ਬੜੀ ਘਬਰਾਈ, ਤੇ ਖੁਦਾਵੰਦ ਉਸਨੇ ਸੋਚਿਆ ਵੀ ਸੱਚਮੁੱਚ ਕਿਸ ਤਰ੍ਹਾਂ ਹੋ ਸਕਦਾ ਹੈ। ਲੇਕਿਨ ਖੁਦਾਵੰਦ ਜੋ ਤੂੰ ਕਿਹਾ ਸੀ ਉਸੇ ਤਰ੍ਹਾਂ ਹੋਇਆ। ਉਹ ਮੇਰੇ ਮਹਾਨ ਪਿਤਾ ਪ੍ਰਭੂ ਯਿਸੂ ਮਸੀਹ ਤੂੰ ਇੱਕ ਕੁਆਰੀ ਦੇ ਵਿੱਚ ਆ ਗਿਆ ਖੁਦਾਵੰਦ ਪ੍ਰਭੂ ਜੀ। ਇਸੇ ਤਰ੍ਹਾਂ ਖੁਦਾਵੰਦ ਤੂੰ ਅੱਜ ਆਪਣੀ ਪਾਕ ਕੁਆਰੀ ਦੁਲਹਨ ਦੇ ਵਿੱਚ ਹੈ ਖੁਦਾਵੰਦ ਪ੍ਰਭੂ ਜੀ। ਮੈਂ ਤੇਰਾ ਧੰਨਵਾਦ ਕਰਦਾ ਪ੍ਰਭੂ ਜੀ, ਜਿਨ੍ਹਾਂ ਦੇ ਉੱਪਰ ਤੇਰਾ ਪਵਿੱਤਰ ਆਤਮਾ ਹੈ ਪ੍ਰਭੂ ਯਿਸੂ ਮਸੀਹ, ਉਹ ਧੰਨ ਹਨ, ਮੁਬਾਰਕ ਹਨ ਖੁਦਾਵੰਦ ਪ੍ਰਭੂ ਜੀ। ਤੇ ਮੇਰੇ ਮਹਾਨ ਪਿਤਾ ਪ੍ਰਭੂ ਯਿਸੂ ਮਸੀਹ ਤੂੰ ਅੱਜ ਛੋਟੇ ਸੰਦੇਸ਼ ਨੂੰ ਖੋਲਣਾ ਹੈ ਖੁਦਾਵੰਦ ਪ੍ਰਭੂ ਜੀ, ਕਿਉਂਕਿ ਬੋਲਣ ਵਾਲਾ ਕੋਈ ਮਾਂਸ ਅਤੇ ਲਹੂ ਨਾ ਹੋਵੇ, ਬੋਲਣ ਵਾਲਾ ਤੇਰਾ ਪਵਿੱਤਰ ਆਤਮਾ ਹੋਵੇ। ਦਇਆ ਕਰ, ਕਿਰਪਾ ਕਰ ਮੇਰੇ ਮਹਾਨ ਪਿਤਾ ਪ੍ਰਭੂ ਯਿਸੂ ਮਸੀਹ। ਅੱਜ ਆਪਣੀ ਦੁਲਹਨ ਦੇ ਨਾਲ ਗੱਲਬਾਤ ਕਰ ਖੁਦਾਵੰਦਾ। ਸਾਰਾ ਆਦਰ ਜਲਾਲ ਮਹਿਮਾ ਤੇਰੇ ਨਾਮ ਨੂੰ ਦਿੰਦਾ ਹਾਂ, ਆਮੀਨ। ਹਾਲੇਲੂਇਆ। ਖੁਦਾਵੰਦ ਦੇ ਪਵਿੱਤਰ ਨਾਮ ਦੀ ਤਾਰੀਫ ਹੋਵੇ। ਅਸੀਂ ਪੜ੍ਹਿਆ ਆ ਲੂਕਾ 1 ਦੀ 26 ਵਿੱਚ ਪੜ੍ਹਿਆ ਕਿਸ ਤਰ੍ਹਾਂ ਜਿਬਰਾਇਲ ਦੂਤ ਮਰੀਮ ਦੇ ਕੋਲ ਆਇਆ, ਤੇ ਕਿਸ ਤਰ੍ਹਾਂ ਉਹਦੇ ਉੱਪਰ ਪਵਿੱਤਰ ਆਤਮਾ ਨੇ ਕੀ ਕੀਤੀ, ਛਾਇਆ ਕੀਤੀ। ਕਹਿਣ ਦਾ ਮਤਲਬ ਕਿਸ ਤਰ੍ਹਾਂ ਇੱਕ ਪਾਕ ਕੁਆਰੀ ਦੇ ਅੰਦਰ ਪਵਿੱਤਰ ਆਤਮਾ ਆ ਗਿਆ। ਬੜੀ ਸੋਚਣ ਵਾਲੀ ਤੇ ਹੈਰਾਨੀ ਵਾਲੀ ਗੱਲ ਆ, ਕਿਉਂਕਿ ਉਸ ਸਮੇਂ ਦੇ ਲੋਕਾਂ ਨੇ ਇਸ ਗੱਲਾਂ ਦੇ ਉੱਪਰ ਯਕੀਨ ਨਹੀਂ ਕੀਤਾ ਸੀਗਾ ਵੀ ਇੱਕ ਕੁਆਰੀ ਦੇ ਵਿੱਚ ਕਿਸ ਤਰ੍ਹਾਂ ਖੁਦਾ ਵਿੱਚ ਆ ਕੇ ਵਾਸ ਕਰ ਸਕਦਾ ਹੈ, ਕਿਸ ਤਰ੍ਹਾਂ ਉਹ ਗਰਭਵਤੀ ਹੋ ਸਕਦੀ ਆ। ਲੇਕਿਨ ਇਹ ਸੱਚ ਤੇ ਆਮੀਨ ਹੈ, ਕਿਉਂਕਿ ਅੱਜ ਵੀ ਖੁਦਾਵੰਦ ਇੱਕ ਪਾਕ ਕੁਆਰੀ ਅੱਜ ਦੇ ਅੰਦਰ ਉਹਨੇ ਕੀ ਕਰ ਲਿਆ ਆ, ਦੇ ਲੈ ਲਈ ਆ। ਯਿਸੂ ਮਸੀਹ ਨੇ ਉਹਨੇ ਆਪਣੀ ਦੁਲਹਨ ਦੇ ਅੰਦਰ ਜਾ ਕੇ ਕੀ ਕੀਤਾ ਹੈ, ਦੇ ਲੈ ਲਈ ਹੈ। ਜਿਸ ਤਰ੍ਹਾਂ ਉਹਨੇ ਮਰੀਮ ਦੇ ਅੰਦਰ ਉਹ ਚਲਾ ਗਿਆ ਸੀ, ਇਸੇ ਤਰ੍ਹਾਂ ਅੱਜ ਪ੍ਰਭੂ ਯਿਸੂ ਮਸੀਹ ਆਪਣੀ ਦੁਲਹਨ ਦੇ ਅੰਦਰ ਹੈ। ਜੇ ਅੱਜ ਕਿਸ ਨੂੰ ਪੁੱਛਿਆ ਜਾਵੇ ਵੀ ਖੁਦਾ ਕਿੱਥੇ ਆ, ਤੇ ਲੋਕ ਕਹਿੰਦੇ ਖੁਦਾ ਆਪਣੇ ਵਚਨ ਦੇ ਵਿੱਚ ਆ। ਲੇਕਿਨ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਅੱਜ ਖੁਦਾਵੰਦ ਆਪਣੀ ਦੁਲਹਨ ਦੇ ਅੰਦਰ ਹੈ। ਤੇ ਦੁਲਹਨ ਕੀ ਆ, ਗਰਭਵਤੀ ਹੋ ਗਈ ਆ। ਕਿਉਂਕਿ ਜਦੋਂ ਕਿਸੇ ਦੇ ਅੰਦਰ ਕੁਝ ਹੁੰਦਾ ਆ ਤੇ ਉਹਨੂੰ ਕੀ ਕਹਿੰਦੇ ਆ, ਗਰਭਵਤੀ ਕਿਹਾ ਜਾਂਦਾ। ਇਸੇ ਤਰ੍ਹਾਂ ਅੱਜ ਪ੍ਰਭੂ ਯਿਸੂ ਮਸੀਹ ਆਪਣੀ ਦੁਲਹਨ ਦੇ ਅੰਦਰ ਚਲਾ ਗਿਆ ਹੈ, ਉਹ ਆਪਣੀ ਦੁਲਹਨ ਦੇ ਅੰਦਰ ਆ। ਤੇ ਅਸੀਂ ਵੇਖਦੇ ਹਾਂ ਕਿਸ ਤਰ੍ਹਾਂ ਮਰੀਮ ਜੋ ਕਿ ਖੁਦਾ ਦੀ ਚੁਣੀ ਹੋਈ ਸੀਗੀ, ਕਿਸ ਤਰ੍ਹਾਂ ਉਹਨੇ ਵਚਨ ਦੀ ਆਗਿਆਕਾਰੀ ਕੀਤੀ ਤੇ ਖੁਦਾ ਦੇ ਵਚਨ ਦੇ ਅਨੁਸਾਰ ਜੀਵਨ ਬਤੀਤ ਕੀਤਾ। ਲੇਕਿਨ ਅਸੀਂ ਦੇਖਦੇ ਹਾਂ, ਜੇ ਅਸੀਂ ਉਤਪਤ ਵਿੱਚ ਜਾ ਕੇ ਵੇਖਦੇ ਹਾਂ, ਤੇ ਉਤਪਤ ਵਿੱਚ ਵੀ ਇੱਕ ਔਰਤ ਸੀ ਜਿਸਨੇ ਕੀ ਕੀਤਾ, ਵਚਨ ਤੋਂ ਬਾਹਰ ਹੋ ਕੇ ਕੰਮ ਕੀਤਾ। ਤੇ ਇੱਥੇ ਅਸੀਂ ਮਰੀਮ ਨੂੰ ਵੇਖਦੇ ਹਾਂ, ਮਰੀਮ ਦੇ ਅੰਦਰ ਕਿਸ ਤਰ੍ਹਾਂ ਸਾਦਗੀ ਸੀਗੀ, ਕਿੱਦਾਂ ਖੁਦਾ ਦਾ ਡਰ ਤੇ ਭੈ ਉਹਦੇ ਅੰਦਰ ਸੀ, ਤੇ ਕਿਸ ਤਰ੍ਹਾਂ ਖੁਦਾ ਉਹਦੇ ਅੰਦਰ ਚਲਾ ਗਿਆ ਤੇ ਗਰਭ ਧਾਰਨ ਕਰ ਲਿਆ ਉਹਨੇ ਜਾ ਕੇ ਅੰਦਰ। ਲੇਕਿਨ ਜੇ ਅਸੀਂ 3 ਅਧਿਆਏ ਵਿੱਚ ਪੜ੍ਹਦੇ ਹਾਂ, ਉਹ ਅਸੀਂ ਕੱਢਾਂਗੇ ਉਤਪਤ 3 ਅਧਿਆਏ। ਅਸੀਂ ਉਤਪਤ 3 ਅਧਿਆਏ ਵਿੱਚ ਜੇ ਪੜ੍ਹਦੇ ਹਾਂ, ਤੇ ਉਤਪਤ 3 ਅਧਿਆਏ ਵਿੱਚ ਲਿਖਿਆ ਆ, ਸੱਪ ਨੇ ਤੀਵੀ ਨੂੰ ਆਖਿਆ, 4 ਤੋਂ ਪੜ੍ਹ ਲਵਾਂਗੇ, ਤੁਸੀਂ ਕਦੇ ਨਾ ਮਰੋਗੇ, ਸਗੋਂ ਖੁਦਾ ਜਾਣਦਾ ਹੈ ਕਿ ਜਿਸ ਦਿਨ ਤੁਸੀਂ ਉਸ ਤੋਂ ਖਾਓਗੇ ਤੁਹਾਡੀਆਂ ਅੱਖੀਆਂ ਖੁੱਲ ਜਾਣਗੀਆਂ ਅਤੇ ਤੁਸੀਂ ਖੁਦਾ ਵਾਂਗੂ ਭਲੇ ਅਤੇ ਬੁਰੇ ਦੀ ਸਿਆਣ ਵਾਲੇ ਹੋ ਜਾਓਗੇ। ਹੁਣ ਮਰੀਮ ਦੇ ਕੋਲ ਪਵਿੱਤਰ ਆਤਮਾ ਆ ਰਿਹਾ ਆ, ਉਹ ਗਰਭਵਤੀ ਹੋ ਰਹੀ ਆ ਵਚਨ ਦੇ ਅਨੁਸਾਰ। ਲੇਕਿਨ ਇੱਥੇ ਆਦਮ ਤੇ ਹਵਾ
ਇੱਥੇ ਹਵਾ ਤੇ ਆਦਮ ਨੂੰ ਭਾਈ ਬ੍ਰੈਨਮ ਨੇ ਕਿਹਾ ਆਜ਼ਾਦ ਮਰਜ਼ੀ ਤੇ ਛੱਡਿਆ ਗਿਆ ਸੀ। ਜਿਸ ਤਰ੍ਹਾਂ ਉਹਨੇ ਅੱਜ ਲੋਕਾਂ ਨੂੰ ਆਜ਼ਾਦ ਮਰਜ਼ੀ ਛੱਡਿਆ, ਆਦਮ ਤੇ ਹਵਾ ਵੀ ਆਜ਼ਾਦ ਮਰਜ਼ੀ ਤੇ ਛੱਡੇ ਗਏ ਸੀਗੇ। ਲੇਕਿਨ ਹਵਾ ਨੇ ਖੁਦਾ ਦੀ ਗੱਲਾਂ ਨੂੰ ਅਣਸੁਣਾ ਕਰਕੇ ਸ਼ੈਤਾਨ ਦੀ ਗੱਲਾਂ ਉੱਤੇ ਤਰਕ ਕੀਤਾ, ਉਹਦੀ ਗੱਲਾਂ ਉੱਤੇ ਉਹਨੇ ਵਿਸ਼ਵਾਸ ਕੀਤਾ ਤੇ ਕੀ ਹੋਇਆ, ਉਹ ਸ਼ੈਤਾਨ ਦੁਆਰਾ ਗਰਭਵਤੀ ਹੋਈ ਤੇ ਇੱਕ ਬੱਚਾ ਉਤਪੰਨ ਹੋਇਆ ਜਿਹਦਾ ਨਾਮ ਕੈਨ ਸੀਗਾ। ਕਿਸ ਤਰ੍ਹਾਂ ਉਹਨੇ ਵਚਨ ਤੋਂ ਬਾਹਰ ਜਾ ਕੇ ਕੰਮ ਕੀਤਾ। ਇਸੇ ਤਰ੍ਹਾਂ ਜਦੋਂ ਅੱਜ ਵੀ ਕਈ ਲੋਕ ਖੁਦਾ ਦੇ ਵਚਨ ਤੋਂ ਬਾਹਰ ਕੰਮ ਕਰਦੇ ਤੇ ਸ਼ੈਤਾਨ ਉਹਨਾਂ ਦੇ ਕੋਲ ਆ ਜਾਂਦਾ ਆ ਤੇ ਉਹਨਾਂ ਨੂੰ ਕੀ ਕਰ ਦਿੰਦਾ ਆ, ਉਹ ਆਪਣੇ ਹੀ ਗੁਣਾਂ ਦੇ ਨਾਲ ਭਰ ਜਾਂਦਾ ਹੈ ਸ਼ੈਤਾਨ। ਇਸ ਕਰਕੇ ਹਮੇਸ਼ਾ ਜਿਹੜੇ ਖੁਦਾ ਦੇ ਲੋਕ ਹੁੰਦੇ ਆ ਉਹ ਭਲੇ ਬੁਰੇ ਦੇ ਵਰਕਸ਼ ਤੋਂ ਕਦੇ ਨਹੀਂ ਖਾਂਦੇ। ਖੁਦਾ ਦੇ ਲੋਕ ਹਮੇਸ਼ਾ ਜੀਵਨ ਦੇ ਵਰਕਸ਼ ਤੋਂ ਖਾਣਾ ਚਾਹੁੰਦੇ ਆ ਕਿਉਂਕਿ ਉਹਨਾਂ ਦੇ ਅੰਦਰ ਇਹੀ ਕੁਆਲਿਟੀ ਹੁੰਦੀ ਆ। ਲੇਕਿਨ ਜ਼ਿਆਦਾਤਰ ਜਿਹੜੇ ਲੋਕ ਵਚਨ ਤੋਂ ਬਾਹਰ ਜੀਵਨ ਬਤੀਤ ਕਰਦੇ ਆ ਉਹਨਾਂ ਨੂੰ ਸ਼ੈਤਾਨ ਭਰਮਾ ਦਿੰਦਾ ਆ, ਕਿਉਂਕਿ ਨਬੀ ਨੇ ਕਿਹਾ ਜਿਹੜੀ ਔਰਤ ਆ, ਔਰਤ ਭਰਮਾਈ ਗਈ। ਆਦਮ ਦੇ ਕੋਲ ਸ਼ੈਤਾਨ ਕਿਉਂ ਨਹੀਂ ਆਇਆ, ਔਰਤ ਦੇ ਕੋਲ ਹੀ ਕਿਉਂ ਆਇਆ? ਕਿਉਂਕਿ ਨਬੀ ਕਹਿੰਦਾ ਆ ਇਸੇ ਤਰੀਕੇ ਨਾਲ ਸਾਰਾ ਪਾਪ ਵੀ ਸੱਚਾਈ ਦਾ ਇੱਕ ਵਿਗੜਿਆ ਹੋਇਆ ਹੈ। ਨਬੀ ਨੇ ਕਿਹਾ ਇਸ ਤਰੀਕੇ ਨਾਲ ਸਾਰਾ ਪਾਪ ਵੀ ਮੁੱਲ ਸੱਚਾਈ ਦਾ ਵਿਗੜਿਆ ਹੋਇਆ ਰੂਪ ਹੈ, ਸੱਚ ਦਾ ਵਿਗੜਿਆ ਹੋਇਆ ਰੂਪ। ਹਰਾਮਕਾਰੀ ਕੀ ਹੈ? ਠੀਕ ਕੰਮ ਦਾ ਵਿਗੜਿਆ ਹੋਇਆ ਰੂਪ। ਉਸ ਜਗ੍ਹਾ ਦੇ ਵਿੱਚ ਕੀ ਹੋਇਆ? ਹਰਾਮਕਾਰੀ ਹੋਈ, ਗਲਤ ਕੰਮ ਹੋਇਆ, ਠੀਕ ਹੈ ਨਾ। ਇੱਕ ਵਿਗੜਿਆ ਹੋਇਆ ਰੂਪ। ਹਰਾਮਕਾਰੀ ਕੀ ਹੈ? ਠੀਕ ਕੰਮ ਦਾ ਵਿਗੜਿਆ ਹੋਇਆ ਰੂਪ। ਇਸ ਕਰਕੇ ਇੱਥੇ ਵਿਗੜੀ ਹੋਈ ਰਚਨਾ ਹੋਈ ਅਤੇ ਸਾਰਾ ਕੁਝ ਵਿਗੜ ਗਿਆ ਅਤੇ ਸਾਰੀ ਚੀਜ਼ ਨੂੰ ਇੱਕ ਹੀ ਚੀਜ਼ ਆਖਿਆ ਜਾਂਦਾ ਹੈ, ਪਾਪ ਜੋ ਉੱਥੇ ਪਿਆ ਹੋਇਆ ਹੈ। ਇਹੋ ਕਾਰਨ ਹੈ ਕਿ ਇਹ ਸਵਾਲ ਬਹੁਤ ਵੱਡਾ ਹੈ। ਧਰਤੀ ਤੋਂ ਸਭ ਤੋਂ ਜ਼ਿਆਦਾ ਗਿਰੀ ਹੋਈ ਵਸਤੂ ਜਿਸ ਦੇ ਬਾਰੇ ਸੋਚਿਆ ਜਾ ਸਕਦਾ ਹੈ ਇੱਕ ਔਰਤ ਹੁੰਦੀ ਹੈ। ਭਾਈ ਬ੍ਰੈਨਮ ਨੇ ਕਿਹਾ ਇੱਕ ਗਿਰੀ ਹੋਈ ਵਸਤੂ ਕੀ ਹੈ, ਕਿਉਂਕਿ ਜਿਹੜਾ ਆਦਮ ਸੀਗਾ ਉਹ ਮੂਲ ਰਚਨਾ ਸੀ ਖੁਦਾ ਦੀ, ਲੇਕਿਨ ਜਿਹੜੀ ਔਰਤ ਸੀ ਉਹ ਉਪ ਉਤਪਾਦਨ ਸੀ, ਉਹ ਖੁਦਾ ਦੀ ਮੂਲ ਰਚਨਾ ਵਿੱਚੋਂ ਨਹੀਂ ਸੀ। ਇਸ ਕਰਕੇ ਭਾਈ ਬ੍ਰੈਨਮ ਨੇ ਕਿਹਾ ਔਰਤ ਡਿੱਗ ਗਈ। ਹੁਣ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆ ਅੱਜ ਵੀ ਇੱਕ ਔਰਤ ਆ ਜੋ ਪਵਿੱਤਰ ਆਤਮਾ ਦੇ ਦੁਆਰਾ ਗਰਭਵਤੀ ਹੈ, ਜਿਹਦਾ ਨਾਮ ਦੁਲਹਨ ਆ। ਲੇਕਿਨ ਬਹੁਤ ਸਾਰੀਆਂ ਔਰਤਾਂ ਤੁਸੀਂ ਵੇਖਦੇ ਹੋ ਜਿਹਨੂੰ ਚਰਚਾਂ ਦੇ ਵਿੱਚ ਅਸੀਂ ਵੇਖਦੇ ਆ, ਮਿਸ਼ਨਾ ਡਿਨੋਮੀਨੇਸ਼ਨ ਚਰਚਾਂ ਨੇ ਜਿੰਨੀਆਂ, ਉਹ ਵੀ ਔਰਤਾਂ ਨੇ, ਲੇਕਿਨ ਉਹ ਕਿਹਦੇ ਦੁਆਰਾ ਗਰਭਵਤੀ ਨੇ? ਸ਼ੈਤਾਨ ਦੇ ਬੀਜ ਦੇ ਦੁਆਰਾ, ਗਲਤ ਸਿੱਖਿਆ ਦੁਆਰਾ ਉਹ ਔਰਤਾਂ, ਉਹ ਮਿਸ਼ਨਾ ਜਥੇਬੰਦੀਆਂ ਗਰਭਵਤੀ ਆ, ਕਿਉਂਕਿ ਉਹਨਾਂ ਦੇ ਅੰਦਰ ਖੁਦਾ ਦਾ ਅਸਲੀ ਬੀਜ ਨਹੀਂ ਗਿਆ। ਲੇਕਿਨ ਅਸੀਂ ਵੇਖਦੇ ਹਾਂ ਜਦੋਂ ਹਵਾ ਨੇ ਪਾਪ ਕੀਤਾ ਤੇ ਸ਼ੈਤਾਨ ਦਾ ਬੀਜ ਉਹਦੇ ਅੰਦਰ ਚਲਾ ਗਿਆ, ਕਿਉਂਕਿ ਉਹਨੇ ਸ਼ੈਤਾਨ ਦੀਆਂ ਗੱਲਾਂ ਨੂੰ ਮੰਨਿਆ। ਲੇਕਿਨ ਅੱਜ ਦੇ ਸਮੇਂ ਦੇ ਸੰਦੇਸ਼ ਦੀ ਦੁਲਹਨ ਕਿਹਦੀਆਂ ਗੱਲਾਂ ਨੂੰ ਮੰਨਦੀ ਆ? ਖੁਦਾ ਦੇ ਨਬੀ ਦੇ ਸੰਦੇਸ਼ ਦੀਆਂ ਗੱਲਾਂ ਨੂੰ ਉਹਦੀ ਦੁਲਹਨ ਮੰਨਦੀ ਆ। ਇਸ ਕਰਕੇ ਸ਼ੈਤਾਨ ਦੁਲਹਨ ਨੂੰ ਭਰਮਾ ਨਹੀਂ ਸਕਦਾ। ਹਰ ਕੋਈ ਇੱਕ ਭਰਮਾਇਆ ਜਾ ਸਕਦਾ ਹੈ, ਲੇਕਿਨ ਦੁਲਹਨ ਭਰਮਾਈ ਨਹੀਂ ਜਾ ਸਕਦੀ। ਤੁਹਾਨੂੰ ਪਤਾ ਮਰੀਅਮ ਦੇ ਕੋਲ ਖੁਦਾ ਦਾ ਦੂਤ ਆਇਆ ਸੀਗਾ, ਖੁਦ ਪ੍ਰਭੂ ਯੀਸ਼ੂ ਮਸੀਹ ਉਹਦੇ ਅੰਦਰ ਆ ਕੇ ਦੇਹਧਾਰੀ ਹੋ ਗਿਆ ਸੀਗਾ। ਕੋਈ ਸ਼ੈਤਾਨ ਦੀ ਕੋਈ ਸ਼ਕਤੀ ਉਹਨੂੰ ਛੂ ਨਹੀਂ ਸੀ ਸਕਦੀ ਮਰੀਮ ਨੂੰ ਉਸ ਸਮੇਂ, ਕਿਉਂਕਿ ਉਹ ਉਹਦੀ ਚੁਣੀ ਹੋਈ ਸੀਗੀ। ਨਬੀ ਨੇ ਕਿਹਾ ਮਰੀਮ ਨੂੰ ਸਿਰਫ ਇੱਕ ਭਾਂਡੇ ਦੀ ਤਰ੍ਹਾਂ ਇਸਤੇਮਾਲ ਕੀਤਾ ਗਿਆ ਸੀਗਾ, ਇੱਕ ਭਾਂਡੇ ਦੀ ਤਰ੍ਹਾਂ ਇਸਤੇਮਾਲ ਕੀਤਾ ਗਿਆ ਸੀਗਾ ਸਿਰਫ ਮਰੀਮ ਨੂੰ, ਤੇ ਉਹਨੇ ਪਾਕ ਕੁਆਰੀ ਕਰਕੇ ਉਹਨੇ ਆਪਣੇ ਆਪ ਨੂੰ ਖੁਦਾ ਦੇ ਅੱਗੇ ਸਮਰਪਿਤ ਕੀਤਾ ਹੋਇਆ ਸੀਗਾ। ਤੇ ਜਦੋਂ ਖੁਦਾ ਉਹਦੇ ਅੰਦਰ ਆਇਆ ਤੇ ਉਹ ਖੁਦਾ ਸੀ ਜਿਹੜਾ ਕਿਸੇ ਵੀ ਸਿਸਟਮ ਦੇ, ਗਲਤ ਸਿਸਟਮ ਦੇ ਦੁਆਰਾ ਪੈਦਾ ਨਹੀਂ ਹੋਇਆ। ਪ੍ਰਭੂ ਯੀਸ਼ੂ ਮਸੀਹ ਡਾਇਰੈਕਟ ਉਹਦੇ ਅੰਦਰ ਚਲਾ ਗਿਆ। ਉਹ ਪਵਿੱਤਰ ਆਤਮਾ ਤੋਂ ਗਰਭਵਤੀ ਪਾਈ ਗਈ ਸੀ। ਇਸੇ ਤਰ੍ਹਾਂ ਅੱਜ ਖੁਦਾ ਦੀ ਦੁਲਹਨ ਵੀ ਪਵਿੱਤਰ ਆਤਮਾ ਦੁਆਰਾ ਗਰਭਵਤੀ ਹੈ। ਜਿਹੜੀ ਖੁਦਾ ਦੀ ਦੁਲਹਨ ਆ, ਖੁਦਾ ਦੇ ਅਸਲੀ ਬੀਜ ਉਹਦੇ ਲੋਕ ਹਨ। ਇਸ ਕਰਕੇ ਨਬੀ ਕਹਿੰਦਾ ਧਰਤੀ ਤੋਂ ਸਭ ਤੋਂ ਜ਼ਿਆਦਾ ਗਿਰੀ ਹੋਈ ਵਸਤੂ ਜਿਸ ਦੇ ਬਾਰੇ ਸੋਚਿਆ ਜਾ ਸਕਦਾ ਇੱਕ ਔਰਤ ਹੈ। ਔਰਤ ਦੇ ਦੁਆਰਾ ਹੀ ਪਾਪ ਆਇਆ। ਤੇ ਅੱਜ ਤੁਸੀਂ ਸੰਸਾਰ ਵਿੱਚ ਜਾ ਕੇ ਦੇਖ ਲਓ, ਸਭ ਤੋਂ ਜ਼ਿਆਦਾ ਭਾਈ ਬ੍ਰੈਨਮ ਨੇ ਕਿਹਾ ਜਿਹੜੇ ਜੁਰਮ ਹੋ ਰਹੇ ਆ, ਗੁਨਾਹ ਹੋ ਰਹੇ ਆ, ਔਰਤਾਂ ਦੁਆਰਾ ਹੋ ਰਹੇ ਆ। ਅੱਜ ਕਿਸੇ ਵੀ ਭਗਤੀ ਨੂੰ ਖਰਾਬ ਕਰਨ ਦੇ ਲਈ ਇੱਕ ਔਰਤ ਕਾਫੀ ਆ। ਨਬੀ ਕਹਿੰਦਾ ਸ਼ਰਾਬ ਦੇ ਠੇਕਿਆਂ ਦੇ ਵਿੱਚ ਜਾ ਕੇ ਲੋਕ ਇੰਨੇ ਨਾਸ਼ ਨਹੀਂ ਹੋਣਗੇ ਜਿੰਨਾ ਇੱਕ ਵਿਗੜੀ ਹੋਈ ਔਰਤ ਦੇ ਦੁਆਰਾ ਲੋਕ ਨਾਸ਼ ਹੋ ਸਕਦੇ ਆ। ਹੁਣ ਔਰਤਾਂ ਵੀ ਦੋ ਤਰ੍ਹਾਂ ਦੀਆਂ ਆ, ਇੱਕ ਖੁਦਾ ਦੀ ਬੇਟੀਆਂ ਤੇ ਇੱਕ ਉਹ ਔਰਤਾਂ ਨੇ ਜਿਹੜੇ ਵਚਨ ਤੋਂ ਬਾਹਰ ਜੀਵਨ ਬਤੀਤ ਕਰ ਰਹੀਆਂ।
ਇਸ ਕਰਕੇ ਭਾਈ ਬ੍ਰੈਨਮ ਨੇ ਕਿਸੇ ਵੀ ਔਰਤ ਨੂੰ ਕਦੇ ਗਲਤ ਨਹੀਂ ਕਿਹਾ, ਉਹਨੇ ਹਰੇਕ ਦੀ ਰਿਸਪੈਕਟ ਕੀਤੀ ਹੈ, ਲੇਕਿਨ ਉਹਨੇ ਸੰਦੇਸ਼ਾਂ ਦੇ ਅਨੁਸਾਰ ਸਮਝਾਇਆ ਆ ਵੀ ਇੱਕ ਔਰਤ ਦਾ ਜੀਵਨ ਕਿੱਦਾਂ ਦਾ ਹੋਣਾ ਚਾਹੀਦਾ ਹੈ, ਇੱਕ ਆਗਿਆਕਾਰੀ ਵਾਲਾ ਜੀਵਨ ਹੋਣਾ ਚਾਹੀਦਾ ਹੈ। ਤੁਹਾਨੂੰ ਪਤਾ ਹੈ ਇਬਰਾਹਿਮ ਦੀ ਪਤਨੀ ਸਾਰਾ ਆਪਣੇ ਪਤੀ ਨੂੰ ਕੀ ਕਹਿੰਦੀ ਸੀਗੀ, ਉਹ ਆਪਣੇ ਪਤੀ ਨੂੰ ਸਵਾਮੀ ਕਹਿ ਕੇ ਪੁਕਾਰਦੀ ਸੀਗੀ, ਕਿਉਂਕਿ ਭਾਈ ਬ੍ਰੈਨਮ ਨੇ ਕਿਹਾ ਉਹ ਉਹਦੀ ਅਧੀਨਗੀ ਦੇ ਵਿੱਚ ਰਹਿੰਦੀ ਸੀਗੀ। ਜਦੋਂ ਉਹਦੇ ਕੋਲ ਦੂਤ ਆਏ ਸੀਗੇ, ਉਹ ਦੂਤ ਕੌਣ ਸੀ? ਖੁਦ ਪ੍ਰਭੂ ਯੀਸ਼ੂ ਮਸੀਹ ਉਹ ਦੂਤ ਸੀ। ਜਦੋਂ ਉਹ ਇਬਰਾਹਿਮ ਦੇ ਕੋਲ ਗਿਆ ਤੇ ਉਸਨੇ ਕਿਹਾ ਸੀ ਤੈਨੂੰ ਮੈਂ ਇੱਕ ਪੁੱਤਰ ਬਖਸ਼ਾਂਗਾ, ਲੇਕਿਨ ਜਦੋਂ ਉਹਦੀ ਪਤਨੀ ਨੇ ਇਹ ਗੱਲ ਸੁਣੀ ਤੇ ਉਹ ਹੱਸੀ। ਲੇਕਿਨ ਨਬੀ ਕਹਿੰਦਾ ਜੇ ਖੁਦਾ ਚਾਹੁੰਦਾ ਉਹਨੂੰ ਉਸੇ ਸਮੇਂ ਮਾਰ ਸਕਦਾ ਸੀ, ਲੇਕਿਨ ਉਹਨੇ ਉਹਨੂੰ ਇਸ ਕਰਕੇ ਨਹੀਂ ਮਾਰਿਆ ਕਿਉਂਕਿ ਉਹ ਇਬਰਾਹਿਮ ਦੇ ਨਾਲ ਪਿਆਰ ਕਰਦਾ ਸੀਗਾ। ਉਹਨੂੰ ਪਤਾ ਸੀਗਾ ਵੀ ਇਬਰਾਹਿਮ ਮੇਰਾ ਪੁੱਤਰ ਹੈ, ਜੇ ਇਬਰਾਹਿਮ ਨੂੰ ਮੈਂ ਇਸ ਤਰ੍ਹਾਂ ਦੀ ਚੋਟ ਲਗਾਉਂਗਾ ਤੇ ਉਹ ਦੁੱਖ ਕਰੂਗਾ ਜੇ ਉਹਦੀ ਪਤਨੀ ਨੇ ਮੈਂ ਕੁਝ ਕਹੂੰਗਾ। ਇਸ ਕਰਕੇ ਉਹਦੀ ਪਤਨੀ ਨੂੰ ਵੀ ਮਾਫ ਕਰ ਦਿੱਤਾ। ਕਿਉਂ ਮਾਫ ਕੀਤਾ? ਕਿਉਂਕਿ ਉਹਦੀ ਪਤਨੀ ਉਹਦੇ ਨਾਲ ਬੜੀ ਅਧੀਨਗੀ ਦੇ ਨਾਲ ਰਹਿੰਦੀ ਸੀ। ਇਸੇ ਤਰ੍ਹਾਂ ਸਾਡਾ ਪ੍ਰਭੂ ਯੀਸ਼ੂ ਮਸੀਹ ਆ। ਅੱਜ ਪ੍ਰਭੂ ਯੀਸ਼ੂ ਮਸੀਹ ਦੇ ਦੁਆਰਾ ਦੁਲਹਨ ਦਾ ਬਚਾਵ ਕਿਉਂ ਆ? ਕਿਉਂਕਿ ਪ੍ਰਭੂ ਯੀਸ਼ੂ ਮਸੀਹ ਜਾਣਦਾ ਆ ਮੇਰੀ ਦੁਲਹਨ ਮੇਰੇ ਵਚਨਾਂ ਦੇ ਉੱਪਰ ਚੱਲਦੀ ਆ, ਮੇਰੇ ਅਧੀਨ ਹਾਂ। ਇਸ ਕਰਕੇ ਅੱਜ ਪ੍ਰਭੂ ਯੀਸ਼ੂ ਮਸੀਹ ਆਪਣੀ ਦੁਲਹਨ ਨੂੰ ਲੈ ਕੇ ਜਾਣ ਵਾਲਾ। ਉਹਨੇ ਵਾਅਦਾ ਕੀਤਾ ਵੀ ਮੈਂ ਬਹੁਤ ਜਲਦੀ ਆਉਂਗਾ, ਆਪਣੀ ਲਾੜੀ ਨੂੰ ਆਪਣੇ ਨਾਲ ਲੈ ਕੇ ਜਾਊਂਗਾ। ਅੱਜ ਬਹੁਤ ਔਰਤਾਂ ਨੇ, ਬਹੁਤ ਸਾਰੀਆਂ ਮਿਸ਼ਨਰੀ ਜਥਾਬੰਦੀਆਂ ਨੇ ਜਿਹੜੀ ਕਹਿੰਦੀ ਆ ਵੀ ਅਸੀਂ ਵੀ ਖੁਦਾ ਦੇ ਨਾਲ ਉਠਾਏ ਜਾਵਾਂਗੇ, ਲੇਕਿਨ ਕੀ ਕੋਈ ਬਿਨਾਂ ਪਵਿੱਤਰ ਆਤਮਾ ਤੋਂ ਖੁਦਾ ਦੇ ਰਾਹ 'ਚ ਜਾ ਸਕਦਾ? ਇਸ ਕਰਕੇ ਪਵਿੱਤਰ ਆਤਮਾ ਦਾ ਹੋਣਾ ਬਹੁਤ ਜ਼ਰੂਰੀ ਆ। ਲੇਕਿਨ ਨਬੀ ਕਹਿੰਦਾ ਅੱਜ ਇੰਨਾ ਕੁ ਮਾਹੌਲ ਗੰਦਾ ਹੋ ਚੁੱਕਿਆ ਸੰਸਾਰ ਦੇ ਵਿੱਚ, ਕਿਹਦੇ ਦੁਆਰਾ? ਔਰਤਾਂ ਦੇ ਦੁਆਰਾ। ਤੁਸੀਂ ਦੇਖੋ ਟੀਵੀਆਂ ਵਿੱਚ ਦੇਖੋ, ਕਿਤੇ ਵੀ ਦੇਖੋ, ਔਰਤ ਨੂੰ ਮੇਨ ਬਣਾ ਦਿੱਤਾ ਜਾਂਦਾ। ਜੇ ਕਿਸੇ ਚੀਜ਼ ਦੀ ਐਡ ਦੇਣੀ ਹੁੰਦੀ ਆ, ਉਸ ਐਡ ਦੇ ਵਿੱਚ ਵੀ ਔਰਤ ਨੂੰ ਮੇਨ ਬਣਾਇਆ ਜਾਂਦਾ, ਉਹਦੇ ਦੁਆਰਾ ਐਡ ਦਿੱਤੀ ਜਾਂਦੀ ਤਾਂ ਕਿ ਲੋਕ ਉਹਦੀ ਸੁੰਦਰਤਾ ਦੇ ਨਾਲ ਪ੍ਰਭਾਵਿਤ ਹੋਣ, ਉਹਦੇ ਘੱਟ ਕੱਪੜੇ ਪਾਏ ਹੋਏ ਦੇ ਨਾਲ ਪ੍ਰਭਾਵਿਤ ਹੋਣ ਤੇ ਕੀ ਕਰਨ? ਉਸ ਐਡ ਦੇ ਪਿੱਛੇ ਲੱਗ ਜਾਣ। ਔਰਤ ਦੁਆਰਾ ਅੱਜ ਸੰਸਾਰ ਪਾਪ ਦੇ ਵਿੱਚ ਘਿਰਿਆ ਹੋਇਆ ਆ। ਇਸ ਕਰਕੇ ਇਹ ਜਾਣਨਾ ਬਹੁਤ ਜ਼ਰੂਰੀ ਆ ਵੀ ਇੱਕ ਔਰਤ ਕਿੱਦਾਂ ਦੀ ਹੋਣੀ ਚਾਹੀਦੀ ਆ, ਖੁਦਾ ਦੀ ਬੇਟੀਆਂ ਦੀ ਕੁਆਲਿਟੀ ਕੀ ਹੁੰਦੀ ਆ, ਤੇ ਜਿਹੜੇ ਵਚਨ ਤੋਂ ਬਾਹਰ ਕੰਮ ਕਰਦੀਆਂ ਉਹਨਾਂ ਦੀ ਕੁਆਲਿਟੀ ਕਿੱਦਾਂ ਦੀ ਹੁੰਦੀ, ਖੁਦਾ ਦੇ ਲੋਕਾਂ ਦੀ ਕੀ ਕੁਆਲਿਟੀ ਹੁੰਦੀ ਆ। ਹੁਣ ਤੁਹਾਨੂੰ ਪਤਾ ਆ ਖੁਦਾਵੰਦ ਬਹੁਤ ਕਲੀਸਿਆਵਾਂ ਜਿਹੜੇ ਆਪਣੇ ਆਪ ਨੂੰ ਕਹਿ ਰਹੀਆਂ ਵੀ ਅਸੀਂ ਖੁਦਾ ਦੇ ਨਾਲ ਉਠਾਏ ਜਾਵਾਂਗੀਆਂ। ਬਹੁਤ ਸਾਰੀਆਂ ਕਲੀਸਿਆਵਾਂ ਸੰਸਾਰ ਵਿੱਚ ਹਨ, ਲੇਕਿਨ ਕਿਸ ਤਰ੍ਹਾਂ ਪਤਾ ਲੱਗੇਗਾ ਵੀ ਕਿਹੜੀ ਕਲੀਸਿਆ ਉਠਾਈ ਜਾਵੇਗੀ? ਉਹਦੇ ਕੰਮਾਂ ਦੇ ਦੁਆਰਾ ਪਤਾ ਲੱਗੇਗਾ। ਹੁਣ ਬਹੁਤ ਸਾਰੇ ਦਾਅਵਾ ਕਰ ਸਕਦੇ ਆ ਵੀ ਅਸੀਂ ਉਠਾਈ ਜਾਵਾਂਗੇ, ਲੇਕਿਨ ਉਠਾਇਆ ਉਹੀ ਜਾਵੇਗਾ ਜਿਹਦੇ ਅੰਦਰ ਵਚਨ ਹੈ, ਤੇ ਜਿਹੜਾ ਵਚਨ ਨੂੰ ਪੂਰਾ ਕਰਦਾ ਆ ਉਹ ਖੁਦਾ ਦੁਆਰਾ ਗਰਭਵਤੀ ਆ। ਉਹੀ ਭੈਣ ਭਾਈ ਖੁਦਾ ਦੁਆਰਾ ਗਰਭਵਤੀ ਜਿਹੜਾ ਵਚਨ ਨੂੰ ਪੂਰਾ ਕਰਦਾ ਆ। ਇਸ ਕਰਕੇ ਨਬੀ ਕਹਿੰਦਾ ਜਵਾਨ ਔਰਤੋਂ ਇਸ ਲਈ ਮਾਫ ਕਰਨਾ, ਉਹ ਬਾਹਰ ਪਏ ਹੋਏ ਮਨੁੱਖੀ ਵਾਸਨਾ ਦੇ ਕੂੜੇ ਦੇ ਡੱਬੇ ਤੋਂ ਵੱਧ ਕੁਝ ਹੋਰ ਨਹੀਂ ਹੈ। ਇੱਕ ਅਨੈਤਿਕ ਔਰਤ ਬਸ ਮਾਨਵ ਵਾਸਨਾ ਦੇ ਕਚਰੇ ਨਾਲ ਖਰਾਬ ਹੋਇਆ ਇੱਕ ਡੱਬਾ ਹੁੰਦੀ ਹੈ, ਜਿਸ ਵਿੱਚ ਪ੍ਰਦੂਸ਼ਣ, ਗੰਦਗੀ, ਨੀਵੇਂ ਪੱਧਰ ਦਾ ਸਰੀਰਕ ਵਿਖਾਵਾ ਹੁੰਦਾ ਹੈ। ਉਸ ਨੂੰ ਇਸ ਤਰੀਕੇ ਦਾ ਕਿਉਂ ਬਣਾਇਆ ਗਿਆ ਹੈ? ਧੋਖੇ ਵਾਸਤੇ। ਹੁਣ ਤੁਸੀਂ ਦੇਖੋ ਕਈ ਵਾਰ ਅਸੀਂ ਸੁਣਦੇ ਆ ਕੋਈ ਮੁੰਡਾ ਕੁੜੀ ਕਿਸ ਨਾਲ ਪਿਆਰ ਕਰਦੇ, ਕੁੜੀ ਧੋਖਾ ਦੇ ਕੇ ਚਲੀ ਜਾਂਦੀ ਆ। ਸਭ ਕੁਝ ਧੋਖਾ ਹੈ। ਇੱਕ ਔਰਤ ਕੀ ਆ? ਧੋਖਾ ਆ। ਹਰੇਕ ਪਾਪ ਜੋ ਕਦੇ ਧਰਤੀ ਤੇ ਹੋਇਆ ਉਹ ਔਰਤ ਦੇ ਕਾਰਨ ਹੀ ਆਇਆ ਹੈ। ਜੇ ਅਸੀਂ ਉਤਪਤ ਵਿੱਚ ਦੇਖਦੇ ਹਾਂ ਪਾਪ ਕਿੱਦਾਂ ਆਇਆ, ਕਿਸ ਤਰ੍ਹਾਂ ਇਸ ਧਰਤੀ ਦੇ ਉੱਪਰ ਮੌਤ ਆ ਗਈ, ਔਰਤ ਦੇ ਦੁਆਰਾ। ਠੀਕ ਹੈ ਨਾ, ਸਭ ਕੁਝ ਔਰਤ ਦੇ ਦੁਆਰਾ ਹੋਇਆ। ਹੁਣ ਦੇਖੋ ਕਿ ਇਹਨਾਂ ਦਿਨਾਂ ਵਿੱਚ ਧੋਖੇ ਨਾਲ ਭਰੇ ਸਮੇਂ ਅੰਦਰ ਇਸ ਗੱਲ ਵਿੱਚ ਕਿੰਨਾ ਫਰਕ ਆ ਗਿਆ ਹੈ। ਬਜਾਏ ਇਸ ਦੇ ਕਿ ਪੁਰਸ਼ ਉਸ ਤੇ ਅਧਿਕਾਰ ਰੱਖੇ, ਇਸਤਰੀ ਆਪ ਉਸ ਲਈ ਈਸ਼ਵਰ ਬਣ ਬੈਠੀ ਹੈ। ਅੱਜ ਇੱਕ ਪੁਰਖ ਨੂੰ ਇੱਕ ਇਸਤਰੀ ਦੇ ਉੱਪਰ ਅਧਿਕਾਰ ਹੋਣਾ ਚਾਹੀਦਾ, ਲੇਕਿਨ ਅੱਜ ਔਰਤ ਖੁਦ ਈਸ਼ਵਰ ਬਣ ਚੁੱਕੀ ਹੈ। ਯਕੀਨੀ ਤੌਰ ਤੇ ਉਹ ਪੁਰਖ ਤੇ ਸ਼ਾਸਨ ਕਰਨ ਵਾਲੀ ਬਣ ਗਈ ਹੈ। ਸ਼ਾਇਦ ਹੁਣ ਤੁਸੀਂ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਸਕੋਗੇ ਕਿ ਜਿਸ ਤੇ ਮੈਂ ਚੋਟ ਮਾਰਦਾ ਆ ਰਿਹਾ ਹਾਂ, ਆਪਣੀ ਸੁੰਦਰਤਾ ਵਾਸਨਾ ਰਾਹੀਂ ਕੰਟਰੋਲ ਕਰਨ, ਸਰੀਰਕ ਆਕਾਰ ਜੋ ਸ਼ੈਤਾਨ ਰਾਹੀਂ ਉਸ ਨੂੰ ਦਿੱਤਾ ਗਿਆ ਅਤੇ ਉਸ ਉੱਪਰ ਉਪ ਉਤਪਾਦਨ ਨਾਲ ਸ਼ੈਤਾਨ ਨੇ ਜੋ ਕੀਤਾ, ਉਸ ਨੂੰ ਖੁਦਾ ਦੇ ਪੁੱਤਰਾਂ ਨੂੰ ਭਰਮਾਉਣ ਦੇ ਲਈ ਘੱਲਿਆ ਗਿਆ। ਅੱਜ ਔਰਤ ਦੇ ਦੁਆਰਾ ਸਾਰੀ ਗੜਬੜੀ ਸੰਸਾਰ ਵਿੱਚ ਪਈ ਆ। ਤੁਸੀਂ ਜਿੱਥੇ ਮਰਜ਼ੀ ਚਲੇ ਜਾਓ, ਹਰ ਸਥਾਨ ਦੇ ਵਿੱਚ ਔਰਤ ਪ੍ਰਧਾਨ ਹੁੰਦੀ ਆ।
ਤੇ ਤੁਹਾਨੂੰ ਪਤਾ ਸਭ ਤੋਂ ਜ਼ਿਆਦਾ ਦੁਸ਼ਟ ਆਤਮੇ ਵੀ ਕਿਹਨਾਂ ਦੇ ਵਿੱਚ ਹੁੰਦੇ ਆ? ਸਭ ਤੋਂ ਜ਼ਿਆਦਾ ਦੁਸ਼ਟ ਆਤਮੇ ਵੀ ਔਰਤਾਂ ਦੇ ਵਿੱਚ ਹੁੰਦੇ ਆ। ਕਿਉਂ ਹੁੰਦੇ ਆ? ਕਿਉਂਕਿ ਔਰਤ ਹੀ ਇੱਕ ਇਹੋ ਜਿਹੀ ਚੀਜ਼ ਹੁੰਦੀ ਆ ਜਿਹਨੂੰ ਕੋਈ ਵੀ ਭਰਮਾ ਸਕਦਾ ਹੈ। ਸ਼ੈਤਾਨ ਨੂੰ ਪਤਾ ਔਰਤ ਬੜੀ ਵਧੀਆ ਤਰੀਕੇ ਨਾਲ ਭਰਮਾਈ ਜਾ ਸਕਦੀ ਹੈ, ਇਸ ਕਰਕੇ ਸ਼ੈਤਾਨ ਔਰਤ ਨੂੰ ਹੀ ਇਸਤੇਮਾਲ ਕਰ ਰਿਹਾ। ਤੁਸੀਂ ਕਿਤੇ ਵੀ ਚਲ ਜਾਓ, ਘਰਾਂ ਵਿੱਚ ਲੜਾਈ ਝਗੜੇ ਆ ਕਿਸ ਦੇ ਲਈ? ਔਰਤਾਂ ਦੇ ਕਾਰਨ ਲੜਾਈ ਝਗੜੇ ਆ, ਕਿਉਂਕਿ ਔਰਤਾਂ ਨੂੰ ਸ਼ੈਤਾਨ ਬੜੀ ਆਸਾਨੀ ਦੇ ਨਾਲ ਆਪਣੇ ਹੱਥਾਂ ਵਿੱਚ ਲੈ ਲੈਂਦਾ ਆ, ਲੇਕਿਨ ਖੁਦਾ ਦੀਆਂ ਬੇਟੀਆਂ ਨੂੰ ਆਪਣੇ ਹੱਥਾਂ ਵਿੱਚ ਨਹੀਂ ਲੈ ਸਕਦਾ। ਇਸ ਗੱਲ ਨੂੰ ਹਮੇਸ਼ਾ ਯਾਦ ਰੱਖਣਾ, ਜਿਹੜੀ ਖੁਦਾ ਦੀ ਬੇਟੀ ਵਚਨ ਦੇ ਨਾਲ ਭਰੀ ਹੋਈ ਆ, ਪਵਿੱਤਰ ਆਤਮਾ ਦੇ ਨਾਲ ਭਰੀ ਹੋਈ ਆ, ਉਹ ਹਰੇਕ ਗਲਤ ਸਿਸਟਮ ਦਾ ਕੀ ਕਰਦੀ ਆ? ਵਿਰੋਧ ਕਰਦੀ ਆ। ਠੀਕ ਹੈ ਨਾ? ਉਹ ਕਦੇ ਵੀ ਸ਼ੈਤਾਨ ਦੇ ਨਾਲ ਤਰਕ ਨਹੀਂ ਕਰੇਗੀ ਜਿਹੜੀ ਖੁਦਾ ਦੀ ਬੇਟੀ ਹੋਵੇਗੀ। ਲੇਕਿਨ ਜੇ ਕੋਈ ਸ਼ੈਤਾਨ ਦੇ ਹੱਥਾਂ ਵਿੱਚ ਹੈ ਤੇ ਸ਼ੈਤਾਨ ਉਸ ਦੇ ਨਾਲ ਕੁਝ ਵੀ ਕਰ ਸਕਦਾ ਹੈ। ਇਸ ਕਰਕੇ ਆਪਣੇ ਜੀਵਨ ਨੂੰ ਜਾਚਣਾ ਵੀ ਆ ਵੀ ਤੁਹਾਡਾ ਜੀਵਨ ਵਚਨ ਦੇ ਅਨੁਸਾਰ ਹੈ ਕਿ ਨਹੀਂ। ਹਰੇਕ ਭੈਣ ਭਾਈ ਨੇ ਆਪਣੇ ਜੀਵਨ ਨੂੰ ਜਾਚਣਾ ਹੈ ਵੀ ਤੁਸੀਂ ਯੋਗ ਹੈ ਕਿ ਨਹੀਂ ਹੈ ਖੁਦਾ ਦੇ ਰਾਜ ਵਿੱਚ ਜਾਣ ਦੇ ਲਈ। ਆਪਣੇ ਆਪ ਨੂੰ ਯੋਗ ਬਣਾਉਣਾ ਖੁਦਾ ਦੇ ਲਈ। ਜੇ ਕੋਈ ਆਪਣੇ ਆਪ ਨੂੰ ਯੋਗ ਨਹੀਂ ਬਣਾਉਂਦਾ ਤੇ ਉਹ ਤੰਗੀਆਂ ਤੇ ਮੁਸੀਬਤਾਂ ਵਿੱਚ ਪੈ ਸਕਦਾ ਆ। ਠੀਕ ਹੈ ਨਾ? ਹੁਣ ਨਬੀ ਨੇ ਕਿਹਾ ਆ, ਅਤੇ ਸ਼ੈਤਾਨ ਦੇ ਕਿਸੇ ਵੀ ਹੋਰ ਸਾਧਨ ਤੋਂ ਵੱਧ ਕਾਰਗਰ ਬਣ ਕੇ ਉਹ ਵੱਧ ਤੋਂ ਵੱਧ ਲੋਕਾਂ ਨੂੰ ਨਰਕ ਵੱਲ ਧੱਕ ਸਕਦੀ ਹੈ। ਇਹ ਗੱਲ ਪੂਰੀ ਤਰ੍ਹਾਂ ਦਰੁਸਤ ਹੈ। ਇੱਕ ਔਰਤ ਸਭ ਤੋਂ ਜ਼ਿਆਦਾ ਵੱਧ ਲੋਕਾਂ ਨੂੰ ਨਰਕ ਵਿੱਚ ਘੱਲ ਸਕਦੀ ਹੈ, ਜਿਸ ਤਰ੍ਹਾਂ ਅੱਜ ਕੀ ਔਰਤਾਂ ਕਰ ਰਹੀਆਂ ਨੇ। ਜਦੋਂ ਔਰਤਾਂ ਆਪਣੇ ਵਾਲ ਕੱਟਦੀਆਂ, ਜੀਨ ਦੀਆਂ ਪੈਂਟਾਂ ਪਾਉਂਦੀਆਂ, ਔਰਤਾਂ ਲਿਪਸਟਿਕ ਲਗਾਉਂਦੀਆਂ, ਤੇ ਉਹ ਕੀ ਆ? ਇਜਬਲ ਦਾ ਆਤਮਾ ਉਹਨਾਂ ਔਰਤਾਂ ਦੇ ਉੱਪਰ ਹੁੰਦਾ ਹੈ। ਤੇ ਤੁਹਾਨੂੰ ਪਤਾ ਆ ਅੱਜ ਔਰਤਾਂ ਦਾਅਵਾ ਕਰਦੀਆਂ ਵੀ ਸਾਨੂੰ ਖੁਦਾ ਨੇ ਚੁਣਿਆ ਸੇਵਕਾਈ ਦੇ ਲਈ, ਲੇਕਿਨ ਬਾਈਬਲ ਵਿੱਚ ਔਰਤ ਨੂੰ ਕੀ ਕਿਹਾ ਆ? ਵੀ ਉਹ ਚੁੱਪ ਕਰਕੇ ਚਰਚ ਦੇ ਵਿੱਚ ਬੈਠੇ, ਉਹਦਾ ਕੋਈ ਕੰਮ ਨਹੀਂ ਆ ਚਰਚ ਦੇ ਵਿੱਚ ਖੜ ਕੇ ਪੁਲਪੜ ਦੇ ਉੱਪਰ ਪ੍ਰਚਾਰ ਕਰਨ ਦਾ। ਠੀਕ ਹੈ ਨਾ? ਲੇਕਿਨ ਅੱਜ ਤੁਸੀਂ ਦੇਖੋ ਔਰਤਾਂ ਸਭ ਕੁਝ ਕਰ ਰਹੀਆਂ, ਵਾਲ ਕਟਾਉਂਦੀਆਂ, ਜੀਨ ਦੀਆਂ ਪੈਂਟਾਂ ਪਾਉਂਦੀਆਂ, ਭਾਈ ਬ੍ਰਾਹਮ ਨੇ ਕਿਹਾ ਛੋਟੇ ਛੋਟੇ ਕੱਪੜੇ ਪਾ ਕੇ ਉਹ ਘੁੰਮ ਰਹੀਆਂ ਆ। ਤੇ ਨਬੀ ਨੇ ਕਿਹਾ ਜੇ ਤੁਸੀਂ ਨਰਕ ਦਾ ਨਮੂਨਾ ਦੇਖਣਾ ਆ ਤੇ ਤੁਸੀਂ ਕਿਸੇ ਮਾਲ ਵਿੱਚ ਚਲੇ ਜਾਓ, ਉੱਥੇ ਅੱਧ ਨੰਗੇ ਕੱਪੜੇ ਪਾ ਕੇ ਜਦੋਂ ਔਰਤਾਂ ਘੁੰਮਦੀਆਂ ਆ, ਲਿਪਸਟਿਕ ਲਗਾ ਕੇ, ਵਾਲ ਕਟਵਾ ਕੇ, ਆਪਣੇ ਆਪ ਨੂੰ ਬਹੁਤ ਸੋਹਣਾ ਬਣਾ ਕੇ, ਇਹ ਨਰਕ ਦਾ ਨਮੂਨਾ ਆ। ਤੇ ਇਸ ਕਰਕੇ ਖੁਦਾ ਦਾ ਵਚਨ ਕਹਿੰਦਾ, ਹੇ ਮੇਰੀ ਪ੍ਰਜਾ ਬਾਬੁਲ ਦੇ ਵਿੱਚੋਂ ਬਾਹਰ ਆ ਜਾ। ਅੱਜ ਆਪਣੇ ਆਪ ਨੂੰ ਮਸੀਹ ਲੋਕਾਂ ਨੇ ਇਹਨਾਂ ਸੰਸਾਰ ਜਥੇਬੰਦੀਆਂ ਮਿਸ਼ਨਾਂ ਤੋਂ ਅਲੱਗ ਕਿਉਂ ਕਰ ਲਿਆ? ਕਿਉਂਕਿ ਚਰਚਾਂ ਦੇ ਵਿੱਚ ਤੁਸੀਂ ਜਾ ਕੇ ਦੇਖ ਲਓ ਕਿਸ ਤਰ੍ਹਾਂ ਦੀਆਂ ਸਿੱਖਿਆ ਦੀ ਤਿਆਰੀ ਆ। ਉਹ ਕਹਿੰਦੇ ਕੋਈ ਗੱਲ ਨਹੀਂ ਭੈਣ, ਤੂੰ ਵਾਲ ਕਟਵਾ ਸਕਦੀ, ਤੂੰ ਪੈਂਟਾਂ ਪਾ ਸਕਦੀ, ਕੋਈ ਗੱਲ ਨਹੀਂ। ਉਹਨਾਂ ਦੀ ਇਹ ਸਿੱਖਿਆ, ਉਹ ਕਹਿੰਦੇ ਮਨ ਸਾਫ਼ ਹੋਣਾ ਚਾਹੀਦਾ। ਲੇਕਿਨ ਵਚਨ ਕੀ ਕਹਿੰਦਾ ਹੈ? ਮੇਰੀ ਲਾੜੀ, ਮੇਰੀ ਦੁਲਹਨ, ਮੇਰੀ ਬੇਟੀ ਵਚਨ ਦੇ ਨਾਲ ਸ਼ਿੰਗਾਰੀ ਹੋਈ ਹੋਵੇ। ਜਿਹੜੇ ਖੁਦਾ ਦੇ ਲੋਕ ਆ ਵਚਨ ਦੇ ਨਾਲ ਸ਼ਿੰਗਾਰੇ ਹੋਏ ਹੁੰਦੇ ਆ, ਨਾ ਕਿ ਇਸ ਤਰ੍ਹਾਂ ਉਹ ਆਪਣੇ ਆਪ ਨੂੰ ਫੋਕੇ ਕਲਰਾਂ ਦੇ ਨਾਲ ਸੰਵਾਰਦੇ ਆ। ਲੇਕਿਨ ਤੁਸੀਂ ਦੇਖੋ ਸੰਸਾਰ ਵਿੱਚ ਗੰਦਗੀ ਆਈ ਕਿਉਂ? ਕਿੱਥੋਂ ਸ਼ੁਰੂ ਹੋਈ ਆ? ਅਹਾਬ ਦੇ ਸਮੇਂ ਇੱਕ ਅਹਾਬ ਰਾਜਾ ਸੀਗਾ ਜਿਹਨੇ ਇਜਬਲ ਦੇ ਨਾਲ ਵਿਆਹ ਕੀਤਾ ਸੀ, ਤੇ ਇਜਬਲ ਮੇਕਅਪ ਬੜਾ ਕਰਦੀ ਸੀਗੀ। ਤੇ ਇਸ ਕਰਕੇ ਅਸੀਂ ਵੇਖਦੇ ਹਾਂ ਅੱਜ ਔਰਤਾਂ ਮੇਕਅਪ ਕਰ ਰਹੀਆਂ, ਕਿਉਂਕਿ ਇਜਬਲ ਦਾ ਆਤਮਾ ਮਰਿਆ ਨਹੀਂ ਆ, ਉਹ ਅਹਾਬ ਦਾ ਆਤਮਾ ਮਰਿਆ ਨਹੀਂ ਆ, ਕਿਉਂਕਿ ਆਤਮੇ ਕਦੇ ਮਰਦੇ ਨਹੀਂ ਆ। ਅੱਜ ਦੇਖੋ ਕਿਸ ਤਰ੍ਹਾਂ ਇਜਬਲ ਦੀ ਬੇਟੀਆਂ ਮੇਕਅਪ ਕਰਦੀਆਂ ਹੈ, ਕਿਉਂਕਿ ਇਜਬਲ ਕੌਣ ਸੀ? ਇਜਬਲ ਇੱਕ ਦੁਸ਼ਟ ਆਤਮਾ ਸੀ। ਤੇ ਅੱਜ ਮਸੀਹ ਔਰਤਾਂ ਨੂੰ ਦੇਖੋ ਕਿਦਾਂ ਮੇਕਅਪ ਕਰਦੀਆਂ, ਉਹ ਦਰਸਾਉਂਦੀਆਂ ਆ ਵੀ ਅਸੀਂ ਇਜਬਲ ਦੀ ਬੇਟੀਆਂ ਹਾਂ। ਲੇਕਿਨ ਖੁਦਾ ਦੀ ਬੇਟੀਆਂ ਕੀ ਕਰਦੀਆਂ ਆ? ਆਪਣੇ ਆਪ ਨੂੰ ਪਾਕ ਪਵਿੱਤਰ ਤੇ ਰੱਖਦੀਆਂ, ਸਾਫ਼ ਰੱਖਦੀਆਂ। ਠੀਕ ਹੈ ਨਾ? ਉਹ ਆਪਣੇ ਆਪ ਨੂੰ ਦਿਖਾਉਂਦੀਆਂ ਵੀ ਅਸੀਂ ਖੁਦਾ ਦੀ ਬੇਟੀਆਂ ਆ। ਕਿਉਂਕਿ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆ, ਜਦੋਂ ਤੁਸੀਂ ਸੰਸਾਰ ਵਿੱਚ ਦੇਖਦੇ ਹੋ ਕਿਦਾਂ ਇੱਕ ਔਰਤ ਜੀਨ ਦੀਆਂ ਪੈਂਟਾਂ ਪਾਉਂਦੀਆਂ, ਪਤਲੇ ਪਤਲੇ ਉਹ ਕੱਪੜੇ ਪਾਉਂਦੀਆਂ, ਸਕਿਨ ਦੇ ਨਾਲ ਜੁੜੇ ਹੋਏ ਕੱਪੜੇ ਪਾਉਂਦੀਆਂ ਆ। ਕਿਉਂ ਪਾਉਂਦੀਆਂ ਆ? ਕਿਉਂਕਿ ਉਹਨਾਂ ਦੇ ਅੰਦਰ ਕੁਝ ਹੋਰ ਹੀ ਆਤਮਾ ਕੰਮ ਕਰ ਰਿਹਾ, ਤੇ ਉਹ ਦਾਅਵਾ ਕਰਦੀਆਂ ਸਾਡੇ ਅੰਦਰ ਖੁਦਾ ਦਾ ਆਤਮਾ। ਲੇਕਿਨ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਜਦੋਂ ਕੋਈ ਔਰਤ ਗਰਭਵਤੀ ਹੁੰਦੀ ਆ ਤੇ ਉਹ ਕਦੇ ਤੰਗ ਕੱਪੜੇ ਨਹੀਂ ਪਾਉਂਦੀ, ਕਿਉਂਕਿ ਉਹਨੂੰ ਖੁੱਲੇ ਕੱਪੜਿਆਂ ਦੀ ਲੋੜ ਪੈਂਦੀ ਆ। ਇਹ ਸਬੂਤ ਆ ਜਦੋਂ ਖੁਦਾ ਦੇ ਲੋਕ ਵਚਨ ਦੇ ਨਾਲ ਗਰਭਵਤੀ ਹੋਏ ਆ ਤੇ ਉਹਨਾਂ ਨੇ ਕੀ ਕੀਤਾ? ਉਹ ਸਾਰੇ ਕੱਪੜਿਆਂ ਨੂੰ ਛੱਡ ਦਿੱਤਾ, ਕਿਉਂਕਿ ਖੁਦਾ ਦਾ ਆਤਮਾ ਇੱਕ ਬੀਜ ਉਹਨਾਂ ਦੇ ਅੰਦਰ ਆ ਗਿਆ, ਜਿਸ ਨੇ ਉਹਨਾਂ ਨੂੰ ਮਜਬੂਰ ਕਰ ਦਿੱਤਾ ਵੀ ਹੁਣ ਉਹ ਪੁਰਾਣਾ ਜੀਵਨ ਨਹੀਂ ਜੀਣਗੇ, ਉਹ ਉਸ ਤਰ੍ਹਾਂ ਦੇ ਕੱਪੜੇ ਨਹੀਂ ਪਾਣਗੇ। ਕਿਉਂਕਿ ਤੁਸੀਂ ਕਦੇ ਵੀ ਦੇਖ ਲਓ, ਜਿਹੜੀ ਵੀ ਔਰਤ ਗਰਭਵਤੀ ਹੁੰਦੀ ਆ, ਜਦੋਂ ਉਹਦੇ ਅੰਦਰ ਕੁਝ ਆਂਦਾ ਆ ਤੇ ਉਹ ਫਿਰ ਉਹ ਤੰਗ ਕੱਪੜੇ ਪਾਣੇ ਬੰਦ ਕਰ ਦਿੰਦੀ ਆ।
ਉਹਨੂੰ ਪਤਾ ਵੀ ਹੁਣ ਮੈਨੂੰ ਖੁੱਲੇ ਕੱਪੜੇ ਪਾਣੇ ਪੈਣੇ ਆ, ਢਿੱਲੇ ਤੇ ਲੂਜ ਕੱਪੜੇ ਪਾਣੇ ਪੈਣੇ ਆ। ਇਸੇ ਤਰ੍ਹਾਂ ਜਦੋਂ ਪਵਿੱਤਰ ਆਤਮਾ ਤੁਹਾਡੇ ਜੀਵਨ ਦੇ ਅੰਦਰ ਆਂਦਾ, ਤੁਸੀਂ ਸੰਸਾਰਿਕ ਕੰਮਾਂ ਨੂੰ ਛੱਡ ਦਿੰਦੇ ਹੋ। ਕਿਸ ਤਰ੍ਹਾਂ ਇੱਕ ਜੀਨ ਦੀ ਪੈਂਟ ਪਾਉਣ ਵਾਲੀ ਕੁੜੀ ਜਦੋਂ ਉਹਦੇ ਅੰਦਰ ਪਵਿੱਤਰ ਆਤਮਾ ਆ ਜਾਂਦਾ ਆ ਤੇ ਉਹ ਦੇਖਦੀ ਹੈ ਵੀ ਮੈਂ ਆਪਣਾ ਜੀਵਨ ਗਲਤ ਬਤੀਤ ਕਰ ਰਹੀ ਸੀ ਤੇ ਉਹ ਸਭ ਕੁਝ ਛੱਡ ਦਿੰਦੀ ਆ। ਇਸੇ ਤਰ੍ਹਾਂ ਖੁਦਾ ਅੱਜ ਆਪਣੇ ਲੋਕਾਂ ਨੂੰ ਇਸਤੇਮਾਲ ਕਰਦਾ। ਜਦੋਂ ਪਵਿੱਤਰ ਆਤਮਾ ਤੁਹਾਡੇ ਅੰਦਰ ਆਂਦਾ ਤੇ ਉਹ ਕਹਿੰਦਾ ਮੈਂ ਆਪਣੀਆਂ ਕਈਆਂ ਹੋਈਆਂ ਗੱਲਾਂ ਤੁਹਾਨੂੰ ਸਿਖਾਵਾਂਗਾ। ਉਹਨੇ ਪਤਰਸ ਉਹਨਾਂ ਨੂੰ ਕੀ ਕਿਹਾ ਸੀਗਾ, ਜਦੋਂ ਮੇਰਾ ਪਵਿੱਤਰ ਆਤਮਾ ਆਵੇਗਾ ਮੇਰੀਆਂ ਕਈਆਂ ਹੋਈਆਂ ਗੱਲਾਂ ਤੁਹਾਨੂੰ ਸਿਖਾਵੇਗਾ। ਪਵਿੱਤਰ ਆਤਮਾ ਕੀ ਕਰਦਾ, ਤੁਹਾਨੂੰ ਵਚਨ ਦੇ ਅਨੁਸਾਰ ਜੀਵਨ ਬਤੀਤ ਕਰਨਾ ਸਿਖਾਉਂਦਾ ਆ। ਪਵਿੱਤਰ ਆਤਮਾ, ਇਹ ਪਵਿੱਤਰ ਆਤਮਾ ਦਾ ਕੰਮ ਆ ਤੁਹਾਡੇ ਜੀਵਨ ਦੇ ਅੰਦਰ। ਉਹ ਤੁਹਾਡੇ ਜੀਵਨ ਦੇ ਅੰਦਰ ਸਫਾਈ ਕਰਦਾ ਆ। ਲੇਕਿਨ ਅੱਜ ਅਸੀਂ ਵੇਖਦੇ ਆ ਬਹੁਤ ਸਾਰੀਆਂ ਔਰਤਾਂ, ਬਹੁਤ ਸਾਰੇ ਲੋਕ, ਚਰਚਾਂ, ਡਿਨੋਮੀਨੇਸ਼ਨ, ਇਹ ਵੀ ਔਰਤਾਂ ਨੇ, ਕਲੀਸਿਆਵਾਂ ਵੀ ਔਰਤਾਂ ਨੇ, ਇਹ ਚਰਚਾਂ ਵੀ ਔਰਤਾਂ ਨੇ। ਇਹ ਕੀ ਕਰ ਰਹੀਆਂ ਆ, ਇਹ ਵਚਨ ਤੋਂ ਬਾਹਰ ਹੋ ਕੇ ਆਪਣੇ ਆਪ ਨੂੰ ਵਿਖਾ ਰਹੀਆਂ ਨੇ ਵੀ ਅਸੀਂ ਵਚਨ ਤੋਂ ਬਾਹਰ ਆ, ਕਿਉਂਕਿ ਇਹਨਾਂ ਦੇ ਕੰਮ ਦਿਖਾਉਂਦੇ ਵੀ ਇਹ ਲੋਕ ਵਚਨ ਤੋਂ ਬਾਹਰ ਆ। ਇਸ ਕਰਕੇ ਨਬੀ ਕਹਿੰਦਾ ਅਸੀਂ ਜਿੱਥੇ ਸਪਸ਼ਟ ਤਰੀਕੇ ਨਾਲ ਹਾਲੀਵੁੱਡ ਵਾਸਨਾ ਦੀਆਂ ਰਾਣੀਆਂ ਦੇ ਇਹਨਾਂ ਭੱਦੇ ਭਗਤੀਹੀਨ ਗੰਦੇ ਪ੍ਰੋਗਰਾਮਾਂ ਨੂੰ ਆਪਣੇ ਟੈਲੀਵਿਜ਼ਨਾਂ ਤੇ ਵੇਖਦੇ ਹਾਂ, ਨਬੀ ਕਹਿੰਦਾ ਜਦੋਂ ਤੁਸੀਂ ਹਾਲੀਵੁੱਡ ਦੀਆਂ ਫਿਲਮਾਂ ਆਪਣੇ ਟੀਵੀਆਂ ਦੇ ਉੱਪਰ ਵੇਖਦੇ ਹੋ, ਅਸੀਂ ਇਸ ਸ਼ਹਿਰ ਦੀ ਗੰਦਗੀ ਨੂੰ ਵੇਖ ਸਕਦੇ ਹਾਂ। ਜਿਵੇਂ ਇਹ ਬੱਚੇ, ਛੋਟੀਆਂ ਛੋਟੀਆਂ ਲੜਕੀਆਂ ਛੋਟੇ ਛੋਟੇ ਚਿਪਕੇ ਵਸਤਰ ਪਹਿਨ ਕੇ ਗਲੀਆਂ ਵਿੱਚ ਇੱਧਰ ਉੱਧਰ ਮਟਕ ਮਟਕ ਕੇ ਤੁਰਦੀਆਂ ਫਿਰਦੀਆਂ ਹਨ। ਅੱਜ ਕੀ ਹਾਲਾਤ ਆ, ਅੱਜ ਤੁਸੀਂ ਜਾ ਕੇ ਦੇਖ ਲਓ, ਮਸੀਹ ਔਰਤਾਂ, ਮਸੀਹ ਛੋਟੀ ਛੋਟੀ ਜਿਹੜੇ ਆਪਣੇ ਆਪ ਨੂੰ ਮਸੀਹ ਕਹਿੰਦੇ ਲੋਕ, ਉਹਨਾਂ ਦੀ ਬੇਟੀਆਂ ਦੇ ਹਾਲ ਦੇਖ ਲਓ। ਛੋਟੀ ਛੋਟੀ ਕੁੜੀਆਂ ਕੀ ਤੰਗ ਕੱਪੜੇ ਪਾ ਕੇ ਮਟਕ ਮਟਕ ਕੇ ਇੱਧਰ ਉੱਧਰ ਫਿਰ ਰਹੀਆਂ ਆ। ਕੀ ਇਹ ਮਸੀਹ ਜੀਵਨ ਆ? ਇਹ ਮਸੀਹ ਜੀਵਨ ਨਹੀਂ ਆ। ਇਹ ਇੱਕ ਗੰਦਗੀ ਦੇ ਨਾਲ ਭਰਿਆ ਹੋਇਆ ਜੀਵਨ ਆ। ਜਦੋਂ ਕੋਈ ਆਪਣੇ ਆਪ ਨੂੰ ਮਸੀਹ ਕਹਿੰਦਾ ਆ ਤੇ ਉਹ ਤੰਗ ਪੈਂਟਾਂ ਪਾ ਕੇ ਇੱਧਰ ਉੱਧਰ ਘੁੰਮ ਰਿਹਾ ਹੁੰਦਾ, ਚਾਹੇ ਉਹ ਬੰਦਾ ਹੋਵੇ ਚਾਹੇ ਉਹ ਕੋਈ ਔਰਤ ਹੋਵੇ। ਕੱਪੜੇ ਵਚਨ ਦੇ ਅਨੁਸਾਰ ਹੋਣੇ ਚਾਹੀਦੇ ਆ। ਨਬੀ ਕਹਿੰਦਾ ਤੁਰਦੀਆਂ ਫਿਰਦੀਆਂ ਹਨ ਅਤੇ ਇੰਨੀ ਠੰਡ ਪੈ ਰਹੀ ਹੁੰਦੀ ਹੈ ਕਿ ਉਸ ਵਿੱਚ ਜੰਮ ਕੇ ਮਰ ਸਕਦੀਆਂ ਹਨ। ਕਹਿੰਦੇ ਇੰਨੀ ਠੰਡ ਪੈ ਰਹੀ ਹੁੰਦੀ ਆ, ਠੰਡ ਦੇ ਵਿੱਚ ਵੀ ਚੈਨ ਨਹੀਂ ਪੈਂਦਾ ਲੋਕਾਂ ਨੂੰ। ਲੋਕੀ ਫੈਸ਼ਨ ਤੇ ਤੁਲੇ ਹੋਏ ਆ ਠੰਡ ਦੇ ਵਿੱਚ ਵੀ। ਉਹ ਦੁਸ਼ਟ ਆਤਮਾ ਰਾਹੀਂ ਵਸ ਕੀਤੀਆਂ ਹੋਈਆਂ ਹਨ। ਹੁਣ ਭਾਈ ਬ੍ਰੈਨਮ ਨੇ ਕਿਹਾ, ਸਾਡੇ ਯੁੱਗ ਦੇ ਨਬੀ, ਸਤਵੇਂ ਦੂਤ ਤੇ ਚੌਥੇ ਏਲੀਏ ਨੇ ਕਿਹਾ ਉਹ ਦੁਸ਼ਟ ਆਤਮਾ ਰਾਹੀਂ ਵਸ ਵਿੱਚ ਕੀਤੀਆਂ ਗਈਆਂ ਹਨ। ਇਸ ਕਰਕੇ ਖੁਦਾ ਦਾ ਵਚਨ ਕਹਿੰਦਾ ਤੁਸੀਂ ਇਹੋ ਜਿਹੇ ਲੋਕਾਂ ਦੇ ਵਿੱਚ ਨਹੀਂ ਰਹਿ ਸਕਦੇ, ਤੁਹਾਨੂੰ ਬਾਹਰ ਆਣਾ ਪੈਣਾ ਆ ਇਹਨਾਂ ਗੰਦੀਆਂ ਰਿਸ਼ਤੇਦਾਰੀਆਂ ਦੇ ਵਿੱਚੋਂ, ਜਿੱਥੇ ਦੁਸ਼ਟ ਆਤਮਾ ਉਹਨਾਂ ਤੋਂ ਮੇਕਅਪ ਕਰਾ ਰਹੀ ਹੁੰਦੀ ਹੈ। ਦੁਸ਼ਟ ਆਤਮਾ ਕੀ ਕਰ ਰਹੀਆਂ ਆ? ਮੇਕਅਪ ਕਰਾਉਂਦੀਆਂ। ਦੁਸ਼ਟ ਆਤਮਾ ਕੀ ਕਰਦੀਆਂ? ਜੀਨ ਦੀਆਂ ਪੈਂਟਾਂ ਪਾਉਂਦੀਆਂ। ਠੀਕ ਆ। ਤੇ ਅੱਜ ਮਸੀਹ ਲੋਕ ਕੀ ਕਹਿੰਦੇ, ਉਹਨਾਂ ਵਿੱਚ ਰਹਿ ਕੇ ਉਹਨਾਂ ਦੇ ਨਾਲ ਖੁਸ਼ੀ ਦੇ ਨਾਲ ਰਹਿੰਦੇ ਆ। ਲੇਕਿਨ ਜਦੋਂ ਤੁਹਾਡੇ ਅੰਦਰ ਪਵਿੱਤਰ ਆਤਮਾ ਹੋਵੇਗਾ ਤੇ ਉਹ ਤੁਹਾਨੂੰ ਉਹਨਾਂ ਲੋਕਾਂ ਦੇ ਵਿੱਚ ਨਹੀਂ ਰਹਿਣ ਦੇਵੇਗਾ, ਕਿਉਂਕਿ ਨਬੀ ਕਹਿੰਦਾ ਦੁਸ਼ਟ ਆਤਮਾ ਰਾਹੀਂ ਵਸ ਕੀਤੀਆਂ ਹੋਈਆਂ ਹਨ ਅਤੇ ਉਹ ਇਹ ਨਹੀਂ ਜਾਣਦੀਆਂ। ਤੁਸੀਂ ਇੱਕ ਕੁੱਤੀ ਨੂੰ ਇਸ ਤਰ੍ਹਾਂ ਕਰਦੇ ਨਹੀਂ ਦੇਖਦੇ। ਤੁਸੀਂ ਦੇਖਦੇ ਹੋ? ਤੁਸੀਂ ਕਿਸੇ ਹੋਰ ਮਾਦਾ ਨੂੰ ਇਸ ਤਰ੍ਹਾਂ ਕਰਦੇ ਨਹੀਂ ਦੇਖਦੇ ਹੋ ਅਤੇ ਨਾ ਹੀ ਕਿਸੇ ਨਰ ਨੂੰ ਉਸਦੇ ਪਿੱਛੇ ਜਾਂਦਾ ਹੋਇਆ ਵੇਖਦੇ ਹੋ। ਤੁਸੀਂ ਇਹਨਾਂ ਲੜਕੀਆਂ ਨੂੰ ਦੇਖਦੇ ਹੋ ਜੋ ਸੜਕਾਂ ਤੇ ਅੱਧ ਨੰਗੀਆਂ ਹੋ ਕੇ ਫਿਰਦੀਆਂ ਨੇ, ਉਹ ਇਹਨਾਂ ਨੂੰ ਅਲੜ ਰਾਣੀਆਂ ਕਹਿ ਕੇ ਪੁਕਾਰਦੇ ਹਨ। ਨਬੀ ਕਹਿੰਦਾ ਤੁਸੀਂ ਲੜਕੀਆਂ ਨੂੰ ਵੇਖ ਰਹੇ ਹੋ, ਅੱਧੇ ਕੱਪੜੇ ਪਾ ਕੇ ਇੱਧਰ ਉੱਧਰ ਘੁੰਮ ਰਹੀਆਂ ਹੈ। ਇਹ ਮਸੀਹ ਔਰਤਾਂ ਦੇ ਕੰਮ ਨਹੀਂ ਆ। ਠੀਕ ਹੈ ਨਾ। ਜੇ ਕੋਈ ਆਪਣੇ ਆਪ ਨੂੰ ਕਹਿੰਦਾ ਕਿ ਮੈਂ ਮਸੀਹ ਆ, ਤੁਸੀਂ ਉਸ ਭੈਣ ਦਾ ਜੀਵਨ ਚੈੱਕ ਕਰੋ ਜਾ ਕੇ, ਉਹਦੇ ਕੱਪੜੇ ਕਿੱਦਾਂ ਦੇ ਆ, ਤੁਹਾਨੂੰ ਆਪੇ ਪਤਾ ਲੱਗ ਜੂ ਮਸੀਹ ਹੈ ਕਿ ਨਹੀਂ ਹੈ। ਲੋਕ ਕਹਿੰਦੇ ਜੀ ਅਸੀਂ ਮਸੀਹ ਆ, ਅਸੀਂ ਗੈਰ ਭਾਸ਼ਾ ਬੋਲਦੇ ਆ। ਤੇ ਕੀ ਤੁਸੀਂ ਗੈਰ ਭਾਸ਼ਾ ਬੋਲਦੇ, ਲੋਕੀ ਦਾਵਾ ਕਰਦੇ ਸਾਡੇ ਅੰਦਰ ਪਵਿੱਤਰ ਆਤਮਾ ਹੈ। ਤੇ ਨਬੀ ਕਹਿੰਦਾ ਪਵਿੱਤਰ ਆਤਮਾ ਨੇ ਇਹ ਨਹੀਂ ਦੱਸਿਆ ਵੀ ਕੱਪੜੇ ਕਿੱਦਾਂ ਦੇ ਪਾਣੇ ਆ। ਇਸ ਕਰਕੇ ਇਹੋ ਜਿਹੇ ਲੋਕਾਂ ਦੇ ਨਾਲ ਬੈਠ ਕੇ ਤੁਸੀਂ ਸੰਗਤੀ ਵੀ ਨਹੀਂ ਕਰ ਸਕਦੇ। ਇਹੋ ਜਿਹੇ ਗੰਦੇ ਲੋਕਾਂ ਦੇ ਨਾਲ ਬੈਠ ਕੇ ਜਿਹੜੇ ਮਸੀਹ ਦੇ ਵਚਨ ਨੂੰ ਬਦਨਾਮ ਕਰਦੇ ਆ, ਤੁਸੀਂ ਸੰਗਤੀ ਨਹੀਂ ਕਰ ਸਕਦੇ। ਪਹਿਲਾਂ ਤਾਂ ਇਹਨਾਂ ਨੂੰ ਅਧਨੰਗੀਆਂ ਦੇ ਭੱਦੇ ਤਮਾਸ਼ੇ ਨੂੰ ਵੇਖਣ ਲਈ ਸੜਕ ਦੇ ਇੱਕ ਪਾਸੇ ਨੂੰ ਮੁੜ ਜਾਣਾ ਹੁੰਦਾ ਸੀ। ਹੁਣ ਤੁਹਾਨੂੰ ਬਸ ਇੰਨਾ ਹੀ ਕਰਨ ਦੀ ਲੋੜ ਹੈ, ਤੁਸੀਂ ਆਪਣੀਆਂ ਅੱਖੀਆਂ ਖੋਲ ਕੇ ਦੇਖੋ, ਸੜਕ ਤੇ ਨਜ਼ਰ ਮਾਰੋ, ਸਾਰਾ ਵਾਤਾਵਰਨ ਬਸ ਨੰਗੇਜ ਨਾਲ ਭਰਿਆ ਹੋਇਆ ਮਿਲੇਗਾ ਤੁਹਾਨੂੰ। ਕਹਿੰਦਾ ਸੜਕ ਤੇ ਨਜ਼ਰ ਤਾਂ ਮਾਰੋ, ਸਾਰੇ ਹੀ ਤੁਹਾਨੂੰ ਨੰਗੇ ਹੀ ਦਿਖਣੇ ਆ, ਕਿਉਂਕਿ ਮਰਿਆਦਾ ਹੀ ਨਹੀਂ ਰਹੀ।
क्योंकि ये जिहड़ा प्रचार आ बाइबल आ मसीह लोकां दे लई आ। दूसरे लोग की करदे सानू कोई मतलब नहीं आ, दूजे धर्मां दे लोग की करदे सानू उहदे नाल कोई मतलब नहीं आ। ये बाइबल दे वचन उन्हां लोकां वास्ते ने जिहड़े अपने आप नू मसीह कहंदे आ। ये बाइबल मसीह लोकां वास्ते है जिहड़े दावा करदे असीं क्रिश्चियन असीं मसीह आ। ये जिहड़ा प्रचार हो रहा उन्हां लोकां वास्ते हो रहा। अन्य जातियां जिहड़े आम लोग ने दूजियां जातियां दे ये प्रचार उन्हां वास्ते नहीं हैगा, क्योंकि वो लोग बाइबल नूं नहीं मानते। बाइबल उहदे लई लागू हुंदी आ जिहड़े बाइबल नूं मनदे आ। ठीक है ना। इस करके जिहड़ा मैं प्रचार कर रहा ये उन्हां लोकां वास्ते कर रहा जिहड़े अपने आप नूं कहंदे असीं मसीह आ। उन्हां भैणां वास्ते कर रहा जिहड़े पैंटा पा के घुमदियां ते अपने आप नूं मसीह कहंदियां। ये प्रचार मैं उन्हां वास्ते कर रहा। वो अजिहा किस वास्ते करदियां हन? केवल झूठी उम्मीद जगाउण लई, अजमाइश लई। इसलिए वो सब करती है क्योंकि वो गंदी है। नबी कहता वो गंदी आ, इसलिए वो सब कुछ करती। उन्हां दे अंदर एक गंदगी हुंदी आ। गंदगी किते वल्लों आंदी? शैतान वल्लों आंदी है। ਜਦੋਂ एक मसीह भैन पैंट पांदी आ ਉਹਦੇ अंदर गंदगी आ, ते गंदगी है किते वल्लों आई आ? शैतान वल्लों आई आ। जे खुदा दा आत्मा उन्हां नूं टच करदा ते वो इस तरह दे कपड़े ना पाउंदियां। वो इसलिए ये सब करती है क्योंकि वो उसनूं बनाया ही इस तरह दी गया है। वो ये गल दा विचार नहीं करती कि शैतान दे हत्थां विच एक औजार है, इहो ही है जो है। शैतान दे हत्थां विच औरत ही एक औजार आ जिहनूं शैतान इस्तेमाल कर सकदा आ बड़ी आसानी दे नाल। ठीक है ना। अज शैतान किदां चर्चा डिनोमिनेशनां नूं इस्तेमाल कर रहा। वो नाम तो प्रभु दा लै रहीआं ने डिनोमिनेशन चर्चा, लेकिन काम किदे कर रहीआं ने? शैतान दे। इस करके क्योंकि उन्हें एक औजार दे तरीके दे नाल अपने आप नूं शैतान की कर रहा, उन्हां नूं इस्तेमाल कर रहा है। इस करके खुदा दी बेटियां इस तरह दियां नहीं है। खुदा दियां बेटियां जाणदियां ने कपड़े किदां दे पाने आ। ठीक है ना। किस तरह का जीवन बतीत करना है वो जाणदियां ने। लेकिन ये कौन ने जिहड़े शैतान दे हत्थां विच? कुछ औरतां ने, कुछ डिनोमिनेशन चर्चा ने, वो ये गल्लां नूं नहीं जाणदियां। इस करके वो अपना गंदा जीवन बतीत कर रहे हैं वो लोग। ठीक है ना। इहो कारण है कि खुदा उसनूं अपना वचन प्रचार करन तो मना करता है। ठीक है। ये सही गल है। कहंदा यही ते कारण है खुदावंद मना करता भी तू मेरा प्रचार नहीं कर सकती। ठीक है। ये गल सही है। पहले तिमोथियस 2 ਦੀ 9 ਤੋਂ 15 तक जे ਅਸੀਂ पढ़ते हैं उस विच किया गया है, मैं औरत नूं सिक्ख्या सिखाउण दी जां कोई अधिकार रखण दी आग्या नहीं दिंदा। पहले तिमोथियस 2 ਦੀ 9 कढांगे। पहला तिमोथियस 2 ਦੀ 9। उपरंत मैं चाहुंदा हां, अड़ तो पढ़ लवांगे, भई पुरख सबनी थाई क्रोध अते विवाद तो बिना पवित्र हथ अड के प्रार्थना करन। इसे तरह चाहुंदा हां भई इस्त्रियां लाज अते संजम सहित अपने आप नूं सुहावनी पोशाक नाल सवारन, ना गुंदियां होईयां वाणां अते सोने या मोतियां या भारे मुल दे वस्त्रां नाल, सगों शुभ कर्मां दे वसीले नाल, क्यों जो उन्हां इस्त्रियां नूं फबदा है जिहड़ियां खुदा दी भगती नूं मनदियां हन। इस्त्री नूं चाहीदा है भई चुपचाप होके अधीनगी नाल सिक्ख्या लवे। मैं इस्त्री नूं सिक्ख्या देण अथवा पुरख उत्ते हुक्म चलाण दी प्रवानगी नहीं दिंदा। खुदा दे वचन दे विच लिखिया। ठीक है ना। मैं इस्त्री नूं सिक्ख्या देण अथवा पुरख उत्ते हुक्म चलाण दी प्रवानगी नहीं दिंदा, सगों वो चुपचाप रहे, क्यों जो आदम पहला रचिया गया सी, फिर हवा। आदम ने धोखा नहीं खादा, पर इस्त्री धोखा खा के अपराध विच पै गई। हुण बाइबल च लिखिया आदम ने धोखा नहीं खादा। धोखा किने खादा? इस्त्री ने। उप उत्पादन ने धोखा खादा है। तां भी बाल जनन दे वसीले नाल वो बचाई जावेगी। सो वो निश्चा अते प्रेम अते पवित्रताई विच संजम नाल टिकियां रहन। हुण लिखिया आ बाल जनन दे कारण। तुहानूं पता जदों इब्राहिम दे कोल खुदा आया सीगा ते ओ खुदा जदों मुकरी सी भी मैं हसी नहीं है ते खुदा उहनूं मार सकदा सी, लेकिन खुदा ने मारिया क्यों नहीं? क्योंकि वो अपने पति दे नाल वफादार सी ते ओदे द्वारा ही एक बच्चा उत्पन्न होना सीगा। ठीक है ना।
इस करके बाइबल च लिखिया बाल जनन दे वसीले नाल ओ बचाई जावेगी, सो ओ निश्चा ते प्रेम अते पवित्रताई विच संयम नाल टिकियां रहन। पवित्रताई संयम दे नाल अपने पतियां दे नाल की रहन, टिकियां रहन, वफादारी दे नाल अपने पतियां दे नाल वफादारी नाल टिकियां रहन। जिस तरह अब्राहम दे नाल सारा वफादारी दे नाल टिकी रही, ते किस तरह खुदा ने फिर उन्होंने उपर चकिया। इस करके बाइबल बयान करती है, साडे युग के नबी ने कहा, ठीक है ना। मैं किसी होर अधिकार रखने की आग्या नहीं दिंदा, समझे। कलीसियावां औरतां कलीसियावां विच चुप रहन, जिवें शरह सिखाउंदी है। औरतां चुप करके बैठन जिद्दां कि शरह सिखाउंदी है, ठीक है। जो खुदा दा वचन है वो सच है ते आमीन है, ते खुदा दी बेटियां हमेशा, खुदा दे लोग हमेशा खुदा दे वचन ते आमीन बोलते आ। लेकिन कुछ मिशनां जथेबंदियां दे विच असीं वेखदे आ, औरतां प्रचारक बन बैठियां आ, उन्हां ने खुदा दे वचन नूं कढ दित्ता। इहदा की मतलब आ, जिहड़ा आत्मा उन्हां औरतां दे अंदर काम कर रिहा वो खुदा दा आत्मा नहीं आ, वो किहदा आत्मा है? शैतान दा आत्मा उन्हां नूं भरमा रिहा आ भी तुसीं जो मर्जी कर सकदियां हो, तुसीं बाल कटवा सकदियां, तुसीं पुलपट ते प्रचार कर सकदियां हो, तुसीं कुछ भी कर सकदियां हो। कौन सिखा रहा उन्होंने? खुदा दा वचन तो यह गल्लां तो मना ही नहीं करता है, मना करता। लेकिन शैतान दा एक आत्मा आ उन्होंने भरमा लैंदा है। वो कहता जो तुसीं करदे हो सही करदे हो, उन्हां दे अंदर एक सोच बना दिंदा है। वो लोग वचन तो भी किनारा कर लेंदे आ। इस करके जिहड़े लोग बिना पवित्र आत्मा तो हन हनेरे विच बैठे आ, उन्हां दे कोल हनेरा आ, प्रकाशन नहीं आ। लेकिन दुल्हन दे कोल प्रकाशन है, ते इह प्रकाशन नूं लैके कौन आया? साडे युग दा नबी भाई विलियम मैरिन ब्रैनम इस प्रकाशन नूं लैके आया भी एक औरत दा जीवन किद्दां दा होना चाहिदा, एक बंदे दा जीवन किद्दां दा होना चाहिदा, एक मसीह औरत दा जीवन किद्दां दा होना चाहिदा, मसीह भाई दा जीवन किद्दां दा होना चाहिदा। सानू प्रकाशन द्वारा ये गल्लां पता लगियां है, क्योंकि बाइबल बंद पुस्तक है। लेकिन साडे युग दे नबी दे द्वारा सानू ये गल्लां पता लगियां भी एक मसीह जीवन किद्दां दा हुंदा है। इस करके जिहड़े संदेश दियां भैणां ने, जिन्हां दे अंदर खुदा दा संदेश आ, जिहड़े संदेश दे विच ने उन्हां लोकां दी मैं गल नहीं कर रहा, जिन्हां दे अंदर खुदा दा संदेश आ, ओह लोग वचन दे अनुसार जीवन बतीत करनगे। इस गल नूं हमेशा याद रखना। जिहड़े लोग कहंदे भी असीं संदेश च हैं, हाँ बहुत लोग संदेश च ने, हज़ारां लखां करोड़ां लोग संदेश दे विच है, लेकिन संदेश उन्हां दे अंदर नहीं है। जिन्हां दे अंदर संदेश हुंदा उन्हां दी जीवन गवाही करदा है, उन्हां दा जीवन गवाही दिंदा, जिन्हां दे अंदर खुदा दा संदेश आ। ते खुदा दा संदेश की आ? खुदा दा वचन। खुदा दा वचन ही खुदा दा संदेश है। ते जिहदे अंदर वचन है उहदे अंदर पवित्र आत्मा भी है, क्योंकि वचन की करदा आ? जीवन नूं बदल दिंदा है। जदों तुहाडे अंदर वचन काम करदा ते वो तुहाडे जीवन नूं बदल के रख दिंदा। लेकिन जदों तुसीं वचन तो भजदे हो ठोकर खा के, ओहो बड़ा औखा आ, असीं नहीं चल सकदे, उस समय साडे युग दा नबी कहंदा तुसीं न्याय दे विच अपने आप नूं खड़ा कर लैंदे हो, क्योंकि इस पुलपट तो जीवन निकलदा, इसे पुलपट तो न्याय भी निकलदा है। जिहड़े लोग कहंदे हाँ प्रभु ये वचन मेरे लिए सी, उन्हां लई ते वचन जीवन बन गया। लेकिन जिहड़े कहंदे नहीं नहीं असीं नहीं मनना इस संदेश नूं, असीं नहीं चल सकदे संदेश 'च, असीं आए क्यों इस संदेश 'च, उन्हां लई ये संदेश ये वचन मौत बन जाएगा। इस गल नूं हमेशा याद रखना। जो नूह ने प्रचार किया 120 साल, उही संदेश उसके परिवार के लिए ते नूह दे लिए जीवन बन गया। ते जिन्हां ने उस संदेश नूं नहीं मन्निया उन्हां लई वो संदेश की बन गया? मौत बन गया। उसे पानी द्वारा नूह ते उहदे परिवार नूं जीवन मिलिया, क्योंकि किश्ती पानी उपर तर रही सी, लेकिन ओही पानी लोकां दे लई मौत नूं लैके आ गया। यही संदेश जिन्हों अज लोग रद्ददे आ, लोकां दे लई मौत का कारण बनेगा। इस गल नूं हमेशा याद रखना। लेकिन जिहड़े लोग इस संदेश के अनुसार जीवन बतीत करते ते कहंदे आ प्रभु जी ये कल्ला कल्ला वचन मेरे लिए है, मैनू तेरे वचन की लोड़ आ, उन्हां लई ये संदेश जीवन है। ते इस करके खुदा दे लोग कादे तो खांदे आ? हमेशा जीवन दे वृक्ष तो खांदे आ। ते जीवन दा वृक्ष कौन आ? खुद प्रभु यीशु मसीह। लेकिन जिहड़े लोग अपनी सोच के अनुसार चलते आ, वो भले बुरे दे वृक्ष तो खा के फिर मारे जाते आ। जिहड़े लोग कहंदे ओहो
ਜੇ ਸੰਸਾਰ ਨਾਲ ਰਿਸ਼ਤਾ ਤੋੜਤਾ, ਰਿਸ਼ਤੇਦਾਰੀਆਂ ਨਾਲ ਰਿਸ਼ਤਾ ਤੋੜਤਾ, ਤੇ ਸਾਡਾ ਕਿੱਦਾਂ ਚੱਲੂਗਾ? ਜਦੋਂ ਤੁਹਾਡੇ ਅੰਦਰੋਂ ਪ੍ਰਾਣ ਨਿਕਲ ਗਏ ਫਿਰ ਵੀ ਤਾਂ ਚੱਲੂਗਾ ਹੀ, ਫਿਰ ਵੀ ਸਭ ਕੁਝ ਚੱਲੀ ਜਾਣਾ ਆ। ਕੋਈ ਕਿਸੇ ਨੂੰ ਬਚਾ ਨਹੀਂ ਸਕਦਾ। ਇਸ ਕਰਕੇ ਆਪਣੇ ਆਪਣੇ ਜੀਵਨ ਦੀ ਰਖਵਾਲੀ ਕਰੋ, ਕਿਉਂਕਿ ਖੁਦਾ ਦਾ ਵਚਨ ਕਹਿੰਦਾ ਪਹਿਲਾਂ ਤੂੰ ਆਪ ਬਚ ਫਿਰ ਤੇਰਾ ਘਰਾਣਾ ਵੀ ਬਚਾਇਆ ਜਾਵੇਗਾ। ਤੁਸੀਂ ਆਪ ਬਚੇ ਨਹੀਂ, ਲੋਕਾਂ ਦੀ ਪਰਵਾਹ ਤੁਹਾਨੂੰ ਪਹਿਲਾਂ ਹੀ ਆ। ਇਸ ਕਰਕੇ ਖੁਦਾ ਦਾ ਵਚਨ ਮਨਾਹੀ ਕਰਦਾ। ਇੱਕ ਮਸੀਹ ਭੈਣ ਭਾਈ ਗਲਤ ਲੋਕਾਂ ਦੇ ਨਾਲ ਸੰਗਤੀ ਨਹੀਂ ਕਰ ਸਕਦਾ। ਇੱਕ ਮਸੀਹ ਭੈਣ ਭਾਈ ਸ਼ਮਸ਼ਾਨ ਘਾਟਾਂ ਵਿੱਚ ਨਹੀਂ ਜਾ ਸਕਦਾ। ਇੱਕ ਮਸੀਹ ਭੈਣ ਭਾਈ ਭੋਗਾਂ ਦੇ ਵਿੱਚ ਨਹੀਂ ਜਾ ਸਕਦਾ, ਜਿੱਥੇ ਭੰਗੜੇ ਪੈਂਦੇ, ਡਾਂਸ ਹੁੰਦੇ ਆ, ਹਰਾਮਕਾਰੀਆਂ ਹੁੰਦੀਆਂ, ਉੱਥੇ ਇੱਕ ਮਸੀਹ ਭੈਣ ਭਾਈ ਨਹੀਂ ਜਾ ਸਕਦਾ। ਇਹ ਸਾਨੂੰ ਕੌਣ ਸਿਖਾਉਂਦਾ? ਖੁਦਾ ਦਾ ਵਚਨ ਸਾਨੂੰ ਸਿਖਾਉਂਦਾ। ਕਿਉਂਕਿ ਖੁਦਾ ਕਹਿੰਦਾ ਆ ਜੇ ਕੋਈ ਸੰਸਾਰ ਸੇ ਮਿੱਤਰਚਾਰਾ ਰੱਖੇਗਾ, ਖੁਦਾ ਦਾ ਵਚਨ ਸਾਨੂੰ ਦੱਸਦਾ ਜੇ ਕੋਈ ਸੰਸਾਰ ਦੇ ਨਾਲ ਮਿੱਤਰਚਾਰਾ ਰੱਖੇਗਾ ਉਹ ਮੇਰਾ ਵੈਰੀ ਆ। ਤੇ ਤੁਸੀਂ ਦੇਖ ਲਓ, ਜੇ ਕੋਈ ਸੰਸਾਰ ਦੇ ਨਾਲ ਮਿੱਤਰਚਾਰਾ ਰੱਖਦਾ ਤੇ ਖੁਦਾ ਦੇ ਨਾਲ ਦੁਸ਼ਮਣੀ ਲੈਂਦਾ, ਤੇ ਜਿਹੜਾ ਖੁਦਾ ਨਾਲ ਦੁਸ਼ਮਣੀ ਲਵੇਗਾ ਖੁਦਾ ਉਹਨੂੰ ਬਖਸ਼ੇਗਾ ਨਹੀਂ ਕਦੇ। ਇਸ ਗੱਲ ਨੂੰ ਹਮੇਸ਼ਾ ਯਾਦ ਰੱਖਣਾ। ਇਸ ਕਰਕੇ ਜਿੰਨੇ ਲੋਕ ਇਸ ਸੰਦੇਸ਼ 'ਚ ਆ ਗਏ ਸਭ ਫਸ ਗਏ ਆ, ਹੁਣ ਉਹ ਭੱਜ ਨਹੀਂ ਸਕਦੇ। ਜਾਂ ਤਾਂ ਤੁਹਾਨੂੰ ਮਰਨਾ ਪਵੇਗਾ ਇਸ ਸੰਸਾਰ ਤੋਂ, ਜਾਂ ਫਿਰ ਤੁਹਾਨੂੰ ਸੰਸਾਰ ਵਿੱਚ ਚੱਲਣਾ ਪਵੇਗਾ। ਦੋ ਹੀ ਕੰਮ ਹੋ ਸਕਦੇ ਆ। ਜਾਂ ਤਾਂ ਤੁਸੀਂ, ਕਿਉਂਕਿ ਏਲੀਆ ਨਬੀ ਨੇ ਕੀ ਕਿਹਾ ਸੀ? ਏਲੀਆ ਨਬੀ ਕਹਿੰਦਾ ਸੀ ਜਾਂ ਤਾਂ ਬਾਲ ਦੀ ਉਪਾਸਨਾ ਕਰੋ ਜਾਂ ਫਿਰ ਯਹੋਵਾ ਸੱਚੇ ਖੁਦਾ ਦੀ ਉਪਾਸਨਾ ਕਰੋ, ਜਿਹੜਾ ਅੱਗ ਦੇ ਨਾਲ ਜਵਾਬ ਦੇਵੇ ਉਸੇ ਦੀ ਉਪਾਸਨਾ ਕਰੋ। ਤੇ ਅੱਜ ਅੱਗ ਦੇ ਨਾਲ ਕਿਹਨੇ ਜਵਾਬ ਦਿੱਤਾ ਆ? ਸਾਡੇ ਪ੍ਰਭੂ ਯੀਸ਼ੂ ਮਸੀਹ ਨੇ ਅੱਜ ਅੱਗ ਦੇ ਨਾਲ ਜਵਾਬ ਦਿੱਤਾ। ਅੱਗ ਕੀ ਆ? ਅੱਗ ਉਹਦਾ ਪਵਿੱਤਰ ਆਤਮਾ ਹੈ, ਜੋ ਪੈਂਤੇਕੋਸਤ ਦੇ ਦਿਨ ਉਤਰਿਆ ਸੀਗਾ। ਤੇ ਉਹਨੇ ਕਿਹਾ ਸੀ ਜਦੋਂ ਪਵਿੱਤਰ ਆਤਮਾ ਆਵੇਗਾ ਮੇਰੀਆਂ ਕਈਆਂ ਹੋਈਆਂ ਗੱਲਾਂ ਤੁਹਾਨੂੰ ਸਿਖਾਵੇਗਾ। ਜੇ ਤੁਸੀਂ ਅੱਜ ਦਾਵਾ ਕਰਦੇ ਹੋ ਸਾਡੇ ਕੋਲ ਪਵਿੱਤਰ ਆਤਮਾ ਆ, ਤੇ ਤੁਹਾਡਾ ਜੀਵਨ ਵੀ ਫਿਰ ਉਦਾਂ ਦਾ ਹੋਣਾ ਚਾਹੀਦਾ ਜਿੱਦਾਂ ਬਾਈਬਲ ਬਿਆਨ ਕਰਦੀ ਆ। ਇੱਕ ਪਵਿੱਤਰ ਆਤਮਾ ਪਾਏ ਹੋਏ ਬੰਦੇ ਦਾ, ਭੈਣ ਭਾਈ ਦਾ ਜੀਵਨ ਹੁੰਦਾ, ਉਸੇ ਤਰ੍ਹਾਂ ਦਾ ਤੁਹਾਡਾ ਵੀ ਜੀਵਨ ਹੋਣਾ ਚਾਹੀਦਾ ਆ। ਠੀਕ ਹੈ ਨਾ? ਹੁਣ ਨਬੀ ਨੇ ਕਿਹਾ, ਲੋਕ ਕਿਵੇਂ ਆਖਦੇ ਹਨ ਕਿ ਮੈਂ ਔਰਤਾਂ ਨਾਲ ਨਫ਼ਰਤ ਕਰਨ ਵਾਲਾ ਹਾਂ। ਲੋਕ ਭਾਈ ਬ੍ਰਾਹਨਮ ਨੂੰ ਕਹਿੰਦੇ ਸੀ ਤੂੰ ਔਰਤਾਂ ਦੇ ਖਿਲਾਫ ਬੋਲਦਾ ਆ, ਤੂੰ ਔਰਤਾਂ ਦੇ ਨਾਲ ਨਫ਼ਰਤ ਕਰਦਾ ਆ। ਨਬੀ ਕਹਿੰਦਾ ਲੋਕ ਕਿਵੇਂ ਆਖਦੇ ਹਨ ਕਿ ਮੈਂ ਔਰਤਾਂ ਨਾਲ ਨਫ਼ਰਤ ਕਰਨ ਵਾਲਾ ਹਾਂ, ਇਹ ਗੱਲ ਸੱਚਾਈ ਤੋਂ ਬਹੁਤ ਦੂਰ ਹੈ। ਕਹਿੰਦਾ ਇਹ ਸੱਚਾਈ ਨਹੀਂ ਆ ਵੀ ਮੈਂ ਔਰਤਾਂ ਦੇ ਨਾਲ ਨਫ਼ਰਤ ਕਰਦਾ ਹਾਂ, ਮੈਂ ਇਸ ਤਰ੍ਹਾਂ ਨਹੀਂ ਕਰਦਾ। ਉਹ ਮੈਨੂੰ ਔਰਤਾਂ ਨਾਲ ਨਫ਼ਰਤ ਕਰਨ ਵਾਲਾ ਆਖਦੇ ਹਨ। ਭਾਈ ਬ੍ਰਾਹਨਮ ਕਹਿੰਦਾ ਲੋਕ ਮੈਨੂੰ ਔਰਤਾਂ ਦੇ ਨਾਲ ਨਫ਼ਰਤ ਕਰਨ ਵਾਲਾ, ਉਹ ਕਹਿੰਦੇ ਤੂੰ ਔਰਤਾਂ ਦੇ ਖਿਲਾਫ ਹੀ ਬੋਲੀ ਜਾਂਦਾ, ਔਰਤਾਂ ਦੇ ਖਿਲਾਫ ਹੀ ਪ੍ਰਚਾਰ ਕਰੀ ਜਾਂਦਾ। ਭਾਈ ਬ੍ਰਾਹਨਮ ਨੂੰ ਬੜੇ ਲੋਕ ਕਹਿੰਦੇ ਸੀ ਆ ਕੇ ਤੂੰ ਔਰਤਾਂ ਦੇ ਖਿਲਾਫ ਬੜਾ ਪ੍ਰਚਾਰ ਕਰਦਾ। ਯਾਦ ਰੱਖੋ, ਉਹਨਾਂ ਨੇ ਪੌਲੁਸ ਨੂੰ ਔਰਤਾਂ ਨਾਲ ਨਫ਼ਰਤ ਕਰਨ ਵਾਲਾ ਦੱਸਿਆ। ਇੱਕ ਮਹਿਲਾ ਪ੍ਰਚਾਰਕ ਨੇ ਜ਼ਿਆਦਾ ਸਮਾਂ ਨਹੀਂ ਹੋਇਆ ਮੈਨੂੰ ਕਿਹਾ ਉਹ ਤੁਸੀਂ ਤਾਂ ਬਸ ਉਸੇ ਬੁੱਢੇ ਪੌਲੁਸ ਵਰਗੇ ਹੋ ਜਿਸਨੇ ਬਸ ਇਹੋ ਹੀ ਕੰਮ ਕਰਨਾ ਹੁੰਦਾ ਸੀ, ਬਸ ਔਰਤਾਂ ਤੇ ਇੱਕ ਟਿੱਪਣੀ ਕਰੀ ਜਾਵੇ। ਕਿਸੇ ਔਰਤ ਨੇ ਭਾਈ ਬ੍ਰਾਹਨਮ ਨੂੰ ਕਿਹਾ ਵੀ ਸੰਤ ਪੌਲੁਸ ਵੀ ਇਦਾਂ ਦਾ ਸੀਗਾ, ਔਰਤਾਂ ਦੇ ਟਿੱਪਣੀ ਕਰਨ ਵਾਲਾ, ਤੇ ਤੁਸੀਂ ਵੀ ਔਰਤਾਂ ਦੇ ਟਿੱਪਣੀ ਕਰਨ ਵਾਲੇ ਹੋ। ਖੁਦਾ ਦਾ ਇੱਕ ਸੰਤ ਜਿਸ ਨੂੰ ਬਾਈਬਲ ਵਿੱਚ ਬਾਈਬਲ ਦਾ ਨਵਾਂ ਨਿਯਮ ਲਿਖਣ ਦਾ ਆਗਿਆ ਦਿੱਤੀ ਗਈ ਕਿ ਉਸ ਦੇ ਵਚਨਾਂ ਤੇ ਵਿਵਾਦ ਹੋਵੇ। ਉਸਨੇ ਕਿਹਾ ਜੇ ਸਵਰਗ ਤੋਂ ਕੋਈ ਦੂਤ ਵੀ ਉਸ ਤੋਂ ਵੱਖਰੀ ਗੱਲ ਸਿਖਾਵੇ ਜੋ ਮੈਂ ਆਖੀ ਹੈ ਉਹ ਸ਼ਾਪਿਤ ਹੋਵੇ। ਔਰਤ ਪ੍ਰਚਾਰਕਾਂ ਨੂੰ ਉਹਨਾਂ ਦੇ ਹਾਲ ਤੇ ਹੀ ਛੱਡ ਦਿਓ। ਸੰਤ ਪੌਲੁਸ ਨੇ ਕਿਹਾ ਸੀ ਜਿਹੜੀ ਸਿੱਖਿਆ ਮੈਂ ਤੁਹਾਨੂੰ ਦਿੱਤੀ ਆ, ਇਸ ਸਿੱਖਿਆ ਤੋਂ ਇਲਾਵਾ ਜੇ ਕੋਈ ਹੋਰ ਸਿੱਖਿਆ ਦਵੇ ਉਹ ਸ਼ਾਪਿਤ ਹੋਵੇ। ਉਹਨੇ ਕਿਹਾ ਸੀ ਔਰਤਾਂ ਪ੍ਰਚਾਰ ਨਹੀਂ ਕਰ ਸਕਦੀਆਂ, ਉਹ ਵੀ ਔਰਤਾਂ ਦੇ ਖਿਲਾਫ ਬੋਲਦਾ ਸੀਗਾ। ਠੀਕ ਹੈ ਨਾ? ਹੁਣ ਉਹਨੇ ਇਹ ਵੀ ਕਿਹਾ ਸੀ ਜੇ ਕੋਈ ਹੋਰ ਸਿੱਖਿਆ, ਜਿਹੜੀ ਸਿੱਖਿਆ ਮੈਂ ਤੁਹਾਨੂੰ ਦਿੱਤੀ ਹੈ, ਕੋਈ ਹੋਰ ਸਿੱਖਿਆ ਦੇਵੇ ਤਾਂ ਸ਼ਾਪਿਤ ਹੋਵੇ। ਤੇ ਅੱਜ ਤੁਸੀਂ ਵੇਖੋ ਜੇ ਔਰਤਾਂ ਵਚਨ ਤੋਂ ਬਾਹਰ ਕੰਮ ਕਰ ਰਹੀਆਂ ਆ, ਤੇ ਜਿਹੜੇ ਚਰਚ ਡਿਨੋਮੀਨੇਸ਼ਨ ਚਰਚਾਂ ਉਹਨਾਂ ਨੂੰ ਆਗਿਆ ਦਿੰਦੇ ਆ ਵੀ ਤੁਸੀਂ ਇਹ ਕੰਮ ਕਰ ਸਕਦੇ ਹੋ, ਮਨ ਸਾਫ਼ ਹੋਣਾ ਚਾਹੀਦਾ, ਉਹ ਸਭ ਦੇ ਸਭ ਸ਼ਾਪਿਤ ਆ। ਇਸ ਗੱਲ ਨੂੰ ਹਮੇਸ਼ਾ ਯਾਦ ਰੱਖਣਾ। ਤੇ ਖੁਦਾ ਇਹਨਾਂ ਸ਼ਾਪਿਤ ਲੋਕਾਂ ਨੂੰ ਕਦੇ ਬਖਸ਼ੇਗਾ ਨਹੀਂ। ਉਹਨਾਂ ਆਖਿਆ ਸੀ ਕਿ ਏਲੀਆ ਔਰਤਾਂ ਨਾਲ ਘਿਰਨਾ ਕਰਨ ਵਾਲਾ ਸੀ। ਲੋਕੀ ਕਹਿੰਦੇ ਸੀ ਵੀ ਜਿਹੜਾ ਏਲੀਆ ਸੀ ਉਹ ਵੀ ਔਰਤਾਂ ਦੇ ਨਾਲ ਘਿਰਨਾ ਕਰਦਾ ਸੀਗਾ, ਉਹਨੇ ਇਜ਼ਬਲ ਦੇ ਨਾਲ ਘਿਰਨਾ ਕੀਤੀ ਹੈ। ਉਹ ਸੱਚੀਆਂ ਔਰਤਾਂ ਨਾਲ ਨਫ਼ਰਤ ਕਰਨ ਵਾਲਾ ਨਹੀਂ ਸੀ। ਹੁਣ ਸਾਡੇ ਯੁੱਗ ਦੇ ਨਬੀ ਕਹਿ ਰਿਹਾ ਸੱਚੀਆਂ ਔਰਤਾਂ ਖੁਦਾ ਦੀਆਂ ਬੇਟੀਆਂ ਦੇ ਨਾਲ ਕਦੇ ਉਹਦੇ ਲੋਕ ਨਫ਼ਰਤ ਨਹੀਂ ਕਰਦੇ, ਕਿਉਂਕਿ ਖੁਦਾ ਦੀ ਬੇਟੀਆਂ ਗੁਣਾਂ ਦੇ ਨਾਲ ਭਰੀਆਂ ਹੁੰਦੀਆਂ ਨੇ। ਠੀਕ ਹੈ ਨਾ?
ਦੁਲਹਨ ਵੀ ਇੱਕ ਔਰਤ ਹੈ ਜਿਸ ਨੂੰ ਯਿਸੂ ਮਸੀਹ ਲੈਣ ਆ ਰਿਹਾ ਹੈ, ਤੇ ਉਹ ਕਾਹਦੇ ਨਾਲ ਭਰੀ ਹੋਈ ਆ? ਗੁਣਾਂ ਦੇ ਨਾਲ ਭਰੀ ਹੋਈ ਆ। ਗੁਣਾਂ ਦੇ ਨਾਲ ਭਰੀ ਹੋਈ ਦੁਲਹਨ ਨੂੰ ਉਹਨੇ ਲੈ ਕੇ ਜਾਣਾ ਆ। ਠੀਕ ਹੈ, ਉਹ ਤਾਂ ਬਸ ਉਹਨਾਂ ਇਜਬਲਾਂ ਨੂੰ ਪਸੰਦ ਨਹੀਂ ਕਰਦਾ ਸੀ। ਏਲੀਆ ਕਿਹਨੂੰ ਨਹੀਂ ਸੀ ਪਸੰਦ ਕਰਦਾ? ਇਜਬਲਾਂ ਨੂੰ ਪਸੰਦ ਨਹੀਂ ਸੀ ਕਰਦਾ, ਉਸ ਇਜਬਲ ਨੂੰ ਪਸੰਦ ਨਹੀਂ ਸੀ ਕਰਦਾ। ਅੱਜ ਵੀ ਲੋਕ ਕਹਿ ਦਿੰਦੇ ਆ ਸੰਦੇਸ਼ ਦੇ ਵਿੱਚ, ਜਿਹੜੇ ਸੰਦੇਸ਼ ਦੇ ਪਾਸਟਰ ਉਹ ਔਰਤਾਂ ਨੂੰ ਬੜਾ ਬੋਲਦੇ ਆ। ਉਹ ਖੁਦਾ ਦੇ ਲੋਕ ਕਦੇ ਔਰਤਾਂ ਨਾਲ ਨਫ਼ਰਤ ਨਹੀਂ ਕਰਦੇ। ਠੀਕ ਹੈ, ਲੇਕਿਨ ਉਹਨਾਂ ਗਲਤ ਚੀਜ਼ਾਂ ਦੇ ਨਾਲ ਨਫ਼ਰਤ ਕਰਦੇ ਆ ਜੋ ਸ਼ੈਤਾਨ ਦੇ ਦੁਆਰਾ ਔਰਤਾਂ ਦੇ ਅੰਦਰ ਭੇਜ ਦਿੱਤੀਆਂ ਜਾਂਦੀਆਂ ਨੇ। ਠੀਕ ਹੈ, ਤੁਸੀਂ ਵੇਖੋ ਇੱਕ ਖੁਦਾ ਦੀ ਬੇਟੀ ਬੜੇ ਸਿੰਪਲ ਸਧਾਰਨ ਕੱਪੜੇ ਪਾ ਕੇ ਚਰਚ ਵਿੱਚ ਆਉਂਦੀ ਆ, ਤੇ ਇੱਕ ਆਪਣੇ ਆਪ ਨੂੰ ਖੁਦਾ ਦੀ ਬੇਟੀ ਕਹਿਣ ਵਾਲੀ ਚਰਚ 'ਚ ਜੀਨ ਦੀ ਪੈਂਟਾ ਪਾ ਕੇ ਬਹਿ ਜਾਂਦੀ ਆ, ਕਿਲੋ ਲਿਪਸਟਿਕ ਲਗਾ ਕੇ ਬਹਿ ਜਾਂਦੀ ਆ। ਇਹਦਾ ਮਤਲਬ ਕੁਛ ਨਾ ਕੁਛ ਤਾਂ ਗੜਬੜੀ ਹੈ। ਭਾਈ ਬ੍ਰੈਨਮ ਨੇ ਕਿਹਾ ਇਹ ਕਿੱਦਾਂ ਹੋ ਸਕਦਾ ਵੀ ਪਵਿੱਤਰ ਆਤਮਾ ਇੱਕ ਦੇ ਨਾਲ ਚੰਗਾ ਵਿਵਹਾਰ ਕਰੇ ਤੇ ਦੂਜੇ ਨਾਲ ਮਾੜਾ ਵਿਵਹਾਰ ਕਰੇ। ਜੇ ਪਵਿੱਤਰ ਆਤਮਾ ਇੱਕ ਆਪਣੀ ਬੇਟੀ ਨੂੰ ਦੱਸਦਾ, ਇੱਕ ਆਪਣੇ ਪੁੱਤਰ ਨੂੰ ਦੱਸਦਾ ਵੀ ਤੇਰਾ ਜੀਵਨ ਇਦਾਂ ਦਾ ਹੋਣਾ ਚਾਹੀਦਾ, ਤੇਰੇ ਕੱਪੜੇ ਇਦਾਂ ਦੇ ਹੋਣੇ ਚਾਹੀਦੇ, ਤੇ ਜਿਹੜੀ ਦੂਜੀ ਦਾਵਾਕਾਰੀ ਜਿਹਨੇ ਪੈਂਟ ਪਾਈ ਆ ਉਹਨੂੰ ਨਹੀਂ ਕਹੂਗਾ ਜਾ ਕੇ ਵੀ ਤੇਰਾ ਜੀਵਨ ਇਦਾਂ ਦਾ ਹੋਣਾ ਚਾਹੀਦਾ ਹੈ। ਇਸ ਕਰਕੇ ਤੁਸੀਂ ਦੇਖੋ ਆਪਣੀ ਹੀ ਸਿੱਖਿਆ ਦੇ ਵਿੱਚ ਲੋਕ ਰਲੇ ਹੋਏ ਆ। ਜੋ ਸਿੱਖਿਆ ਉਹਨਾਂ ਨੇ ਆਪਣੀ ਬਣਾ ਲਈ, ਆਪਣੇ ਮਤ ਸਿਧਾਂਤ ਬਣਾ ਲਏ, ਉੱਤੇ ਹੀ ਤੁਰੀ ਜਾਂਦੇ ਆ। ਇਸ ਕਰਕੇ ਆਪਣੇ ਮਸੀਹ ਜੀਵਨ ਨੂੰ ਚੈੱਕ ਕਰੋ। ਠੀਕ ਆ, ਜੇ ਤੁਸੀਂ ਇੱਕ ਭਾਈ ਹੋ, ਤੁਸੀਂ ਆਪਣੇ ਇੱਕ ਜੀਵਨ ਨੂੰ ਚੈੱਕ ਕਰੋ। ਇੱਕ ਭਾਈ ਦਾ ਜੀਵਨ ਬਾਈਬਲ ਵਿੱਚ ਕਿੱਦਾਂ ਦਾ ਹੋਣਾ ਚਾਹੀਦਾ, ਤੁਹਾਡਾ ਜੀਵਨ ਕਿੱਦਾਂ। ਜੇ ਤੁਸੀਂ ਇੱਕ ਭੈਣ ਹੋ, ਤੁਸੀਂ ਆਪਣੇ ਜੀਵਨ ਨੂੰ ਚੈੱਕ ਕਰੋ, ਤੁਹਾਡਾ ਜੀਵਨ ਵਚਨ ਦੇ ਅਨੁਸਾਰ ਹੈ ਜਾਂ ਨਹੀਂ ਹੈ। ਕਿਉਂਕਿ ਮੈਂ ਤੁਹਾਨੂੰ ਖਾਸ ਕਰਕੇ ਕਿਹਾ, ਭਾਈ ਬ੍ਰੈਨਮ ਨੇ ਕਿਹਾ, ਮੈਂ ਨਹੀਂ ਕਿਹਾ। ਜਦੋਂ ਮੈਂ ਕਹੂੰਗਾ ਤਾਂ ਤੁਸੀਂ ਗੱਲ ਨੂੰ ਮੰਨਣਾ ਨਹੀਂ ਆ, ਲੇਕਿਨ ਜੇ ਸਾਡਾ ਯੁੱਗ ਦਾ ਨਬੀ ਕਹਿੰਦਾ ਤਾਂ ਤੁਹਾਨੂੰ ਉਸ ਗੱਲ ਨੂੰ ਮੰਨਣਾ ਪੈਣਾ। ਸਾਡੇ ਯੁੱਗ ਦੇ ਨਬੀ ਨੇ ਕਿਹਾ 100 ਦੇ ਵਿੱਚੋਂ 95% ਜਿਹੜੇ ਗਲਤ ਕੰਮ ਹੁੰਦੇ ਆ ਔਰਤਾਂ ਦੁਆਰਾ ਹੁੰਦੇ ਆ। ਜਿਹੜਾ ਪਾਪ ਆ ਔਰਤਾਂ ਦੁਆਰਾ ਫੈਲ ਰਿਹਾ, ਔਰਤਾਂ ਨੂੰ ਸ਼ੈਤਾਨ ਇਸਤੇਮਾਲ ਕਰ ਰਿਹਾ। ਤੁਸੀਂ ਦੇਖਿਓ ਔਰਤਾਂ ਦੀ ਕਈਆਂ ਦੀ ਲੈਂਗੁਏਜ ਕਿੱਦਾਂ ਦੀ ਹੁੰਦੀ ਆਪਣੇ ਪਤੀ ਨੂੰ ਬੋਲਣ ਦੀ, ਤੂੰ ਤੜਾਕੇ ਨਾਲ। ਇੱਕ ਔਰਤ ਖੁਦਾ ਦੀ ਡਰ ਦੇ ਵਿੱਚ ਹੁੰਦੀ, ਕਿੱਦਾਂ ਆਪਣੇ ਪਤੀ ਨੂੰ ਬੋਲਦੀ ਆ, ਸਵਾਮੀ ਜੀ ਕਰਕੇ ਬੋਲਦੀ ਆ। ਲੇਕਿਨ ਇੱਕ ਵਿਗੜੀ ਹੋਈ ਔਰਤ ਕੀ ਕਹੂਗੀ? ਇੱਧਰ ਆ ਤੈਨੂੰ ਦੱਸਾਂ। ਔਰਤਾਂ ਹੀ ਆ, ਔਰਤਾਂ ਅੰਦਰ ਸੁਭਾਅ ਕਿੱਦਾਂ ਦੇ ਆ ਕਿ ਕਈਆਂ ਦੇ ਅੰਦਰ ਸ਼ੈਤਾਨੀ ਸੁਭਾਅ ਚਲੇ ਜਾਂਦਾ ਹੈ। ਠੀਕ ਹੈ, ਕਿਉਂਕਿ ਖੁਦਾ ਦਾ ਵਚਨ ਅੰਦਰ ਨਹੀਂ ਹੁੰਦਾ। ਕੁਝ ਔਰਤਾਂ ਹੁੰਦੀਆਂ ਜਿਹੜੀ ਚਰਚਾਂ ਵਿੱਚ ਆ ਕੇ ਕਹਿੰਦੀਆਂ ਪ੍ਰਭੂ ਅੱਜ ਦਾ ਵਚਨ ਮੇਰੇ ਲਈ ਸੀ, ਤੇ ਕੁਝ ਔਰਤਾਂ ਕਹਿੰਦੀਆਂ ਅਸੀਂ ਨਹੀਂ ਮੰਨਦੇ ਇਹੋ ਜਿਹੇ ਪ੍ਰਚਾਰਕ ਨੂੰ, ਅਸੀਂ ਤੇ ਆਪਣੀ ਮਰਜ਼ੀ ਕਰਨੀ ਹੈ। ਗੱਲ ਤੇ ਸਵਾਰੀ ਇਹੀ ਆ ਵੀ ਕਿਹੜਾ ਬੰਦਾ ਵਚਨ ਤੇ ਚੱਲਦਾ ਤੇ ਕਿਹੜਾ ਨਹੀਂ ਚੱਲਦਾ। ਤੁਹਾਡੇ ਗੁਣਾਂ ਦੇ ਦੁਆਰਾ ਪਤਾ ਲੱਗ ਜਾਣਾ, ਤੁਹਾਡੇ ਕੰਮਾਂ ਦੁਆਰਾ ਪਤਾ ਲੱਗ ਜਾਣਾ। ਕਿਉਂਕਿ ਬਾਈਬਲ ਦੇ ਵਿੱਚ ਲਿਖਿਆ ਆ ਤੁਸੀਂ ਆਪਣੇ ਫਲਾਂ ਦੇ ਦੁਆਰਾ ਜਾਣੇ ਜਾਂਦੇ ਹੋ। ਤੁਹਾਨੂੰ ਕਿੱਦਾਂ ਦੇ ਫਲ ਲੱਗ ਰਹੇ ਆ। ਜੇ ਤੁਸੀਂ ਮਸੀਹ ਜੀਵਨ ਜੀ ਰਹੇ ਹੋ, ਤੁਹਾਡੇ ਜੀਵਨ 'ਚ ਖੁਦਾ ਦੇ ਲਈ ਆਗਿਆਕਾਰੀ ਨਹੀਂ ਆ, ਤੇ ਤੁਹਾਡਾ ਜੀਵਨ ਵੀ ਫਿਰ ਥੋਥਾ ਆ। ਫਿਰ ਤੁਸੀਂ ਇੱਕ ਥੋਥਾ ਜੀਵਨ ਜੀ ਰਹੇ ਹੋ ਜਿਹਦਾ ਕੀ ਆ ਤੁਹਾਨੂੰ ਕੋਈ ਵੀ ਲਾਭ ਨਹੀਂ ਹੋਣਾ। ਤੁਹਾਨੂੰ ਕੋਈ ਉਸ ਜੀਵਨ ਦਾ ਲਾਭ ਨਹੀਂ ਹੋਣਾ ਜੇ ਤੁਹਾਡੇ ਜੀਵਨ ਦੇ ਵਿੱਚ ਖੁਦਾ ਦੇ ਲਈ ਪ੍ਰੇਮ ਨਹੀਂ ਆ, ਤੁਹਾਡੇ ਅੰਦਰ ਰੱਬੀ ਪਿਆਰ ਨਹੀਂ ਆ। ਇੱਕ ਵਾਰੀ ਭਾਈ ਬ੍ਰੈਨਮ, ਮੈਂ ਤੁਹਾਨੂੰ ਦੱਸਣ ਜਾ ਰਿਹਾ, ਭਾਈ ਬ੍ਰੈਨਮ ਇੱਕ ਵਾਰ ਡਿਵੈਂਸ਼ਨ ਦੇ ਵਿੱਚ ਗਿਆ। ਉੱਥੇ ਉਹਦੀ ਪਤਨੀ ਸੀ, ਉਹਦੀ ਬੇਟੀ, ਬੜੇ ਲੋਕ ਉਹਨੂੰ ਮਿਲੇ। ਠੀਕ ਆ, ਬੜੇ ਲੋਕ ਉਹਨੂੰ ਮਿਲੇ ਉਸ ਜਗ੍ਹਾ ਦੇ ਵਿੱਚ। ਤੇ ਇੱਕ ਦੂਤ ਨੇ ਆ ਕੇ ਕਿਹਾ ਵੀ ਕੋਈ ਵੀ ਇਸ ਜਗ੍ਹਾ ਦੇ ਵਿੱਚ ਰੱਬੀ ਪਿਆਰ ਤੋਂ ਬਿਨਾਂ ਨਹੀਂ ਆ ਸਕਦਾ। ਭਾਈ ਬ੍ਰੈਨਮ ਨੇ, ਇੱਕ ਦੂਤ ਨੇ ਉਸ ਜਗ੍ਹਾ ਦੇ ਵਿੱਚ ਕਿਹਾ। ਜਦੋਂ ਭਾਈ ਬ੍ਰੈਨਮ ਡਿਵੈਂਸ਼ਨ ਦੇ ਵਿੱਚ ਗਿਆ ਜਿੱਥੇ ਸਾਰੇ ਉਹ ਲੋਕ ਰਹਿ ਰਹੇ ਸੀਗੇ, ਤੇ ਦੂਤ ਆ ਕੇ ਉਹਨੂੰ ਕੀ ਕਹਿੰਦਾ, ਕੋਈ ਵੀ ਬੰਦਾ ਇੱਥੇ ਰੱਬੀ ਪਿਆਰ ਤੋਂ ਬਿਨਾਂ ਨਹੀਂ ਆ ਸਕਦਾ। ਜੇ ਤੁਹਾਡੇ ਅੰਦਰ ਰੱਬੀ ਪਿਆਰ ਨਹੀਂ ਆ, ਤੁਸੀਂ ਕਦੇ ਵੀ ਖੁਦਾ ਦੇ ਕੋਲ ਨਹੀਂ ਜਾ ਸਕਦੇ। ਇਸ ਗੱਲ ਨੂੰ ਹਮੇਸ਼ਾ ਯਾਦ ਰੱਖਣਾ। ਹੋ ਸਕਦਾ ਤੁਸੀਂ ਚਰਚ ਵਿੱਚ ਆਉਂਦੇ ਹੋ, ਦਸ਼ਮਾਸ਼ ਦਿੰਦੇ ਹੋ, ਤੁਸੀਂ ਬੈਪਟਾਈਜ਼ ਲਿਆ ਹੋਵੇ, ਲੇਕਿਨ ਤੁਹਾਡੇ ਅੰਦਰ ਰੱਬੀ ਪਿਆਰ ਹੀ ਨਾ ਹੋਵੇ। ਤੇ ਰੱਬੀ ਪਿਆਰ ਆਣਾ ਕਿੱਥੋਂ ਆ? ਜਦੋਂ ਤੁਹਾਡੇ ਅੰਦਰ ਪਵਿੱਤਰ ਆਤਮਾ ਕੰਮ ਕਰੇਗਾ, ਉਦੋਂ ਹੀ ਤੁਹਾਡੇ ਅੰਦਰ ਰੱਬੀ ਪਿਆਰ ਆਵੇਗਾ। ਬਿਨਾਂ ਪਵਿੱਤਰ ਆਤਮਾ ਤੋਂ ਰੱਬੀ ਪਿਆਰ ਵੀ ਤੁਹਾਡੇ ਅੰਦਰ ਨਹੀਂ ਆਣਾ। ਤੁਸੀਂ ਕਹਿਣਾ ਮੈਂ ਕੀ ਲੈਣਾ, ਪਾਸਟਰ ਜਾਣੇ, ਚਰਚ ਦੇ ਕੰਮ ਕਿੱਦਾਂ ਹੋਣੇ, ਮੈਨੂੰ ਕੋਈ ਮਤਲਬ ਨਹੀਂ ਹੈ। ਮੈਂ ਕੀ ਲੈਣਾ ਜਾਣਾ, ਮੈਂ ਸੰਡੇ ਚਰਚ ਜਾਣਾ, ਚਰਚ ਜਾਂਦੀ, ਮੈਨੂੰ ਕੋਈ ਮਤਲਬ ਨਹੀਂ ਹੈ। ਮੈਂ ਆਪਣੀ ਡਿਊਟੀ ਪੂਰੀ ਕਰਕੇ ਆ ਜਾਂਦੀ ਹੈ। ਜੇ ਤੁਹਾਡੇ ਅੰਦਰ ਰੱਬੀ ਪਿਆਰ ਆ ਤਾਂ ਤੁਸੀਂ ਸੇਵਕ ਦੇ ਕੋਲ ਜਾ ਕੇ ਕਹੋਗੇ ਦੱਸ ਕਿਹੜੇ ਤੇਰੇ ਚਰਚ ਦੇ ਕੰਮ ਰੁਕੇ ਹੋਏ ਆ, ਅਸੀਂ ਕਰਾਂਗੇ। ਤੁਹਾਡੇ ਅੰਦਰ ਰੱਬੀ ਪਿਆਰ ਹੋਣਾ ਚਾਹੀਦਾ ਹੈ। ਠੀਕ ਹੈ, ਅੱਜ ਲੋਕਾਂ ਦੇ ਅੰਦਰ ਰੱਬੀ ਪਿਆਰ ਨਹੀਂ, ਲੇਕਿਨ ਲੋਕ ਆਸ ਕੀ ਰੱਖਦੇ ਆ ਵੀ ਅਸੀਂ ਖੁਦਾ ਦੇ ਕੋਲ ਚਲ ਜਾਈਏ,
ਬਿਨਾਂ ਕੁਝ ਕੀਤੇ, ਬਿਨਾਂ ਕੋਈ ਕੀਮਤ ਚੁਕਾਏ ਤੁਹਾਨੂੰ ਆਪਣਾ ਜੀਵਨ ਸਮਰਪਿਤ ਕਰਨਾ ਪੈਣਾ ਜੇ ਤੁਸੀਂ ਖੁਦਾ ਦੇ ਰਾਜ ਦੇ ਵਿੱਚ ਜਾਣਾ ਚਾਹੁੰਦੇ ਹੋ। ਤੁਹਾਡੇ ਅੰਦਰ ਰੱਬੀ ਪਿਆਰ ਹੋਣਾ ਚਾਹੀਦਾ ਹੈ। ਇਸ ਗੱਲ ਨੂੰ ਹਮੇਸ਼ਾ ਯਾਦ ਰੱਖਣਾ, ਜਿਹਦੇ ਅੰਦਰ ਰੱਬੀ ਪਿਆਰ ਨਹੀਂ, ਉਹ ਬੰਦਾ ਆਪਣੇ ਆਪ ਨੂੰ ਧੋਖਾ ਦੇ ਰਿਹਾ ਹੈ। ਉਹ ਭੈਣ ਭਾਈ ਆਪਣੇ ਆਪ ਨੂੰ ਕੀ ਕਰ ਰਿਹਾ? ਧੋਖਾ ਦੇ ਰਿਹਾ। ਕਿਉਂਕਿ ਦੂਤ ਨੇ ਨਬੀ ਨੂੰ ਕਿਹਾ ਸੀ, ਰੱਬੀ ਪਿਆਰ ਤੋਂ ਬਿਨਾਂ ਕੋਈ ਵੀ ਸਥਾਨ ਦੇ ਵਿੱਚ ਨਹੀਂ ਆ ਸਕਦਾ ਜਿੱਥੇ ਤੂੰ ਆਇਆ ਹੈ। ਇਸ ਕਰਕੇ ਤੁਹਾਡੇ ਅੰਦਰ ਰੱਬੀ ਪਿਆਰ ਦਾ ਹੋਣਾ ਬਹੁਤ ਜ਼ਰੂਰੀ ਹੈ। ਤੇ ਰੱਬੀ ਪਿਆਰ ਆਵੇਗਾ ਕਦੋਂ? ਜਦੋਂ ਤੁਸੀਂ ਪਵਿੱਤਰ ਆਤਮਾ ਦੀ ਮੰਗ ਕਰੋਗੇ। ਤੁਸੀਂ ਕਹੋਗੇ ਪ੍ਰਭੂ ਜੀ ਤੇਰਾ ਪਵਿੱਤਰ ਆਤਮਾ ਮੇਰੇ ਅੰਦਰ ਆਵੇ। ਤੁਹਾਨੂੰ ਪਤਾ ਉਹੀ ਪਤਰਸ ਜਿਨੇ ਕੁੱਕੜ ਦੇ ਬਾਂਗ ਦੇਣ ਤੋਂ ਪਹਿਲਾਂ 3 ਵਾਰੀ ਯੀਸ਼ੂ ਮਸੀਹ ਦਾ ਇਨਕਾਰ ਕੀਤਾ। ਜਦੋਂ ਯੀਸ਼ੂ ਮਸੀਹ ਕਹਿੰਦਾ ਸੀਗਾ, ਯੀਸ਼ੂ ਮਸੀਹ ਨੂੰ ਕਹਿੰਦਾ ਸੀ ਮੈਂ ਤੈਨੂੰ ਕਦੇ ਨਹੀਂ ਛੱਡੂੰਗਾ, ਤੇ ਯੀਸ਼ੂ ਮਸੀਹ ਕਹਿੰਦਾ ਸੀ ਤੂੰ ਕੁੱਕੜ ਦੇ ਬਾਂਗ ਦੇਣ ਤੋਂ ਪਹਿਲਾਂ 3 ਵਾਰੀ ਮੇਰਾ ਇਨਕਾਰ ਕਰੇਗਾ। ਉਦੋਂ ਉਹਦੇ ਅੰਦਰ ਪਵਿੱਤਰ ਆਤਮਾ ਨਹੀਂ ਸੀ। ਬੜੇ ਦਾਅਵੇ ਉਹਨੇ ਕੀਤੇ ਪ੍ਰਭੂ ਦੇ ਨਾਲ ਰਹਿਣ ਦੇ, ਮੈਂ ਤੇਰੇ ਨਾਲ ਰਵਾਂਗਾ, ਮੈਂ ਤੈਨੂੰ ਕਦੇ ਨਹੀਂ ਛੱਡੂੰਗਾ, ਏਦਾਂ ਉਦਾਂ। ਲੇਕਿਨ ਜਦੋਂ ਪ੍ਰੀਖਿਆ ਆਈ ਤੇ ਉਹ ਮੁੱਕਰ ਗਿਆ। ਉਹ ਕਹਿੰਦਾ ਮੈਂ ਨਹੀਂ ਜਾਣਦਾ ਇਹਨੂੰ। ਲੇਕਿਨ ਜਦੋਂ ਪੈਂਤੇਕੋਸਤ ਦੇ ਦਿਨ ਪਵਿੱਤਰ ਆਤਮਾ ਆਇਆ ਤੇ ਉਹ ਰੱਬੀ ਪਿਆਰ ਵੀ ਪਤਰਸ ਹੁਣਾਂ ਦੇ ਅੰਦਰ ਚਲਾ ਗਿਆ ਤੇ ਉਹਨਾਂ ਨੇ ਕੀ ਕੀਤਾ? ਫਿਰ ਕੋੜੇ ਖਾਦੇ ਪ੍ਰਭੂ ਦੇ ਲਈ। ਪਹਿਲਾਂ ਪ੍ਰਭੂ ਨਾਲ ਸੀ ਤੇ ਮੁੱਕਰ ਗਿਆ, ਲੇਕਿਨ ਜਦੋਂ ਪ੍ਰਭੂ ਦ੍ਰਿਸ਼ ਤੋਂ ਚਲਾ ਗਿਆ ਤੇ ਪਵਿੱਤਰ ਆਤਮਾ ਦੇ ਰੂਪ 'ਚ ਉਹਨਾਂ ਦੇ ਅੰਦਰ ਆ ਗਿਆ ਤੇ ਉਦੋਂ ਉਹੀ ਪਤਰਸ ਕਹਿੰਦਾ ਮੈਨੂੰ ਪੁੱਠੀ ਸਲੀਬ ਦਿੱਤੀ ਜਾਵੇ। ਕਿਉਂ? ਕਿਉਂਕਿ ਰੱਬੀ ਪਿਆਰ ਉਹਦੇ ਅੰਦਰ ਸੀ। ਅੱਜ ਤੁਸੀਂ ਦੇਖੋ ਬਹੁਤ ਲੋਕ ਸੰਦੇਸ਼ ਦੇ ਚਰਚਾਂ ਵਿੱਚ ਜਾ ਰਹੇ, ਲੇਕਿਨ ਲੋਕਾਂ ਦੇ ਜੀਵਨ ਚੈੱਕ ਕਰੋ, ਰੱਬੀ ਪਿਆਰ ਹੈ ਹੀ ਨਹੀਂ। ਖੁਦਾ ਦੇ ਲਈ ਕੋਈ ਇਹੋ ਜਿਹਾ ਅੰਦਰ ਉਮੜਦਾ ਹੀ ਨਹੀਂ ਵੀ ਖੁਦਾ ਦੇ ਕੁਝ ਕੰਮ ਕਰੀਏ, ਕੁਝ ਰੂਹਾਂ ਨੂੰ ਜਿੱਤੀਏ, ਆਪਣਾ ਜੀਵਨ ਵਧੀਆ ਕਰੀਏ ਤਾਂ ਕਿ ਲੋਕਾਂ ਦੇ ਅੱਗੇ ਤੁਸੀਂ ਨਮੂਨਾ ਬਣ ਸਕੋ। ਤੁਹਾਡਾ ਜੀਵਨ ਨਮੂਨਾ ਹੀ ਨਹੀਂ ਆ ਕਿਉਂਕਿ ਤੁਹਾਡੇ ਅੰਦਰ ਰੱਬੀ ਪਿਆਰ ਹੈ ਹੀ ਨਹੀਂ। ਤੁਹਾਨੂੰ ਤਾਂ ਚਿੰਤਾ ਆ ਉਹਨਾਂ ਕਬਰਾਂ ਵਿੱਚ ਪਏ ਹੋਏ ਲੋਕਾਂ ਦੀ, ਉਹਨੂੰ ਮੈਂ ਛੱਡਦਾ ਕੀ ਬਣੂ, ਇਹਨੂੰ ਮੈਂ ਛੱਡਦਾ ਕੀ ਬਣੂ। ਫਿਰ ਜੇ ਤੁਹਾਡੇ ਨਟ ਬੁੱੜ ਧਰਤੀ ਦੇ ਨਾਲ ਜੁੜੇ ਆ ਤੇ ਭੁੱਲ ਜਾਵੋ ਵੀ ਤੁਸੀਂ ਖੁਦਾ ਦੇ ਰਾਜ ਵਿੱਚ ਕਦੇ ਪ੍ਰਵੇਸ਼ ਕਰੋਗੇ। ਕਿਉਂਕਿ ਬਾਈਬਲ ਬਿਆਨ ਕਰਦੀ ਹੈ ਡਰਪੋਕ, ਮੂਰਤੀ ਪੂਜਕ, ਖੂਨੀ, ਘਿਨੌਣੇ, ਹਰਾਮਕਾਰ ਖੁਦਾ ਦੇ ਰਾਜ ਵਿੱਚ ਪ੍ਰਵੇਸ਼ ਨਹੀਂ ਕਰਨਗੇ। ਡਰਾਕਲ ਵੀ ਖੁਦਾ ਦੇ ਰਾਜ 'ਚ ਪ੍ਰਵੇਸ਼ ਨਹੀਂ ਕਰਨਗੇ। ਇਸ ਕਰਕੇ ਖੁਦਾ ਦੇ ਲੋਕ ਦਲੇਰ ਹੁੰਦੇ ਆ, ਜੋ ਖੁਦਾ ਕਹਿੰਦਾ ਉਸੇ ਤਰ੍ਹਾਂ ਕਰਦੇ ਆ। ਕਿਉਂਕਿ ਬੰਦਾ ਆਪਣੇ ਆਪ ਤੋਂ ਕੁਝ ਨਹੀਂ ਕਰ ਸਕਦਾ, ਜੋ ਕੁਝ ਕਰਾਂਦਾ ਖੁਦਾ ਦਾ ਪਵਿੱਤਰ ਆਤਮਾ ਕਰਾਂਦਾ। ਉਹੀ ਪਤਰਸ ਜਿਹੜਾ ਡਰ ਗਿਆ ਸੀ ਜਦੋਂ ਯੀਸ਼ੂ ਮਸੀਹ ਨੂੰ ਕੁੱਟ ਪੈ ਰਹੀ ਸੀ, ਉਹੀ ਪਤਰਸ ਜਦੋਂ ਉਹਦੇ ਅੰਦਰ ਪਵਿੱਤਰ ਆਤਮਾ ਆਇਆ, ਉਸੇ ਪਤਰਸ ਨੇ ਉਹਦੀ ਵਡਿਆਈ ਕੀਤੀ। ਫਿਰ ਉਹ ਡਰਾਕਲ ਨਹੀਂ ਰਿਹਾ, ਉਹ ਖੁਦਾ ਦਾ ਪਵਿੱਤਰ ਆਤਮਾ ਪਾਇਆ ਹੋਇਆ ਇੱਕ ਜਨ ਬਣ ਗਿਆ ਸੀ, ਇੱਕ ਮਨੁੱਖ ਬਣ ਗਿਆ ਸੀ। ਪਤਰਸ ਦੇਹਧਾਰੀ ਖੁਦਾ ਬਣ ਗਿਆ ਸੀ। ਇਸ ਕਰਕੇ ਜਦੋਂ ਤੁਸੀਂ ਦੇਹਧਾਰੀ ਖੁਦਾ ਬਣ ਜਾਓਗੇ ਫਿਰ ਤੁਹਾਨੂੰ ਡਰਨ ਦੀ ਲੋੜ ਨਹੀਂ ਹੈ ਕਿਸੇ ਤੋਂ ਵੀ ਮੈਂ ਉਹਨੂੰ ਕੀ ਜਵਾਬ ਦੇਣਾ, ਇਹਨੂੰ ਕੀ ਜਵਾਬ ਦੇਣਾ। ਜੋ ਜਵਾਬ ਦੇਵੇਗਾ ਖੁਦ ਪਵਿੱਤਰ ਆਤਮਾ ਦੇਵੇਗਾ। ਇਸ ਗੱਲ ਨੂੰ ਹਮੇਸ਼ਾ ਯਾਦ ਰੱਖਣਾ। ਇਸ ਕਰਕੇ ਭਾਈ ਬ੍ਰਾਹਨਮ ਨੇ ਕਿਹਾ ਆ ਪਵਿੱਤਰ ਆਤਮਾ ਪਾਏ ਹੋਏ ਲੋਕਾਂ ਤੋਂ ਲੋਕ ਨਫ਼ਰਤ ਕਰਦੇ ਆ। ਅੱਜ ਬੜੇ ਲੋਕ ਮੈਂ ਸਥਾਨ 'ਚ ਪ੍ਰਚਾਰ ਕਰਦਾ, ਮੇਰੇ ਤੋਂ ਨਫ਼ਰਤ ਕਰਦੇ ਆ। ਕਿਉਂ ਨਫ਼ਰਤ ਕਰਦੇ? ਕਿਉਂਕਿ ਮੈਂ ਸੰਸਾਰ ਦੀ ਗੱਲਾਂ ਨਹੀਂ ਕਰਦਾ, ਮੈਂ ਕੋਈ ਗੱਲ ਕਰਨੀ ਆ ਪ੍ਰਭੂ ਦਾ ਕੰਮ ਕਰੋ। ਲੋਕੀ ਕਹਿੰਦੇ ਪਾਗਲ ਹੋ ਗਿਆ, ਪ੍ਰਭੂ ਦਾ ਕੰਮ ਕਰੋ, ਪ੍ਰਭੂ ਦਾ। ਹਾਂ, ਜਿਹਦੇ ਅੰਦਰ ਪਵਿੱਤਰ ਆਤਮਾ ਹੈ ਉਹਨੇ ਪ੍ਰਭੂ ਦਾ ਹੀ ਕੰਮ ਕਰਨਾ। ਮੈਂ ਨਹੀਂ ਕਹਿੰਦਾ ਆਪਣੇ ਘਰ ਛੱਡ ਕੇ ਜੰਗਲਾਂ 'ਚ ਚਲ ਜਾਓ, ਇਸ ਤਰ੍ਹਾਂ ਨਹੀਂ ਆ। ਰਹਿਣਾ ਅਸੀਂ ਆਪਣੇ ਘਰਾਂ ਵਿੱਚ ਆ, ਖਾਣਾ ਪੀਣਾ ਵੀ ਆ, ਕੰਮ ਕਾਜ ਵੀ ਕਰਨਾ, ਸਭ ਕੁਝ ਕਰਨਾ, ਲੇਕਿਨ ਕੋਈ ਵੀ ਕੰਮ ਵਚਨ ਤੋਂ ਬਾਹਰ ਨਹੀਂ ਕਰਨਾ। ਠੀਕ ਆ? ਤੇ ਜਿਸ ਕੰਮ ਦੇ ਲਈ ਖੁਦਾ ਕਹਿੰਦਾ ਤੁਹਾਨੂੰ ਉਹ ਕਰਨਾ ਪਵੇਗਾ, ਜਿਸ ਦੀ ਉਹ ਮਨਾਹੀ ਕਰਦਾ ਤੁਹਾਨੂੰ ਉਸ ਕੰਮ ਤੋਂ ਪਿੱਛੇ ਹਟਣਾ ਪਵੇਗਾ। ਫਿਰ ਤੁਹਾਡੇ ਅੰਦਰ ਰੱਬੀ ਪਿਆਰ ਹੈ। ਜੇ ਤੁਹਾਡੇ ਅੰਦਰ ਰੱਬੀ ਪਿਆਰ ਨਹੀਂ ਆ, ਤੁਸੀਂ ਖੋਖਲੇ ਹੋ, ਤੁਹਾਡੇ ਅੰਦਰ ਕੁਝ ਵੀ ਨਹੀਂ ਹੈ। ਇਸ ਕਰਕੇ ਤੁਹਾਡੇ ਅੰਦਰ ਇੱਕ ਰੱਬੀ ਪਿਆਰ ਹੋਣਾ ਚਾਹੀਦਾ। ਇਸ ਕਰਕੇ ਮੈਂ ਅੱਜ ਔਰਤਾਂ ਬਾਰੇ ਬੋਲ ਰਿਹਾ ਕਿਉਂਕਿ ਔਰਤਾਂ ਨੂੰ ਸ਼ੈਤਾਨ ਜ਼ਿਆਦਾ ਇਸਤੇਮਾਲ ਕਰਦਾ ਔਰਤਾਂ ਨੂੰ। ਕਿਉਂਕਿ ਉਸ ਅਦਨ ਦੇ ਬਾਗ ਦੇ ਵਿੱਚ ਆਦਮ ਨੂੰ ਨਹੀਂ ਉਹਨੇ ਭਰਮਾਇਆ ਸੀਗਾ, ਔਰਤ ਨੂੰ ਭਰਮਾਇਆ ਸੀ। ਉਸ ਔਰਤ ਦਾ ਨਾਮ ਹਵਾ ਸੀ ਜਿਹਨੂੰ ਉਹਨੇ ਭਰਮਾਇਆ ਸੀ। ਲੇਕਿਨ ਨਬੀ ਕਹਿੰਦਾ ਅੱਜ ਦੀ ਔਰਤ ਨੂੰ ਕੋਈ ਨਹੀਂ ਭਰਮਾ ਪਾਵੇਗਾ, ਅੱਜ ਦੀ ਹਵਾ ਨੂੰ ਕੋਈ ਨਹੀਂ ਭਰਮਾ ਪਾਵੇਗਾ ਜੋ ਕਿ ਉਹਦੀ ਦੁਲਹਨ ਹੈ। ਅੱਜ ਇੱਕ ਆਦਮ ਬਣ ਕੇ ਯੀਸ਼ੂ ਮਸੀਹ ਸਾਡੇ ਕੋਲ ਆ ਰਿਹਾ ਆ ਤੇ ਉਹ ਆਪਣੀ ਦੁਲਹਨ ਨੂੰ ਲੈ ਕੇ ਜਾਵੇਗਾ ਉਸ ਥਾਨ ਦੇ ਵਿੱਚ ਜਿਹੜੀ ਉਹਨੇ ਨਿਯੁਕਤ ਕੀਤੀ ਹੋਈ ਹੈ ਵੀ ਉਹ ਆਪਣੇ ਲੋਕਾਂ ਨੂੰ, ਆਪਣੀ ਪਵਿੱਤਰ ਦੁਲਹਨ ਨੂੰ ਆਪਣੇ ਨਾਲ ਲੈ ਕੇ ਜਾਵੇਗਾ। ਤੇ ਤੁਹਾਨੂੰ ਪਤਾ ਇਸ ਸੰਸਾਰ ਦਾ ਨਿਆਂ ਕਿਹਨੇ ਕਰਨਾ? ਯੀਸ਼ੂ ਮਸੀਹ ਇਸ ਸੰਸਾਰ ਦਾ ਨਿਆਂ ਨਹੀਂ ਕਰੇਗਾ। ਕਿਉਂਕਿ ਬਾਈਬਲ ਬਿਆਨ ਕਰਦੀ ਆ ਦੁਲਹਨ ਲੋਕਾਂ ਦਾ ਨਿਆਂ ਕਰੇਗੀ। ਸੰਸਾਰ ਦਾ ਨਿਆਂ ਕਿਹਨੇ ਕਰਨਾ? ਦੁਲਹਨ ਨੇ ਕਰਨਾ।
ਜੇ ਧਰਤੀ ਤੇ ਤੁਹਾਡੇ ਨਟ ਬੋਲਟ ਨਹੀਂ ਖੁੱਲੇ ਹਲੇ ਤੱਕ ਤੇ ਤੁਸੀਂ ਲੋਕਾਂ ਦਾ ਨਿਆਂ ਕਿੱਦਾਂ ਕਰੋਗੇ? ਇਸ ਕਰਕੇ ਆਪਣੇ ਆਪ ਨੂੰ ਪਰਫੈਕਟ ਬਣਾਓ ਵਚਨ ਦੇ ਅਨੁਸਾਰ। ਜੇ ਤੁਸੀਂ ਵਚਨ ਦੇ ਅਨੁਸਾਰ ਆਪਣੇ ਆਪ ਨੂੰ ਪਰਫੈਕਟ ਨਹੀਂ ਬਣਾਉਂਦੇ ਤੇ ਸਮਝ ਲਓ ਤੁਸੀਂ ਫਿਰ ਕਿਸੇ ਕੰਮ ਦੇ ਨਹੀਂ ਹੋ। ਠੀਕ ਹੈ ਨਾ? ਤੋਲਿਆ ਤੇ ਘੱਟ ਨਿਕਲਿਆ, ਕਿਤੇ ਉਹ ਕੰਮ ਨਾ ਹੋ ਜਾਵੇ। ਜਦੋਂ ਖੁਦਾ ਤੁਹਾਨੂੰ ਤੋਲੇ ਤੇ ਤੁਸੀਂ ਘੱਟ ਨਿਕਲੋ ਤੇ ਕਦੇ ਵੀ ਭਾਈ ਬ੍ਰੈਨਮ ਨੇ ਕਿਹਾ ਆਪਣੇ ਮੂੰਹ 'ਚ ਜੇ ਤੁਹਾਨੂੰ ਚਰਚ 'ਚ ਡਾਂਟ ਲਗਾਈ ਜਾਂਦੀ, ਤੁਹਾਡੇ ਬੱਚਿਆਂ ਨੂੰ ਡਾਂਟਿਆ ਜਾਂਦਾ, ਕਿਸੇ ਨੂੰ ਵੀ ਡਾਂਟਿਆ ਜਾਂਦਾ, ਕਦੇ ਇਹ ਨਾ ਕਹੋ ਮੈਂ ਮੁੜ ਕੇ ਸਥਾਨ ਦੇ ਵਿੱਚ ਨਹੀਂ ਆਵਾਂਗੀ ਜਾਂ ਆਪਣੇ ਬੱਚਿਆਂ ਨੂੰ ਨਹੀਂ ਲੈ ਕੇ ਆਵਾਂਗੀ। ਇਹ ਗੱਲ ਕਦੇ ਆਪਣੇ ਮੂੰਹ 'ਚ ਨਾ ਕਹੋ, ਕਿਉਂਕਿ ਸ਼ੈਤਾਨ ਜਦੋਂ ਇਹ ਚੀਜ਼ਾਂ ਨੂੰ ਫੜ ਲਊਗਾ ਨਾ ਤੁਹਾਡੇ ਨੂੰ ਤੇ ਉਹਨੇ ਤੁਹਾਡੇ ਤੇ ਅਟੈਕ ਕਰ ਦੇਣਾ। ਕਿਉਂਕਿ ਸ਼ੈਤਾਨ ਤਾਂ ਇਹੀ ਚਾਹੁੰਦਾ ਮੈਂ ਇੱਕ ਰੂਹ ਨੂੰ ਖਰਾਬ ਕਰ ਦੇਵਾਂ। ਕਦੇ ਵੀ ਆਪਣੇ ਮੂੰਹ 'ਚੋਂ ਸ਼ਬਦ ਨਹੀਂ ਕੱਢਣਾ, ਹਮੇਸ਼ਾ ਡਰਦੇ ਹੋਏ ਉਹਦੀ ਹਜ਼ੂਰੀ 'ਚ ਬਹਿਣਾ। ਤੁਹਾਡਾ ਜੀਵਨ ਇਦਾਂ ਦਾ ਹੋਣਾ ਚਾਹੀਦਾ ਆ ਵੀ ਪ੍ਰਭੂ ਜੀ ਜੇ ਸਵੇਰੇ ਰੈਪਚਰ ਹੋਵੇ ਤੇ ਮੈਂ ਰੈਪਚਰ ਦੇ ਵਿੱਚ ਮੈਂ ਉਠਾਈ ਜਾਵਾਂ। ਜੇ 10 ਰੈਪਚਰ 'ਚ ਜਾਣ ਉਹ 10 ਦੇ ਵਿੱਚੋਂ ਮੈਂ ਹੋਵਾਂ। ਜੇ 5 ਹੀ ਰੈਪਚਰ ਵਿੱਚ ਜਾਣ ਉਹ 5 'ਚੋਂ ਮੈਂ ਹੋਵਾਂ। ਜੇ 2 ਹੀ ਰੈਪਚਰ 'ਚ ਜਾਣ ਉਹ 2 'ਚੋਂ ਮੈਂ ਹੋਵਾਂ। ਤੁਹਾਡਾ ਜੀਵਨ ਇੰਨਾ ਸਮਰਪਿਤ ਖੁਦਾ ਨੂੰ ਹੋਣਾ ਚਾਹੀਦਾ। ਹਰ ਇੱਕ ਸੈਕਿੰਡ ਤੁਹਾਡਾ ਪ੍ਰਭੂ ਦੇ ਡਰ ਤੇ ਖੌਫ ਦੇ ਵਿੱਚ ਬੀਤਣਾ ਚਾਹੀਦਾ, ਕਿਉਂਕਿ ਕੋਈ ਮਨੁੱਖ ਨਹੀਂ ਜਾਣਦਾ ਕਦੋਂ ਕੀ ਹੋ ਜਾਵੇਗਾ, ਕਦੋਂ ਉਹਦੇ ਪ੍ਰਾਣ ਨਿਕਲ ਜਾਣਗੇ ਅੰਦਰੋਂ। ਕੋਈ ਜਾਣਦਾ? ਕੋਈ ਗਾਰੰਟੀ ਦੇ ਸਕਦਾ ਵੀ ਤੁਸੀਂ ਅਗਲੇ ਮਹੀਨੇ ਆਹ ਕੰਮ ਕਰੋਗੇ ਜਾਂ ਅਗਲੇ ਸਾਲ ਤੁਸੀਂ ਇਹ ਕੰਮ ਕਰੋਗੇ? ਇਸ ਤਰ੍ਹਾਂ ਕਦੇ ਵੀ ਨਹੀਂ ਹੋ ਸਕਦਾ ਜੇ ਖੁਦਾ ਨਾ ਚਾਹਵੇ ਤਾਂ। ਇਸ ਕਰਕੇ ਹਮੇਸ਼ਾ ਕਹੋ ਪ੍ਰਭੂ ਜੇ ਤੂੰ ਚਾਵੇਂ ਤੇ ਅਸੀਂ ਆਹ ਕੰਮ ਕਰਾਂਗੇ, ਜੇ ਪ੍ਰਭੂ ਚਾਹਵੇ ਤਾਂ। ਠੀਕ ਹੈ ਨਾ? ਇਸ ਕਰਕੇ ਕੋਈ ਵੀ ਇਹ ਨਾ ਸੋਚੇ ਵੀ ਮੈਂ ਧਰਤੀ ਤੇ ਪੱਕਾ ਫਿਕਸ ਹੋ ਗਿਆ, ਕਿਉਂਕਿ ਭਾਈ ਬ੍ਰੈਨਮ ਨੇ ਕਈ ਵਾਰ ਬੜੇ ਐਗਜ਼ਾਮਪਲ ਦਿੱਤੇ ਆ ਲੋਕਾਂ ਦੇ। ਠੀਕ ਹੈ? ਇੱਕ ਡਾਂਸਰ ਸੀਗਾ, ਉਹਦਾ ਵੀ ਉਹਨੇ ਐਗਜ਼ਾਮਪਲ ਦਿੱਤਾ ਸੀਗਾ, ਮੇਰੇ ਮਾਈਂਡ 'ਚ ਉਹਦਾ ਨਾਮ ਨਿਕਲ ਗਿਆ ਆ, ਤੇ ਉਹਦਾ ਵੀ ਉਹਨੇ ਐਗਜ਼ਾਮਪਲ ਦਿੱਤਾ ਮਾਈਕਲ ਜੈਕਸਨ ਦਾ, ਜਿਹੜਾ ਕਹਿੰਦਾ ਸੀ ਮੈਂ 150 ਸਾਲ ਜੀਵਾਂਗਾ। ਤੇ ਕੀ ਹੋਇਆ? 50 ਸਾਲ ਵੀ ਉਮਰ ਪੂਰੀ ਨਹੀਂ ਹੋਈ, ਮਰ ਗਿਆ। ਕੋਈ ਵੀ ਬੰਦਾ ਖੁਦਾ ਨੂੰ ਲਲਕਾਰ ਨਹੀਂ ਸਕਦਾ। ਹਮੇਸ਼ਾ ਉਹਦੀ ਆਤਮਾ ਦੀ ਗਵਾਹੀ ਵਿੱਚ ਚੱਲੋ, ਡਰ ਤੇ ਖੌਫ ਦੇ ਵਿੱਚ ਚੱਲੋ ਵੀ ਪ੍ਰਭੂ ਜੀ ਜੇ ਸਵੇਰੇ ਰੈਪਚਰ ਹੁੰਦਾ, ਜੇ ਸਵੇਰੇ ਮੈਂ ਤੇਰੇ ਨਾਲ ਉਠਾਈ ਜਾਵਾਂ, ਮੈਂ ਤੇਰੇ ਨਾਲ ਉਠਾਇਆ ਜਾਵਾਂ। ਤੁਹਾਡਾ ਜੀਵਨ ਇੰਨਾ ਕੁ ਸਮਰਪਿਤ ਹੋਣਾ ਚਾਹੀਦਾ ਹੈ। ਠੀਕ ਹੈ ਨਾ? ਇਸ ਕਰਕੇ ਆਪਣੇ ਆਪ ਨੂੰ ਵਚਨ ਦੇ ਨਾਲ ਤਿਆਰ ਕਰੋ। ਵਚਨ ਤੋਂ ਬਾਹਰ ਤੁਹਾਡਾ ਕੋਈ ਵੀ ਜੀਵਨ ਨਾ ਹੋਵੇ, ਨਾ ਵਚਨ ਤੋਂ ਬਾਹਰ ਤੁਹਾਡਾ ਕੋਈ ਕੰਮ ਹੋਵੇ। ਇਸ ਕਰਕੇ ਨਬੀ ਕੀ ਕਹਿੰਦਾ ਆ? ਨਬੀ ਨੇ ਹਰੇਕ ਵਾਸਤੇ ਕਿਹਾ ਆ। ਭਾਈ ਬ੍ਰੈਨਮ ਨੇ ਹਰੇਕ ਨੂੰ ਕਿਹਾ ਆ। ਨਬੀ ਨੇ ਸੇਵਕਾਂ ਬਾਰੇ ਵੀ ਬੋਲਿਆ ਆ। ਠੀਕ ਹੈ? ਕਿਉਂਕਿ ਖੁਦਾ ਦਾ ਵਚਨ ਕਿਸ ਨਾਲ ਪੱਖਪਾਤ ਨਹੀਂ ਕਰਦਾ। ਜੇ ਕਲੀਸਿਆ ਦੇ ਇੱਕ ਵਿਸ਼ਵਾਸੀ ਦਾ ਜੀਵਨ ਵਧੀਆ ਹੋਣਾ ਚਾਹੀਦਾ ਤਾਂ ਸੇਵਕ ਦਾ ਜੀਵਨ ਵੀ ਉਦਾਂ ਦਾ ਹੀ ਹੁੰਦਾ, ਫਿਰ ਉਸ ਤੋਂ ਵੀ ਵਧੀਆ ਹੁੰਦਾ। ਠੀਕ ਹੈ ਨਾ? ਨਬੀ ਨੇ ਕਿਹਾ ਕੋਈ ਵੀ ਸੇਵਕ ਕਿਸੇ ਵਿਧਵਾ ਨਾਲ ਵਿਆਹ ਨਹੀਂ ਕਰ ਸਕਦਾ। ਭਾਈ ਬ੍ਰੈਨਮ ਨੇ ਕਿਹਾ ਜਿਹੜਾ ਕੋਈ ਸੇਵਕਾਈ ਕਰਦਾ ਕਿਸੇ ਵਿਧਵਾ ਦੇ ਨਾਲ ਵਿਆਹ ਨਹੀਂ ਕਰ ਸਕਦਾ। ਕੀ ਤੁਸੀਂ ਇਸ ਗੱਲ ਨੂੰ ਜਾਣਦੇ ਹੋ? ਠੀਕ ਹੈ ਨਾ? ਤੁਹਾਨੂੰ ਜਾਚਕਾਈ ਕਰਦੇ ਮਨੁੱਖ ਨੂੰ ਉਸ ਔਰਤ ਨਾਲ ਵਿਆਹ ਨਹੀਂ ਕਰਨਾ ਹੁੰਦਾ ਜਿਸ ਨੂੰ ਕਿਸੇ ਹੋਰ ਨੇ ਛੂਇਆ ਹੁੰਦਾ ਹੈ। ਜੇ ਕਿਸੇ ਹੋਰ ਨੇ ਛੂਇਆ ਆ ਕਿਸੇ ਔਰਤ ਨੂੰ ਤੇ ਇੱਕ ਸੇਵਕ ਉਹਨਾਂ ਵਿਆਹ ਨਹੀਂ ਕਰਵਾ ਸਕਦਾ ਜਾ ਕੇ। ਠੀਕ ਹੈ? ਇਸ ਕਰਕੇ ਨਬੀ ਕਹਿੰਦਾ ਵੀ ਜੋ ਵਚਨ ਹੈ, ਠੀਕ ਹੈ, ਉਹ ਵਚਨ ਸਾਰਿਆਂ ਨੂੰ ਹੀ ਪਰਫੈਕਟ ਰੱਖਦਾ ਹੈ, ਚਾਹੇ ਕੋਈ ਸੇਵਕ ਆ ਚਾਹੇ ਕੋਈ ਵਿਸ਼ਵਾਸੀ ਆ। ਠੀਕ ਹੈ? ਵਚਨ ਨੇ ਹਰੇਕ ਬੰਦੇ ਨੂੰ ਦਾਇਰੇ ਵਿੱਚ ਰਹਿਣਾ ਸਿਖਾਉਂਦਾ। ਵਚਨ ਯਿਸੂ ਮਸੀਹ ਕਿਸ ਨਾਲ ਪੱਖਪਾਤ ਨਹੀਂ ਕਰਦਾ ਕਦੇ ਵੀ। ਠੀਕ ਆ? ਵੀ ਇੱਕ ਨਾਲ ਵਧੀਆ ਵਿਵਹਾਰ ਕਰੇ ਤੇ ਦੂਜੇ ਨਾਲ ਮਾੜਾ ਕਰੇ। ਇੱਕ ਨੂੰ ਕਵੇ ਨਹੀਂ ਨਹੀਂ ਭੈਣ ਤੂੰ ਆਹ ਕੰਮ ਕਰੀ ਜਾ, ਗਲਤ ਕੋਈ ਗੱਲ ਨਹੀਂ ਹੈ, ਤੇ ਦੂਜੇ ਨੂੰ ਕਵੇ ਨਹੀਂ ਤੂੰ ਆਹ ਕੰਮ ਨਹੀਂ ਕਰ ਸਕਦੀ, ਤੂੰ ਬਾਲ ਨਹੀਂ ਕਟਾ ਸਕਦੀ। ਇਹ ਪਵਿੱਤਰ ਆਤਮਾ ਨਹੀਂ ਆ। ਪਵਿੱਤਰ ਆਤਮਾ ਹਰੇਕ ਦੇ ਨਾਲ ਇੱਕੋ ਜਿਹਾ ਵਿਵਹਾਰ ਕਰੇਗਾ, ਹਰੇਕ ਦੇ ਨਾਲ, ਚਾਹੇ ਉਹ ਕੋਈ ਭੈਣ ਆ ਚਾਹੇ ਕੋਈ ਵਿਸ਼ਵਾਸੀ ਆ ਭਾਵੇਂ ਕੋਈ ਸੇਵਕ ਆ, ਉਹਨੇ ਵਿਵਹਾਰ ਇੱਕੋ ਜਿਹਾ ਹੀ ਕਰਨਾ ਆ ਸਾਰਿਆਂ ਦੇ ਨਾਲ। ਕਿਸ ਨੂੰ ਵੀ ਉਹਨੇ ਅਲੱਗ-ਅਲੱਗ ਸਿੱਖਿਆ ਨਹੀਂ ਦੇਣੀ। ਬਾਈਬਲ ਦੀ ਸਿੱਖਿਆ ਸਾਰਿਆਂ ਦੇ ਲਈ ਬਰਾਬਰ ਹੈ, ਕੋਈ ਉਸਨੂੰ ਸਮਝੇ ਜਾਂ ਨਾ ਸਮਝੇ। ਇਸ ਕਰਕੇ ਵਚਨ ਦੇ ਅਨੁਸਾਰ ਜੀਵਨ ਹੋਣਾ ਚਾਹੀਦਾ ਆ। नबी ने क्या? पवित्र आत्मा की जरूरत सबसे बड़ा प्रकाशन है। नबी कहता जे पवित्र आत्मा की आ, जे तुहाडे कोल पवित्र आत्मा नहीं है तुसी कहो प्रभु जी मैनू अपना पवित्र आत्मा दे। जे तुसी ये मंग कर रहे हो तो तुहाडे कोल सब तो वड्डा प्रकाशन आ। जे तुहाडे कोल पवित्र आत्मा नहीं है, कल्ला ज्ञान आ, ते तुहाडे कोल कोई भी प्रकाशन नहीं आ। इस करके नबी कहता, नबी ने कहा पवित्र आत्मा की जरूरत सबसे बड़ा प्रकाशन है। सब तो वड्डा प्रकाशन की आ? पवित्र आत्मा की जरूरत। तुसी कहो प्रभु जी मैनू तेरे पवित्र आत्मा की जरूरत आ, मैनू
ਤੁਸੀਂ ਇਹ ਪ੍ਰਾਰਥਨਾ ਕਰੋ, ਪ੍ਰਭੂ ਜੀ ਮੈਨੂੰ ਆਪਣਾ ਪਵਿੱਤਰ ਆਤਮਾ ਦੇ, ਮੈਨੂੰ ਜ਼ਰੂਰਤ ਆ ਤੇਰੇ ਪਵਿੱਤਰ ਆਤਮਾ ਦੀ। ਤੇ ਦੇਖੋ ਫਿਰ ਪ੍ਰਭੂ ਕੀ ਕੰਮ ਕਰਦਾ ਤੁਹਾਡੇ ਜੀਵਨਾਂ ਦੇ ਵਿੱਚ। ਤੁਹਾਡੇ ਅੰਦਰ ਇੱਕ ਭੁੱਖ ਪਿਆਸ ਹੋਣੀ ਚਾਹੀਦੀ ਆ, ਕਿਉਂਕਿ ਵਚਨ ਵੀ ਕਹਿੰਦਾ ਆ ਜਿਹੜੇ ਭੁੱਖੇ ਹਨ ਰਜਾਏ ਜਾਣਗੇ, ਜਿਹੜੇ ਧਿਆਏ ਹਨ ਉਹਨਾਂ ਦੀ ਪਿਆਸ ਬੁਝਾਈ ਜਾਵੇਗੀ। ਜੇ ਤੁਹਾਡੇ ਅੰਦਰ ਵਚਨ ਦੇ ਲਈ ਭੁੱਖ ਪਿਆਸ ਹੈ ਤੇ ਖੁਦਾ ਤੁਹਾਨੂੰ ਰਜਾਵੇਗਾ। ਕਾਹਦੇ ਨਾਲ? ਆਤਮਿਕ ਮੰਨੇ ਨਾਲ ਰਜਾਵੇਗਾ ਫਿਰ ਉਹ ਤੁਹਾਨੂੰ, ਠੀਕ ਹੈ ਨਾ। ਹੁਣ ਨਬੀ ਨੂੰ ਕਿਸਨੇ ਪੁੱਛਿਆ ਸੀਗਾ ਪਵਿੱਤਰ ਆਤਮਾ ਕੀ ਹੈ? ਨਬੀ ਨੂੰ ਕਿਸਨੇ ਸਵਾਲ ਕਰ ਲਿਆ ਭਾਈ ਬ੍ਰੈਨਮ ਨੂੰ, ਪਵਿੱਤਰ ਆਤਮਾ ਕੀ ਹੁੰਦਾ ਹੈ, ਪਵਿੱਤਰ आत्मा है कि? नबी ने कहा एक मां गर्भवती हो उसे, ਕਹਿੰਦਾ ਜਦੋਂ ਇੱਕ ਮਾਂ ਗਰਭਵਤੀ ਹੁੰਦੀ ਆ, ਕਹਿੰਦੇ ਕੀ ਸਬੂਤ ਆ ਵੀ ਪਵਿੱਤਰ ਆਤਮਾ ਕੀ ਹੁੰਦਾ? ਕਿਸਨੇ ਨਬੀ ਨੂੰ ਕਿਹਾ, ਤੇ ਨਬੀ ਕਹਿੰਦਾ ਜਦੋਂ ਇੱਕ ਮਾਂ ਗਰਭਵਤੀ ਹੁੰਦੀ ਆ ਤੇ ਉਹਨੂੰ ਪਤਾ ਹੁੰਦਾ ਨਾ ਵੀ ਉਹਦੇ ਅੰਦਰ ਕੁਝ ਹੈਗਾ ਆ। ਇਸੇ ਤਰ੍ਹਾਂ ਇੱਕ ਪਵਿੱਤਰ ਆਤਮਾ ਪਾਏ ਹੋਏ ਬੰਦੇ ਨੂੰ ਪਤਾ ਹੁੰਦਾ ਵੀ ਉਹਦੇ ਅੰਦਰ ਪਵਿੱਤਰ ਆਤਮਾ ਹੈ। ਕਿੱਦਾਂ ਪਤਾ ਲੱਗਦਾ? ਜਦੋਂ ਮੰਨ ਲਓ ਇੱਕ ਔਰਤ ਹੁੰਦੀ ਆ, ਉਹਨੇ ਬਹੁਤ ਬੱਚੇ ਖੜਾਏ ਹੋਣ, ਦੁਨੀਆ ਵਿੱਚ ਬੜੇ ਬੱਚੇ ਉਹਨੇ ਖੜਾਏ ਹੋਣ, ਲੇਕਿਨ ਉਹ ਅਹਿਸਾਸ ਨਹੀਂ ਕਰ ਸਕਦੀ ਉਸ ਚੀਜ਼ ਦਾ, ਠੀਕ ਆ। ਲੇਕਿਨ ਜਦੋਂ ਉਹਦੇ ਅੰਦਰ ਇੱਕ ਬੱਚਾ ਆ ਜਾਂਦਾ, ਉਹ ਅਹਿਸਾਸ ਕਰਦੀ ਆ ਵੀ ਮੇਰੇ ਅੰਦਰ ਕੁਝ ਹੈਗਾ ਆ। ਉਹਦੇ ਖਾਣਾ ਪੀਣਾ ਸਭ ਬਦਲ ਜਾਂਦਾ ਆ, ਉਹਦੇ ਖਾਣ ਦਾ ਸਿਸਟਮ, ਉਹਦੇ ਜੀਭ ਦਾ ਸਵਾਦ ਵੀ ਬਦਲ ਜਾਂਦਾ। ਹੋ ਸਕਦਾ ਉਹ ਔਰਤ ਅਚਾਰ ਨਾ ਪਸੰਦ ਕਰਦੀ ਹੋਵੇ, ਠੀਕ ਹੈ ਨਾ, ਲੇਕਿਨ ਜਦੋਂ ਉਹ ਗਰਭਵਤੀ ਹੁੰਦੀ ਉਹ ਕਹਿੰਦੀ ਮੈਨੂੰ ਅਚਾਰ ਲਿਆ ਕੇ ਦਿਓ, ਮੇਰਾ ਤਾਂ ਖੱਟਾ ਖਾਣ ਨੂੰ ਮਨ ਕਰਦਾ। ਸਵਾਦ ਬਦਲ ਜਾਂਦਾ, ਉਹਦੇ ਜੀਵਨ ਦਾ ਮਕਸਦ ਤੇ ਸਵਾਦ ਬਦਲ ਜਾਂਦਾ ਆ। ਭਾਈ ਬ੍ਰੈਨਮ ਨੇ ਕਿਹਾ ਇੱਕ ਔਰਤ ਬੜੇ ਗੁੱਸੇ ਵਾਲੀ ਹੋ ਸਕਦੀ ਆ, ਲੇਕਿਨ ਜਦੋਂ ਉਹ ਬੱਚੇ ਨੂੰ ਪੈਦਾ ਕਰ ਰਹੀ ਹੁੰਦੀ ਆ, ਉਹਦੇ ਅੰਦਰ ਇੱਕ ਮਮਤਾ ਆ ਜਾਂਦੀ ਆ, ਉਹਦਾ ਸੁਭਾਅ ਬਦਲ ਜਾਂਦਾ ਆ। ਫਿਰ ਉਹ ਕੋੜੇ ਸੁਭਾਅ ਵਾਲੀ ਨਹੀਂ ਰਹਿੰਦੀ, ਉਹਦੇ ਅੰਦਰ ਇੱਕ ਮਮਤਾ ਜਾਗ ਜਾਂਦੀ ਹੈ। ਜਦੋਂ ਉਹਦਾ ਆਪਣਾ ਬੱਚਾ ਹੁੰਦਾ, ਹੋ ਸਕਦਾ ਦੂਜੇ ਦੇ ਬੱਚੇ ਨੂੰ ਪਸੰਦ ਨਾ ਕਰਦੀ ਹੋਵੇ ਇੱਕ ਔਰਤ, ਲੇਕਿਨ ਜਦੋਂ ਉਹਦਾ ਆਪਣਾ ਬੱਚਾ ਹੁੰਦਾ ਉਹਦਾ ਸੁਭਾਅ ਬਦਲ ਜਾਂਦਾ। ਇਸੇ ਤਰ੍ਹਾਂ ਭਾਈ ਬ੍ਰੈਨਮ ਨੇ ਉਹਨਾਂ ਨੂੰ ਸਮਝਾਇਆ, ਜਿਹਨੇ ਭਾਈ ਬ੍ਰੈਨਮ ਨੂੰ ਪੁੱਛਿਆ ਸੀਗਾ ਵੀ ਪਵਿੱਤਰ ਆਤਮਾ ਹੋਣ ਕਿੱਦਾਂ ਪਤਾ ਲੱਗਦਾ ਵੀ ਕਿਸੇ ਦੇ ਅੰਦਰ ਪਵਿੱਤਰ ਆਤਮਾ। ਫਿਰ ਭਾਈ ਬ੍ਰੈਨਮ ਨੇ ਕਿਹਾ ਜਦੋਂ ਕਿਸੇ ਦੇ ਅੰਦਰ ਬੱਚਾ ਹੁੰਦਾ ਉਹ ਅਹਿਸਾਸ ਕਰਦੀ ਉਹਦੇ ਅੰਦਰ ਬੱਚਾ। ਇਸੇ ਤਰ੍ਹਾਂ ਜਦੋਂ ਕਿਸੇ ਦੇ ਅੰਦਰ ਪਵਿੱਤਰ ਆਤਮਾ ਆ ਜਾਂਦਾ ਆ, ਉਹਦੇ ਸਵਾਦ ਨੂੰ, ਉਹਦੇ ਸੁਭਾਅ ਨੂੰ, ਉਹਦੇ ਹਰੇਕ ਸਿਸਟਮ ਨੂੰ ਪਵਿੱਤਰ ਆਤਮਾ ਬਦਲ ਦਿੰਦਾ ਹੈ। ਇਹ ਗੱਲ ਬੜੇ ਧਿਆਨ ਨਾਲ ਸਮਝਣ ਵਾਲੀ ਹੈ ਵੀ ਪਵਿੱਤਰ ਆਤਮਾ ਕਿੱਦਾਂ ਇੱਕ ਬੰਦੇ ਨੂੰ ਬਦਲਦਾ ਹੈ, ਕਿੱਦਾਂ ਪਤਾ ਲੱਗੇ ਇਸ ਬੰਦੇ ਅੰਦਰ ਪਵਿੱਤਰ ਆਤਮਾ। ਤੁਸੀਂ ਸੁਭਾਅ ਤੋਂ ਦੇਖ ਲਿਓ, ਇੱਕ ਬੰਦਾ ਗਾਲਾਂ ਕੱਢਣ ਵਾਲਾ ਹੋ ਸਕਦਾ ਆ, ਇੱਕ ਬੰਦਾ ਪਾਪ ਕਰਨ ਵਾਲਾ ਹੋ ਸਕਦਾ, ਲੇਕਿਨ ਜਦੋਂ ਪਵਿੱਤਰ ਆਤਮਾ ਪਾ ਲੈਂਦਾ ਆ, ਉਹ ਖੁਦਾ ਦੇ ਵਚਨਾਂ ਦੇ ਉੱਪਰ ਚੱਲਣ ਵਾਲਾ ਬਣ ਜਾਂਦਾ ਹੈ। ਇਸ ਚੀਜ਼ਾਂ ਨੂੰ ਯਾਦ ਰੱਖਣਾ ਹਮੇਸ਼ਾ, ਠੀਕ ਹੈ ਨਾ। ਆਪ ਨਈ ਰਚਨਾ ਬਣ ਜਾਤੇ ਹੋ, ਭਾਈ ਬ੍ਰੈਨਮ ਕਹਿੰਦਾ ਤੁਸੀਂ ਨਵੀਂ ਰਚਨਾ ਬਣ ਜਾਂਦੇ ਹੋ, ਠੀਕ ਹੈ, ਇੱਕ ਨਵੀਂ ਰਚਨਾ ਤੁਸੀਂ ਬਣ ਜਾਂਦੇ ਹੋ। ਹੁਣ ਨਬੀ ਕਹਿੰਦਾ ਇੱਕ ਸੇਵਕ ਲੋਕ ਨਹੀਂ ਦੇਖਦਾ ਪ੍ਰਾਣ। ਜਦੋਂ ਇੱਕ ਸੇਵਕ ਪ੍ਰਚਾਰ ਕਰਦਾ, ਲੋਕਾਂ ਨੂੰ ਨਹੀਂ ਵੇਖਦਾ ਵੀ ਕਿੱਦਾਂ ਦੇ ਲੋਕ ਉਹਦੇ ਸਾਹਮਣੇ ਬੈਠੇ ਆ, ਠੀਕ ਹੈ ਨਾ, ਕਿੱਥੋਂ ਆਏ ਆ, ਕਿੱਦਾਂ ਦੇ ਆ। ਇੱਕ ਸੇਵਕ ਕੀ ਵੇਖਦਾ? ਉਹ ਪ੍ਰਾਣ ਨੂੰ ਵੇਖਦਾ ਆ, क्योंकि नबी ने किया एक प्राण की कीमत 10,000 संसार से भी ज्यादा है। कई बार मैं बहुत लोगों के पिछे भजदा आ ताकि वो किते संसार दे विच ना चले जाण, मैं उन्हां दा पिछा नहीं छड्डदा जल्दी, क्योंकि मैनूं पता जे बंदा संसार च चल गया तो 10,000 संसार की कीमत आ उस बंदे दी, उस भैण भाई दे प्राण दी, ठीक है। इस करके जो तुहानूं भी ये पता लग जाएगा कि बंदे दे प्राण की कीमत कितनी आ, 10,000 संसार तो वध एक बंदे दे प्राण की कीमत आ। तुसी अपने आप उन्होंने समझाओगे जाके बार बार भी किते संसार च ना चले जाई। जे संसार च गया उत्थे बंदा मर गया पाप दे विच ते कहानी खत्म, सारी कहानी खत्म। फिर इस करके जे खुदा ने तुहानूं जीवन दिता ते तुहाडा जीवन बड़ा ही परफेक्ट होना चाहिए, वचन के अनुसार होना चाहिए है तुहाडा जीवन, ठीक है ना। वचन तो बाहर तुहाडा जीवन नहीं होना चाहिए। ਇਹ ਨਿਸ਼ਾਨੀ ਆ ਜਦੋਂ ਤੁਹਾਡੇ ਅੰਦਰ ਪਵਿੱਤਰ ਆਤਮਾ ਆ, ਤੁਹਾਨੂੰ ਪਤਾ ਲੱਗ ਜਾਣਾ ਹੈ ਤੁਹਾਡੇ ਅੰਦਰ ਪਵਿੱਤਰ ਆਤਮਾ। ਤੁਹਾਡਾ ਕੰਮ ਕਰਨ ਦਾ ਸਿਸਟਮ, ਹਰ ਇੱਕ ਸਟਾਈਲ ਤੁਹਾਡਾ ਬਦਲ ਜਾਣਾ ਆ। ਤੁਸੀਂ ਵਚਨ ਦੇ ਅਨੁਸਾਰ ਜੀਵਨ ਬਤੀਤ ਕਰਨਾ ਸ਼ੁਰੂ ਕਰ ਦੋਗੇ, ਠੀਕ ਹੈ। ਲੇਕਿਨ ਅੱਜ ਬਹੁਤ ਮਿਸ਼ਨਾਂ ਜਥੇਬੰਦੀਆਂ ਆਪਣੇ ਆਪ ਨੂੰ ਕਹਿ ਰਹੀਆਂ ਵੀ ਅਸੀਂ ਪਵਿੱਤਰ ਆਤਮਾ ਪਾਏ ਹੋਏ ਆ। ਕਿਲੋ ਲਿਪਸਟਿਕ ਲਾ ਕੇ ਭੈਣ ਜਾਂਦੀ ਆ ਚਰਚੇ, ਘਰੇ ਪ੍ਰਾਰਥਨਾ ਕਰਦੀ ਆ, ਠੀਕ ਆ, ਗੈਰ ਭਾਸ਼ਾ ਬੋਲਦੀ, ਕਹਿੰਦੇ ਸਾਡੇ ਅੰਦਰ ਪਵਿੱਤਰ ਆਤਮਾ। ਜੇ ਪਵਿੱਤਰ ਆਤਮਾ ਅੰਦਰ ਹੈ ਤੇ ਫਿਰ ਸੁਭਾਅ ਕਿਉਂ ਨਹੀਂ ਬਦਲਦਾ, ਠੀਕ ਹੈ ਨਾ। ਤੁਹਾਡੇ ਜੀਵਨ ਦੇ ਵਿੱਚ ਤਬਦੀਲੀ ਕਿਉਂ ਨਹੀਂ ਹੋਈ?
ਇਹਦਾ ਮਤਲਬ ਕੋਈ ਵੀ ਪਵਿੱਤਰ ਆਤਮਾ ਕਿਸੇ ਦੇ ਅੰਦਰ ਨਹੀਂ ਆ, ਕਿਉਂਕਿ ਪਵਿੱਤਰ ਆਤਮਾ ਜੀਵਨ ਨੂੰ ਬਦਲ ਦਿੰਦਾ ਆ। ਜਦੋਂ ਪਵਿੱਤਰ ਆਤਮਾ ਪਤਰਸ ਹੁਣਾਂ ਦੇ ਅੰਦਰ ਆਇਆ ਤੇ ਉਹਨੇ ਪਤਰਸ ਹੁਣਾਂ ਦਾ ਜੀਵਨ ਬਦਲ ਕੇ ਰੱਖ ਦਿੱਤਾ। ਇਸ ਗੱਲ ਨੂੰ ਯਾਦ ਰੱਖਣਾ, ਜਦੋਂ ਪਵਿੱਤਰ ਆਤਮਾ ਕਿਸੇ ਭੈਣ ਭਾਈ ਨੂੰ ਇਸਤੇਮਾਲ ਕਰਦਾ, ਉਹਦੇ ਜੀਵਨ ਦੇ ਅੰਦਰ ਸਭ ਤੋਂ ਪਹਿਲਾਂ ਸਫਾਈ ਕਰਦਾ। ਇਸਤੇਮਾਲ ਕਰਨ ਤੋਂ ਪਹਿਲਾਂ ਉਹਨੂੰ ਚੰਗੀ ਤਰ੍ਹਾਂ ਪਰਫੈਕਟ ਕਰ ਦਿੰਦਾ, ਫਿਰ ਉਹਨੂੰ ਇਸਤੇਮਾਲ ਕਰਦਾ ਉਹ। ਠੀਕ ਹੈ, ਤੇ ਜੇ ਤੁਸੀਂ ਖੁਦਾ ਲਈ ਇਸਤੇਮਾਲ ਨਹੀਂ ਹੋ ਰਹੇ, ਇਹਦਾ ਮਤਲਬ ਤੁਹਾਡੇ ਅੰਦਰ ਕੋਈ ਆਤਮਾ ਕੰਮ ਨਹੀਂ ਕਰ ਰਿਹਾ। ਤੁਹਾਡੇ ਸਾਰੇ ਦਾਅਵੇ ਝੂਠੇ ਆ, ਸਾਰੇ ਦਾਅਵੇ। नबी ने कहा पतरस बचाया भी गया था। भाई ब्रैनम ने एक संदेश च किहा ਜਿਹੜਾ ਪਤਰਸ ਸੀ ਬਚਾਇਆ ਗਿਆ ਸੀਗਾ। ਯीशु ਮਸੀਹ ਦਾ ਚੇਲਾ ਹੋਣਾ ਛੋਟੀ ਗੱਲ ਨਹੀਂ ਆ। ਅੱਜ ਲੋਕ ਕਹਿੰਦੇ ਨਹੀਂ ਅਸੀਂ ਨਬੀ ਦੇ ਸੰਦੇਸ਼ 'ਚ ਆ, ਬਹੁਤ ਵੱਡੀ ਗੱਲ ਆ, ਤੁਸੀਂ ਨਬੀ ਦੇ ਸੰਦੇਸ਼ 'ਚ ਹੋ। ਇਸੇ तरह नबी ने कहा पतरस बचाया भी गया था, भूतों को निकालने की शक्ति भी दी गई थी। पतरस ਨੂੰ ਭੂਤਾਂ ਨੂੰ ਕੱਢਣ ਦੀ ਸ਼ਕਤੀ ਸੀ ਪਤਰਸ ਦੇ ਅੰਦਰ, पर वो बदला नहीं था। फिर भी बदलिया नहीं ਸੀਗਾ। 3 ਵਾਰ ਇਨਕਾਰ ਕਰਤਾ ਉਹਨੇ ਪ੍ਰਭੂ ਦਾ। ਠੀਕ ਹੈ, ਬਦਲਿਆ ਹੋਇਆ ਨਹੀਂ ਸੀਗਾ। ਇਸ ਲਈ ਪ੍ਰਭੂ ਨੇ ਉਹਨੂੰ ਕਿਹਾ ਸੀਗਾ, ਜਦੋਂ ਕਹਿੰਦਾ ਪ੍ਰਭੂ ਨੇ ਉਹਨੂੰ ਕਿਹਾ ਸੀ ਤੂੰ ਆਪਣੇ ਭਾਈਆਂ ਨੂੰ ਚੇਤੇ ਕਰੀ। ਜਦੋਂ ਤੇਰੇ ਅੰਦਰ ਉਹ ਆਤਮਾ ਆਵੇਗਾ ਤੂੰ ਆਪਣੇ ਭਾਈਆਂ ਨੂੰ ਚੇਤੇ ਰੱਖੀ। ਠੀਕ ਹੈ ਨਾ, ਕਿਉਂਕਿ ਪਤਰਸ ਤੋਂ ਖੁਦਾ ਨੇ ਵੱਡੇ ਵੱਡੇ ਕੰਮ ਲੈਣੇ ਸੀਗੇ, ਪਰ ਉਹ ਬਦਲਾ ਨਹੀਂ ਥਾ। ਇਸ ਕਰਕੇ ਕਹਿੰਦਾ ਤੁਸੀਂ ਪੂਰੀ ਤਰ੍ਹਾਂ ਜੇ ਸਮਰਪਿਤ ਨਹੀਂ ਹੋ ਖੁਦਾ ਨੂੰ ਤੇ ਤੁਸੀਂ ਬਦਲੇ ਹੋਏ ਨਹੀਂ ਹੋ। ਜੇ ਤੁਸੀਂ ਕਹਿੰਦੇ ਨਹੀਂ ਮੈਂ ਸੰਦੇਸ਼ 'ਚ ਹਾਂ, ਲੇਕਿਨ ਮੈਨੂੰ ਨਾ ਚਰਚ ਦੇ ਕੰਮ ਮੈਂ ਬਾਅਦ 'ਚ ਕਰਨੇ ਆ, ਪਹਿਲਾਂ ਮੈਂ ਸੰਸਾਰਿਕ ਕੰਮ ਕਰ ਰਹਾ ਵਾਂ, ਇਹਦਾ ਮਤਲਬ ਤੁਸੀਂ ਬਦਲੇ ਹੋਏ ਨਹੀਂ ਹੋ। ਜੇ ਪਵਿੱਤਰ ਆਤਮਾ ਤੁਹਾਡੇ ਅੰਦਰ ਆ ਤੇ ਉਹ ਵਚਨ ਨੂੰ ਪਹਿਲ ਦਵਾਵੇਗਾ। ਸੰਸਾਰਿਕ ਕੰਮਾਂ ਨੂੰ ਤੁਸੀਂ ਪਹਿਲ ਨਹੀਂ ਦਵੋਗੇ, ਤੁਸੀਂ ਵਚਨ ਨੂੰ ਪਹਿਲ ਦਵੋਗੇ। नबी ने कहा पवित्र आत्मा एक में अच्छा व्यवहार और दूसरे में गलत व्यवहार नहीं करेगा। पवित्र आत्मा एक 'ਚ ਚੰਗਾ व्यवहार ਤੇ ਦੂਜੇ 'ਚ ਗਲਤ व्यवहार ਕਦੇ ਨਹੀਂ ਕਰਦਾ। ਜਿੱਦਾਂ ਲੋਕ ਕਹਿ ਦਿੰਦੇ ਆ ਲੈ ਸਾਡੇ ਕੋ ਵੀ ਪਵਿੱਤਰ ਆਤਮਾ, ਤੇਰੇ ਕੋ ਇਕੱਲੇ ਕੋ ਪਵਿੱਤਰ ਆਤਮਾ ਕਿਤੇ। ਜੇ ਪਵਿੱਤਰ ਆਤਮਾ ਤੇ ਜੀਵਨ ਕਿਉਂ ਨਹੀਂ ਬੋਲਦਾ? ਜੀਵਨ ਵੀ ਬੋਲਣਾ ਚਾਹੀਦਾ। ਜਿਸ ਤਰ੍ਹਾਂ ਇੱਕ ਕੁਆਰੀ ਹੁੰਦੀ ਇੱਕ ਔਰਤ, ਠੀਕ ਆ, ਉਹਦਾ ਜੀਵਨ ਅਲੱਗ ਹੁੰਦਾ ਆ। ਠੀਕ ਆ, ਲੇਕਿਨ ਜਦੋਂ ਉਹ ਗਰਭਵਤੀ ਹੋ ਜਾਂਦੀ ਹੈ ਉਹਦਾ ਜੀਵਨ ਬਦਲ ਜਾਂਦਾ, ਉਹਦਾ ਸੁਭਾਅ ਚੇਂਜ ਹੋ ਜਾਂਦਾ, ਉਹਦੇ ਖਾਣ ਦਾ ਸਵਾਦ ਸਭ ਕੁਝ ਬਦਲ ਜਾਂਦਾ। ਇਸੇ ਤਰ੍ਹਾਂ ਜਦੋਂ ਤੁਹਾਡੇ ਅੰਦਰ ਪਵਿੱਤਰ ਆਤਮਾ ਨੇ ਗਰਭ ਧਾਰਿਆ ਆ, ਜੇ ਤੁਹਾਡੇ ਅੰਦਰ ਪਵਿੱਤਰ ਆਤਮਾ ਹੈ ਤੇ ਤੁਹਾਡਾ ਜੀਵਨ ਬਦਲਿਆ ਹੋਇਆ ਹੋਣਾ ਚਾਹੀਦਾ ਆ। ਫਿਰ ਤੁਸੀਂ ਤੰਗ ਕੱਪੜੇ ਨਹੀਂ ਪਾਓਗੇ, ਹਰਾਮਕਾਰੀਆਂ ਨਹੀਂ ਕਰੋਗੇ, ਸੰਸਾਰ ਦੇ ਨਾਲ ਮਿੱਤਰਚਾਰਾ ਨਹੀਂ ਰੱਖੋਗੇ, ਕਿਉਂਕਿ ਤੁਹਾਡੇ ਅੰਦਰ ਹੁਣ ਇੱਕ ਨਵਾਂ ਜੀਵਨ ਆ ਗਿਆ ਆ। ਠੀਕ ਹੈ, ਨਵਾਂ ਜੀਵਨ ਆ ਗਿਆ। ਫਿਰ ਤੁਸੀਂ ਛਾਲਾ ਨਹੀਂ ਮਾਰਦੇ ਫਿਰੋਗੇ ਇੱਧਰ ਉੱਧਰ, ਕਿਉਂਕਿ ਕੁਆਰੀ ਕੁੜੀ ਇੱਧਰ ਉੱਧਰ ਜਿੱਦਾਂ ਮਰਜ਼ੀ ਦੌੜ ਭੱਜ ਵੀ ਸਕਦੀ, ਲੇਕਿਨ ਜੇ ਗਰਭਵਤੀ ਔਰਤ ਹੁੰਦੀ ਆ ਉਹ ਇੱਧਰ ਉੱਧਰ ਭੱਜ ਨੱਠ ਨਹੀਂ ਸਕਦੀ। ਬੜੇ ਆਰਾਮ ਨਾਲ ਉਹਨੇ ਬਹਿਣਾ ਹੁੰਦਾ ਆ, ਬੜੇ ਆਰਾਮ ਦੇ ਨਾਲ ਉਹਨੇ ਇੱਧਰ ਉੱਧਰ ਜਾਣਾ ਹੁੰਦਾ ਤਾਂ ਕਿ ਬੱਚੇ ਨੂੰ ਨੁਕਸਾਨ ਨਾ ਹੋਵੇ। ਇਸੇ ਤਰ੍ਹਾਂ ਜੇ ਤੁਹਾਡੇ ਅੰਦਰ ਪਵਿੱਤਰ ਆਤਮਾ ਹੈ, ਤੁਸੀਂ ਹਰਾਮਕਾਰੀਆਂ ਕਰਦੇ ਨਹੀਂ ਫਿਰੋਗੇ, ਤੁਸੀਂ ਇਜਬਲ ਵਾਲੇ ਉਹ ਲੋਕਾਂ ਦੇ ਨਾਲ ਰਹਿੰਦੇ ਨਹੀਂ ਫਿਰੋਗੇ ਜਿੱਥੇ ਹਰਾਮਕਾਰੀਆਂ ਚੱਲ ਰਹੀਆਂ ਆ। ਉਹ ਗਲਤ ਲੋਕ ਨੇ, ਉਹਨਾਂ ਵਿੱਚ ਤੁਸੀਂ ਵਾਸ ਕਰਦੇ ਫਿਰੋ। ਫਿਰ ਤੁਸੀਂ ਬਾਹਰ ਆ ਜਾਓਗੇ। ਜਿੱਦਾਂ ਪਤਰਸ ਪਵਿੱਤਰ ਆਤਮਾ ਪਾਣ ਤੋਂ ਬਾਅਦ ਬਾਹਰ ਆਇਆ ਤੇ ਲਲਕਾਰ ਦੇ ਨਾਲ ਉਹਨੇ ਲੋਕਾਂ ਨੂੰ ਪ੍ਰਚਾਰ ਕੀਤਾ। ਉਹਨੇ ਕਿਹਾ ਅਸੀਂ ਨਸ਼ੇ ਵਿੱਚ ਨਹੀਂ ਆ। ਯੋਇਲ ਨਬੀ ਦੀ ਭਿਸ਼ਵਾਣੀ ਪੂਰੀ ਹੋਈ ਆ। ਫਿਰ ਉਹਨੇ ਕਿਹਾ ਅਸੀਂ ਕੀ ਕਰੀਏ? ਫਿਰ ਪਤਰਸ ਨੇ ਕਿਹਾ ਆਪਣੇ ਆਪਣੇ ਗੁਨਾਹ ਪਾਪਾਂ ਦੀ ਮਾਫੀ ਲਈ ਪ੍ਰਭੂ ਯੀਸ਼ੂ ਮਸੀਹ ਦੇ ਨਾਮ 'ਚ ਬਸਮਾ ਲਓ, ਫਿਰ ਪਵਿੱਤਰ ਆਤਮਾ ਦਾ ਦਾਨ ਪਾਓਗੇ। ਆਓ ਅਸੀਂ ਇੱਕ ਐਤ ਕੱਢਾਂਗੇ, ਫਿਰ ਅਸੀਂ ਬੰਦ ਕਰਾਂਗੇ। हिजकिएल 36 ਦੀ 26 ਕੱਢਾਂਗੇ। हिजकिएल 36 ਦੀ 26। ਹੁਣ ਮੈਂ ਤੁਹਾਨੂੰ ਦੱਸਣ ਜਾ ਰਿਹਾ ਵੀ ਲੋਕ ਪ੍ਰਭੂ ਦੇ ਵਿੱਚ ਆਉਂਦੇ ਜਦੋਂ ਤੇ ਲੋਕ ਸੋਚਦੇ ਸਾਡੇ ਕੋਲ ਸ਼ਾਇਦ ਪਵਿੱਤਰ ਆਤਮਾ ਆ ਗਿਆ, ਲੇਕਿਨ ਮੈਂ ਤੁਹਾਨੂੰ ਕਲੀਅਰ ਕਰਨਾ ਚਾਹੁੰਦਾ ਉਹ ਪਵਿੱਤਰ ਆਤਮਾ ਨਹੀਂ ਹੁੰਦਾ ਜਦੋਂ ਲੋਕ ਪ੍ਰਭੂ 'ਚ ਆਉਂਦੇ ਆ। ਅਤੇ ਮੈਂ ਤੁਹਾਨੂੰ ਨਵਾਂ ਦਿਲ ਦਿਆਂਗਾ ਅਤੇ ਨਵਾਂ ਆਤਮਾ ਤੁਹਾਡੇ ਵਿੱਚ ਪਾਵਾਂਗਾ ਅਤੇ ਤੁਹਾਡੇ ਮਾਸ ਵਿੱਚੋਂ ਪੱਥਰ ਦਾ ਦਿਲ ਕੱਢ ਲਵਾਂਗਾ ਅਤੇ ਮਾਸ ਦਾ ਦਿਲ ਤੁਹਾਨੂੰ ਬਖਸ਼ਾਂਗਾ ਅਤੇ ਮੈਂ ਆਪਣਾ ਆਤਮਾ ਤੁਹਾਡੇ ਵਿੱਚ ਦਿਆਂਗਾ। ਹੁਣ ਬਾਈਬਲ 'ਚ ਲਿਖਿਆ ਮੈਂ ਤੁਹਾਨੂੰ ਨਵਾਂ ਦਿਲ ਦਿਆਂਗਾ ਤੇ ਨਵਾਂ ਆਤਮਾ ਤੁਹਾਡੇ ਵਿੱਚ ਪਾਵਾਂਗਾ। ਜਦੋਂ ਕੋਈ ਪ੍ਰਭੂ ਦੇ ਵਿੱਚ ਆਂਦਾ ਆ ਤੇ ਪ੍ਰਭੂ ਉਹਦਾ ਪੁਰਾਣਾ ਸਿਸਟਮ ਕੀ ਕਰਦਾ? ਖਤਮ ਕਰਦਾ। ਉਹਨੂੰ ਇੱਕ ਨਵਾਂ ਆਤਮਾ ਪ੍ਰਭੂ ਦੇ ਦਿੰਦਾ ਆ, ਨਵਾਂ ਦਿਲ ਵੀ ਦੇ ਦਿੰਦਾ ਆ, ਮਾਸ ਦਾ ਦਿਲ ਉਹਦੇ ਅੰਦਰ ਪਾਉਂਦਾ
ਤੇ ਉਹਦੇ ਅੰਦਰ ਕੀ ਕਰਦਾ ਆ, ਪੱਥਰ ਦਾ ਦਿਲ ਕੱਢ ਕੇ ਕੀ ਕਰਦਾ ਆ, ਠੀਕ ਹੈ ਨਾ, ਉਹਦੇ ਅੰਦਰ ਕਹਿੰਦਾ ਮੈਂ ਉਹਦੇ ਅੰਦਰ ਇੱਕ ਨਵਾਂ ਆਤਮਾ ਪਾ ਦਿੰਦਾ ਆ। ਤੇ ਲੋਕ ਕੀ ਸੋਚਦੇ ਆ, ਨਵਾਂ ਆਤਮਾ ਜਦੋਂ ਲੋਕਾਂ ਦੇ ਅੰਦਰ ਆਉਂਦਾ ਤੇ ਲੋਕ ਬੜੇ ਉਤਸ਼ਾਹ ਦੇ ਨਾਲ ਪ੍ਰਭੂ ਦੇ ਕੰਮ ਕਰਦੇ ਆ, ਗਵਾਹੀਆਂ ਦਿੰਦੇ ਆ, ਠੀਕ ਹੈ ਨਾ, ਅਸੀਂ ਪ੍ਰਭੂ ਲਈ ਆਹ ਕਰ ਦਾਂਗੇ, ਅਸੀਂ ਪ੍ਰਭੂ ਲਈ ਉਹ ਕਰ ਦਾਂਗੇ, ਅਸੀਂ ਇਦਾਂ ਅਸੀਂ ਉਦਾਂ, ਹੈ ਨਾ, ਕਿਉਂਕਿ ਨਵਾਂ ਆਤਮਾ ਉਹਨਾਂ ਦੇ ਅੰਦਰ ਹੁੰਦਾ ਆ। ਲੇਕਿਨ ਨਵਾਂ ਆਤਮਾ ਪਵਿੱਤਰ ਆਤਮਾ ਨਹੀਂ ਆ। ਲੋਕ ਭੁਲੇਖੇ 'ਚ ਹੁੰਦੇ ਆ, ਬੜੇ ਉਤਸ਼ਾਹ ਨਾਲ ਕੰਮ ਤਾਂ ਕਰ ਰਹੇ ਹੁੰਦੇ ਆ, ਅਸੀਂ ਪ੍ਰਾਰਥਨਾ ਕੀਤੀ ਇਦਾਂ ਹੋ ਗਿਆ, ਅਸੀਂ ਪ੍ਰਾਰਥਨਾ ਕੀਤੀ ਮੀਂਹ ਬੰਦ ਹੋ ਗਿਆ, ਅਸੀਂ ਪ੍ਰਾਰਥਨਾ ਕੀਤੀ ਮੀਂਹ ਸ਼ੁਰੂ ਹੋ ਗਿਆ, ਅਸੀਂ ਪ੍ਰਾਰਥਨਾ ਕੀਤੀ ਬੰਦਾ ਚੰਗਾ ਹੋ ਗਿਆ, ਇਹ ਹੋ ਗਿਆ ਉਹ ਹੋ ਗਿਆ। ਕਿਉਂਕਿ ਇੱਕ ਨਵਾਂ ਆਤਮਾ ਹੁੰਦਾ ਆ ਤੇ ਉਹ ਬੰਦੇ ਨੂੰ ਕੀ ਕਰਦਾ, ਬਦਲਦਾ ਆ, ਠੀਕ ਹੈ ਨਾ। ਪੱਥਰ ਦਾ ਦਿਲ ਤਾਂ ਕੱਢਤਾ, ਮਾਂਸ ਦਾ ਦਿਲ ਪਾ ਦਿੱਤਾ ਤੇ ਨਵਾਂ ਆਤਮਾ ਵੀ ਦੇ ਦਿੱਤਾ। ਅਤੇ ਤੁਹਾਡੇ ਮਾਂਸ ਵਿੱਚੋਂ ਪੱਥਰ ਦਾ ਦਿਲ ਕੱਢ ਲਵਾਂਗਾ ਤੇ ਮਾਂਸ ਦਾ ਦਿਲ ਤੁਹਾਨੂੰ ਬਖਸ਼ਾਂਗਾ ਅਤੇ ਮੈਂ ਆਪਣਾ ਆਤਮਾ ਤੁਹਾਡੇ ਵਿੱਚ ਦਿਆਂਗਾ ਅਤੇ ਤੁਹਾਨੂੰ ਆਪਣੀਆਂ ਵਿਧੀਆਂ ਉੱਤੇ ਚਲਾਵਾਂਗਾ। ਜਦੋਂ ਪਵਿੱਤਰ ਆਤਮਾ ਤੁਹਾਡੇ ਅੰਦਰ ਆਂਦਾ, ਤੁਸੀਂ ਬੈਪਟਾਈਜ਼ ਲੈ ਲਿਆ, ਇਹਦਾ ਮਤਲਬ ਇਹ ਨਹੀਂ ਤੁਹਾਡੇ ਕੋਲ ਪਵਿੱਤਰ ਆਤਮਾ ਹੈ। ਤੁਸੀਂ ਖੁਦਾ ਦੇ ਵੱਡੇ ਵੱਡੇ ਕੰਮ ਕਰ ਰਹੇ ਹੋ, ਇਹਦਾ ਮਤਲਬ ਇਹ ਨਹੀਂ ਤੁਹਾਡੇ ਅੰਦਰ ਪਵਿੱਤਰ ਆਤਮਾ। ਤੁਸੀਂ ਇੱਕ ਨਵਾਂ ਆਤਮਾ ਪਾਇਆ ਹੋਇਆ, ਤੁਸੀਂ ਉਸਤਾਦ ਨਾਲ ਕੰਮ ਤਾਂ ਕਰ ਰਹੇ ਹੋ, ਲੇਕਿਨ ਖੁਦਾ ਦਾ ਵਚਨ ਕਹਿੰਦਾ ਜਦੋਂ ਮੈਂ ਆਪਣਾ ਆਤਮਾ ਤੁਹਾਡੇ ਅੰਦਰ ਘੱਲਾਂਗਾ, ਠੀਕ ਆ, ਤੁਹਾਨੂੰ ਦਿਆਂਗਾ, ਆਪਣੀਆਂ ਵਿਧੀਆਂ ਉੱਤੇ ਚਲਾਵਾਂਗਾ। ਫਿਰ ਪ੍ਰਭੂ ਵਿਧੀਆਂ ਉੱਤੇ ਚਲਾਉਂਦਾ ਹੈ। ਜਦੋਂ ਵਿਧੀਆਂ ਦੇ ਉੱਪਰ ਚੱਲਣ ਦਾ ਸਮਾਂ ਆਉਂਦਾ, ਲੋਕੀ ਕਹਿੰਦੇ ਉਹ ਨਹੀਂ ਨਹੀਂ ਨਹੀਂ, ਅਸੀਂ ਨਹੀਂ ਚੱਲਣਾ, ਅਸੀਂ ਰਿਸ਼ਤੇਦਾਰੀ ਛੱਡ ਦਈਏ, ਅਸੀਂ ਭੋਗਾਂ ਤੇ ਜਾਣਾ ਛੱਡ ਦਈਏ, ਹੈ, ਅਸੀਂ ਲੋਕਾਂ ਦੇ ਵਿਆਹਾਂ ਤੇ ਜਾਣਾ ਛੱਡ ਦਈਏ। ਛੱਡਣਾ ਹੀ ਪੈਣੇ ਆ। ਜਦੋਂ ਪਵਿੱਤਰ ਆਤਮਾ ਆਵੇਗਾ ਤੁਹਾਨੂੰ ਵਿਧੀਆਂ ਦੇ ਉੱਪਰ ਚਲਾਵੇਗਾ, ਆਪਣੀਆਂ ਦੇ ਉੱਪਰ। ਇਸ ਗੱਲ ਨੂੰ ਯਾਦ ਰੱਖਣਾ, ਇਹੀ ਪਵਿੱਤਰ ਆਤਮਾ ਦਾ ਸਬੂਤ ਆ। ਜਦੋਂ ਤੁਸੀਂ ਵਿਧੀਆਂ ਤੇ ਚੱਲਦੇ ਹੋ, ਜਦੋਂ ਤੁਹਾਡੇ ਅੰਦਰ ਨਵਾਂ ਆਤਮਾ ਆ ਗਿਆ, ਉਹ ਸਬੂਤ ਨਹੀਂ ਆ ਵੀ ਤੁਹਾਡੇ ਕੋਲ ਪਵਿੱਤਰ ਆਤਮਾ ਆ। ਲੇਕਿਨ ਜਦੋਂ ਪਵਿੱਤਰ ਆਤਮਾ ਤੁਹਾਡੇ ਅੰਦਰ ਆ ਜਾਂਦਾ ਆ, ਤੁਹਾਨੂੰ ਆਪਣੀਆਂ ਵਿਧੀਆਂ ਦੇ ਉੱਪਰ ਚਲਾਣਾ। ਉਹਨੇ ਕਹਿਣਾ ਆਹ ਕੰਮ ਵਚਨ ਤੋਂ ਬਾਹਰ ਆ, ਇਹ ਕੰਮ ਨਹੀਂ ਕਰਨਾ। ਠੀਕ ਆ ਪ੍ਰਭੂ, ਮੈਂ ਨਹੀਂ ਕਰਾਂਗਾ। ਠੀਕ ਆ ਪ੍ਰਭੂ, ਮੈਂ ਨਹੀਂ ਕਰੂੰਗੀ, ਤੇਰੇ ਵਚਨ ਨੇ ਮੈਨੂੰ ਮਨਾ ਕੀਤਾ ਆ। ਲੇਕਿਨ ਜੇ ਤੁਸੀਂ ਕਹੋਗੇ ਲੈ ਵਚਨ 'ਚ ਤਾਂ ਬੜਾ ਕੁਝ ਲਿਖਿਆ, ਹੁਣ ਅਸੀਂ ਵਚਨ ਦੀ ਥੋੜੀ ਮੰਨਣੀ ਆ, ਅਸੀਂ ਰਿਸ਼ਤੇਦਾਰੀ ਛੱਡ ਦਈਏ, ਫਿਰ ਤੁਸੀਂ ਹਲੇ ਵੀ ਪਵਿੱਤਰ ਆਤਮਾ ਪਾਇਆ ਹੋਇਆ ਨਹੀਂ ਹੋ। ਇਸ ਗੱਲ ਨੂੰ ਯਾਦ ਰੱਖਣਾ, ਕਿਉਂਕਿ ਪਵਿੱਤਰ ਆਤਮਾ ਤੁਹਾਨੂੰ ਵਚਨ ਦੇ ਅਨੁਸਾਰ ਜੀਵਨ ਬਤੀਤ ਕਰਨਾ ਸਿਖਾਉਂਦਾ। ਇਸ ਕਰਕੇ ਉਹਨੇ ਆਪਣੇ ਚੇਲਿਆਂ ਨੂੰ ਕਿਹਾ ਸੀ, ਜਦੋਂ ਮੇਰਾ ਆਤਮਾ ਆਵੇਗਾ ਤੁਹਾਨੂੰ ਮੇਰੀਆਂ ਕਈਆਂ ਹੋਈਆਂ ਗੱਲਾਂ ਸਿਖਾਵੇਗਾ, ਚਲਾਵਾਂਗਾ, ਮੈਂ ਆਪਣੀ ਵਿਧੀਆਂ ਉੱਤੇ ਤੁਹਾਨੂੰ ਚਲਾਵਾਂਗਾ ਅਤੇ ਤੁਸੀਂ ਮੇਰੇ ਨਿਯਮਾਂ ਦੀ ਪਾਲਣਾ ਕਰੋਗੇ ਅਤੇ ਉਹਨਾਂ ਤੇ ਅਮਲ ਕਰੋਗੇ। ਹੁਣ ਬੜੇ ਧਿਆਨ ਨਾਲ ਸੁਣਨਾ ਹੈ, ਇਹ ਛੋਟੀ ਜੀ ਪੈਰਾ, ਛੋਟਾ ਜਿਹਾ ਲਾਈਨ ਆ, ਇਹਨੂੰ ਬੜੇ ਧਿਆਨ ਨਾਲ ਸੁਣਨਾ। ਉਹਨੇ ਕਿਹਾ ਜਦੋਂ ਮੇਰਾ ਆਤਮਾ ਤੁਹਾਡੇ ਵਿੱਚ ਦਿਆਂਗਾ, ਤੁਹਾਨੂੰ ਆਪਣੀ ਵਿਧੀਆਂ ਉੱਤੇ ਚਲਾਵਾਂਗਾ, ਤੁਸੀਂ ਵਚਨ ਦੇ ਉੱਪਰ ਚੱਲੋਗੇ ਅਤੇ ਤੁਸੀਂ ਮੇਰੇ ਨਿਯਮਾਂ ਦੀ ਪਾਲਣਾ ਕਰੋਗੇ ਅਤੇ ਉਹਨਾਂ ਤੇ ਅਮਲ ਕਰੋਗੇ। ਪਾਲਣਾ ਵੀ ਕਰੋਗੇ ਤੇ ਫਿਰ ਅਮਲ ਵੀ ਕਰੋਗੇ, ਸਭ ਕੁਝ ਤੁਸੀਂ ਕਰੋਗੇ। ਜਦੋਂ ਤੁਹਾਡੇ ਅੰਦਰ ਪਵਿੱਤਰ ਆਤਮਾ ਆਵੇਗਾ, ਉਹ ਸਾਰਾ ਕੁਝ ਤੁਹਾਡੇ ਕੋਲ ਆਪਣੇ ਆਪ ਹੀ ਕਰਾਵੇਗਾ। ਕਿਉਂਕਿ ਪਵਿੱਤਰ ਆਤਮਾ ਜਦੋਂ ਕਿਸੇ ਬੰਦੇ ਦੇ ਅੰਦਰ ਆਉਂਦਾ, ਫਿਰ ਉਹ ਬੰਦਾ ਆਪਣੀ ਮਰਜ਼ੀ ਨਹੀਂ ਕਰਦਾ ਕਦੇ। ਇਹ ਗੱਲ ਤੁਸੀਂ ਹਮੇਸ਼ਾ ਯਾਦ ਰੱਖਿਓ। ਜੇ ਅੱਜ ਚਰਚਾਂ ਵਿੱਚ ਤੁਸੀਂ ਆਪਣੀਆਂ ਮਰਜ਼ੀਆਂ ਕਰਦੇ ਫਿਰ ਰਹੇ ਹੋ, ਇਹਦਾ ਮਤਲਬ ਤੁਹਾਡੇ ਕੋਲ ਪਵਿੱਤਰ ਆਤਮਾ ਨਹੀਂ ਆ। ਨਵਾਂ ਆਤਮਾ ਹੋ ਸਕਦਾ, ਲੇਕਿਨ ਪਵਿੱਤਰ ਆਤਮਾ ਨਹੀਂ ਹੋ ਸਕਦਾ। ਪਹਿਲਾਂ ਤੁਸੀਂ ਮੇਕਅਪ ਕਰਦੇ ਹੋ, ਪਹਿਲਾਂ ਤੁਸੀਂ ਹਰਾਮਕਾਰੀਆਂ ਕਰਦੇ ਹੋ, ਭੋਗਾਂ ਵਿਲਾਸਾਂ 'ਚ ਵੜਦੇ ਹੋ, ਲੇਕਿਨ ਜਦੋਂ ਤੁਹਾਡੇ ਕੋਲ ਨਵਾਂ ਆਤਮਾ ਆਇਆ, ਤੁਸੀਂ ਸਭ ਕੁਝ ਬੰਦ ਕਰ ਦਿੱਤਾ। ਲੇਕਿਨ ਜਦੋਂ ਪਵਿੱਤਰ ਆਤਮਾ ਆਂਦਾ, ਤੁਹਾਨੂੰ ਵਚਨ ਦੇ ਉੱਪਰ ਚਲਾਉਂਦਾ ਪੂਰੀ ਤਰ੍ਹਾਂ, ਫਿਰ ਤੁਸੀਂ ਗਲਤੀ ਨਹੀਂ ਕਰ ਸਕਦੇ, ਇੱਧਰ ਤੇ ਉੱਧਰ ਨਹੀਂ ਜਾ ਸਕਦੇ। ਜਿੱਧਰ ਨੂੰ ਪਵਿੱਤਰ ਆਤਮਾ ਤੁਹਾਨੂੰ ਕਹੇਗਾ, ਤੁਸੀਂ ਉੱਧਰ ਨੂੰ ਹੀ ਫਿਰ ਚੱਲੋਗੇ। ਇਸ ਗੱਲ ਨੂੰ ਯਾਦ ਰੱਖਣਾ। ਇਸ ਕਰਕੇ ਮੈਂ ਅੱਜ ਪ੍ਰਚਾਰ ਕੀਤਾ ਔਰਤਾਂ ਦੇ, ਕਿਉਂਕਿ ਔਰਤਾਂ ਨੂੰ ਸ਼ੈਤਾਨ ਜ਼ਿਆਦਾ ਇਸਤੇਮਾਲ ਕਰ ਰਿਹਾ, ਠੀਕ ਹੈ, ਲੇਕਿਨ ਖੁਦਾ ਦੀ ਬੇਟੀਆਂ ਨੂੰ ਉਹ ਇਸਤੇਮਾਲ ਨਹੀਂ ਕਰ ਸਕਦਾ। ਇਸ ਕਰਕੇ ਖੁਦਾ ਦੀਆਂ ਬੇਟੀਆਂ ਬਣੋ ਤੇ ਜੋ ਖੁਦਾ ਦਾ ਵਚਨ ਕਹਿੰਦਾ, ਪ੍ਰਭੂ ਕਹੋ ਪ੍ਰਭੂ ਜੀ ਵਚਨ ਮੇਰੇ ਵਾਸਤੇ, ਇਹ ਵਚਨ ਮੇਰੇ ਵਾਸਤੇ ਹੈ। ਜੇ ਤੁਸੀਂ ਮੰਨੋਗੇ ਤਾਂ ਜੀਵਨ ਨੂੰ ਪ੍ਰਾਪਤ ਕਰੋਗੇ, ਜੇ ਨਹੀਂ ਮੰਨੋਗੇ ਫਿਰ ਉਹ ਨਿਆਂ ਦਾ ਸਿੰਘਾਸਨ ਦੇ ਅੱਗੇ ਤੁਹਾਨੂੰ ਖੜਨਾ ਪਵੇਗਾ ਜਾ ਕੇ। ਕਿਉਂਕਿ ਪ੍ਰਭੂ ਨੇ ਕਿਸ ਨਾਲ ਨਹੀਂ ਬਖਸ਼ਣਾ। ਜਿਹੜਾ ਬੰਦਾ ਵਚਨ ਦੇ ਵਿੱਚ ਚੱਲੇਗਾ ਉਹੀ ਉਠਾਇਆ ਜਾਵੇਗਾ। ਸਿੱਧੀ ਤੇ ਸਾਫ਼ ਜੀ ਗੱਲ ਆ। ਤੇ ਉਹ ਚਰਚ ਨਹੀਂ ਇੱਥੇ ਟੋਪੀਆਂ ਪਾਈਆਂ ਜਾਣ ਵੀ ਭੈਣ ਚਰਚ ਆ ਜਾ ਕਰ ਤੇਰਾ ਰੈਪਚਰ ਹੋ ਜਾਣਾ। ਰੈਪਚਰ ਐਵੇਂ ਨਹੀਂ ਹੋਣਾ। ਰੈਪਚਰ ਤਾਂ ਹੋਣਾ, ਪਹਿਲਾਂ ਤੈਨੂੰ ਸੰਸਾਰ ਤੋਂ ਮਰਨਾ ਪੈਣਾ, ਫਿਰ ਤੂੰ ਰੈਪਚਰ ਵਿੱਚ ਜਾਵੇਂਗਾ, ਫਿਰ ਤੂੰ ਰੈਪਚਰ ਵਿੱਚ ਜਾਵੇਂਗੀ। ਜੇ ਤੁਹਾਨੂੰ ਕੋਈ ਕਹਿੰਦਾ ਚਰਚੇ ਆ ਜਾਓ, ਦਸ਼ਮਾਨ ਦੇ ਦਿਓ, ਯਿਸੂ ਮਸੀਹ ਨਾਮ 'ਚ ਬਸਮਾ ਲੈ ਲਿਆ, ਹੌਲੀ ਹੌਲੀ ਸੁਧਰ ਜਿਓ, ਕੋਈ ਗੱਲ ਨਹੀਂ, ਫਿਰ ਉਹ ਪਾਸਟਰ ਕੀ ਹੈ? ਸ਼ੈਤਾਨ ਹੀ ਆ ਉਹ ਪਾਸਟਰ। ਫਿਰ ਸਾਫ਼ ਤੇ ਸਪਸ਼ਟ ਕਹਿੰਦਾ, ਮੈਂ ਡਰਦਾ ਨਹੀਂ ਕਿਸ ਤੋਂ ਵੀ। ਫਿਰ ਉਹ ਐਂਡ ਟਾਈਮ ਮੈਸੇਜ ਦਾ ਪਾਸਟਰ ਸ਼ੈਤਾਨ ਆ, ਜਿਹੜਾ ਤੁਹਾਨੂੰ ਕਹਿੰਦਾ ਕੋਈ ਨਹੀਂ, ਹੌਲੀ ਹੌਲੀ ਸੁਧਰ ਜਾਏਗੀ ਤੂੰ। ਜੇ ਸਵੇਰੇ ਰੈਪਚਰ ਹੋ ਜਾਂਦਾ ਤਾਂ ਕਿੱਦਾਂ ਸੁਧਰ ਜੂਗੀ ਹੌਲੀ ਹੌਲੀ? ਜੇ ਮੰਨ ਲਓ ਸਵੇਰੇ ਰੈਪਚਰ ਹੋਣਾ ਆ ਤੇ ਜ਼ਰੂਰੀ ਆ ਹੁਣੇ ਇਸੇ ਵਕਤ ਉਹ ਸੁਧਰ ਜਾਵੇ
ਤੇ ਕਵੇ ਪ੍ਰਭੂ ਜੀ ਜੇ ਸਵੇਰੇ ਰੈਪਚਰ ਹੁੰਦਾ ਮੈਂ ਰੈਪਚਰ 'ਚ ਜਾਵਾਂ। ਜੇ ਤੁਹਾਨੂੰ ਪਾਸਟਰ ਸਿਖਾਉਂਦਾ ਨਾ ਕੋਈ ਨਹੀਂ ਹੌਲੀ ਹੌਲੀ ਸੁਧਰਦਾ ਹੁੰਦਾ ਬੰਦਾ, ਉਹ ਪਾਸਟਰ ਸ਼ੈਤਾਨ ਹੀ ਆ। ਫਿਰ ਇਹ ਗੱਲ ਨੂੰ ਯਾਦ ਰੱਖਣਾ ਹਮੇਸ਼ਾ, ਉਹ ਪਾਸਟਰ ਦੇ ਅੰਦਰ ਇੱਕ ਨਹੀਂ ਲੱਖਾਂ ਹਜ਼ਾਰਾਂ ਕਰੋੜਾਂ ਦੁਸ਼ਟ ਆਤਮੇ ਆ ਜਿਹੜੇ ਉਹ ਤੋਂ ਸੇਵਕ ਹੀ ਕਰਾਈ ਜਾਂਦੇ ਆਪਣੇ ਹਿਸਾਬ ਨਾਲ। ਕਿਉਂਕਿ ਖੁਦਾ ਦਾ ਵਚਨ ਕਹਿੰਦਾ, ਨਬੀ ਨੇ ਕਿਹਾ ਜੇ ਅੱਜ ਤੇਰੇ ਤੇ ਕਿਰਪਾ ਹੋਈ ਹੈ ਤੇ ਅੱਜ ਹੀ ਆਪਣੀਆਂ ਸੋਚਾਂ ਨੂੰ ਬਦਲ। ਭਾਈ ਬ੍ਰਾਹਨਮ ਨੇ ਕਿਹਾ ਜੇ ਅੱਜ ਤੈਨੂੰ ਸੱਚਾਈ ਪਤਾ ਲੱਗੀ ਅੱਜ ਹੀ ਤੋਬਾ ਕਰ ਲਾ, ਇਹ ਨਾ ਕਹਿ ਮੈਂ ਕੱਲ ਤੋਬਾ ਕਰੂੰ। ਹੋ ਸਕਦਾ ਕੱਲ ਆਵੇ ਹੀ ਨਾ, ਕੱਲ ਤੈਨੂੰ ਲੈ ਜਾਣ ਤੇ 6 ਫੁੱਟ ਗੱਡੇ ਵਿੱਚ ਸਿੱਟ ਕੇ ਮਿੱਟੀ ਪਾ ਦੇਣ। ਇਸ ਕਰਕੇ ਅੱਜ ਜੇ ਸਮੇਂ ਦਾ ਸੰਦੇਸ਼ ਪਤਾ ਲੱਗਾ, ਹੁਣੇ ਪਤਾ ਲੱਗੀ ਸੱਚਾਈ ਨੂੰ, ਤੇ ਹੁਣੇ ਹੀ ਤੌਬਾ ਕਰੋ ਤੇ ਕਹੋ ਪ੍ਰਭੂ ਯੀਸ਼ੂ ਮਸੀਹ ਮੇਰੇ ਗੁਨਾਹਾਂ ਪਾਪਾਂ ਨੂੰ ਮਾਫ ਕਰ, ਮੈਂ ਆਪਣਾ ਜੀਵਨ ਤੈਨੂੰ ਸਮਰਪਿਤ ਕਰਦਾ, ਮੈਂ ਆਪਣਾ ਜੀਵਨ ਤੈਨੂੰ ਸਮਰਪਿਤ ਕਰਦੀ। ਲੇਕਿਨ ਜੇ ਤੁਹਾਨੂੰ ਕੋਈ ਸੰਦੇਸ਼ ਚ ਪਾਸਟਰ ਸਿਖਾ ਰਿਹਾ, ਕੋਈ ਨਹੀਂ ਹੌਲੀ ਹੌਲੀ ਸੁਧਰ ਜੂਗੀ, ਹਲੇ 2 ਮਹੀਨੇ ਹੋਏ ਆ। ਉਹ ਪਾਸਟਰ ਸ਼ੈਤਾਨ ਆ, ਸ਼ਾਪ ਤੇ ਮੈਂ ਸ਼ਰੇਆਮ ਇਸ ਗੱਲ ਨੂੰ ਬੋਲਦਾ, ਉਹ ਪਾਸਟਰ ਸ਼ੈਤਾਨ ਆ। ਅੱਜ ਹੀ ਆਪਣੇ ਜੀਵਨ ਦਾ ਸੁਧਾਰ ਕਰੋ ਜੇ ਤੁਹਾਨੂੰ ਸੱਚਾਈ ਪਤਾ ਲੱਗੀ ਹੈ। ਹੋ ਸਕਦਾ ਕੱਲ ਹੋਵੇ ਨਾ ਹੋਵੇ, ਹੋ ਸਕਦਾ ਸਵੇਰ ਚੜੇ ਹੀ ਨਾ ਤੁਹਾਡੀ। ਅੱਜ ਹੀ ਤੌਬਾ ਕਰੋ, ਪ੍ਰਭੂ ਯੀਸ਼ੂ ਮਸੀਹ ਤੁਹਾਨੂੰ ਸਾਰਿਆਂ ਨੂੰ ਬਰਕਤ ਦੇਵੇ। ਆਓ ਪ੍ਰਾਰਥਨਾ ਕਰਦੇ ਹਾਂ। ਹਾਲੇਲੂਇਆ, ਧੰਨਵਾਦ ਪਿਆਰੇ ਪ੍ਰਭੂ ਯੀਸ਼ੂ ਮਸੀਹ, ਤੇਰੇ ਨਾਮ ਦੀ ਮਹਿਮਾ ਕਰਦਾ। ਸੱਚਮੁੱਚ ਪ੍ਰਭੂ ਯੀਸ਼ੂ ਮਸੀਹ ਤੇਰੇ ਵਚਨ ਦੀ ਗੱਲਾਂ ਕੋੜੀਆਂ ਹਨ ਖੁਦਾਵੰਦਾ। ਕਈ ਵਾਰ ਲੋਕ ਖੁਦਾਵੰਦ ਇਹਨਾਂ ਗੱਲਾਂ ਤੋਂ ਠੋਕਰ ਵੀ ਖਾ ਜਾਂਦੇ ਹਨ, ਲੇਕਿਨ ਤੇਰੇ ਚੁਣੇ ਹੋਏ ਕਦੇ ਠੋਕਰ ਨਹੀਂ ਖਾ ਸਕਦੇ ਪ੍ਰਭੂ ਜੀ, ਕਿਉਂਕਿ ਜਿਹੜੇ ਲੋਕ ਤੇਰੇ ਵਚਨ ਦੇ ਦੁਆਰਾ ਚੁਣੇ ਹੋਏ ਹਨ ਖੁਦਾਵੰਦਾ, ਉਹਨਾਂ ਨੇ ਤੇਰੇ ਵਚਨ ਨੂੰ ਪੂਰਾ ਕਰਨਾ ਹੈ। ਜਿਹੜੇ ਲੋਕ ਜਗਤ ਦੀ ਨੀਂਹ ਧਰਨ ਤੋਂ ਪਹਿਲਾਂ ਚੁਣੇ ਗਏ ਹਨ ਖੁਦਾਵੰਦਾ, ਉਹ ਤੇਰੇ ਵਚਨ ਤੋਂ ਠੋਕਰ ਨਹੀਂ ਖਾਂਦੇ। ਸੱਚਮੁੱਚ ਜਦੋਂ 70 ਚੇਲੇ ਤੇਰੇ ਕੋਲ ਆਏ, ਤੂੰ ਕਿਹਾ ਮੇਰਾ ਮਾਂਸ ਤੇ ਲਹੂ ਖਾਣਾ ਹੈ ਪੀਣਾ ਹੈ, ਤੇ ਪ੍ਰਭੂ ਜੀ ਉਹ ਠੋਕਰ ਖਾ ਕੇ ਚਲੇ ਗਏ। ਉਹ ਕਹਿੰਦੇ ਕਿੱਕੁਰ ਅਸੀਂ ਇੱਕ ਮਨੁੱਖ ਦਾ ਮਾਂਸ ਤੇ ਲਹੂ ਖਾ ਸਕਦੇ ਹਾਂ, ਇਸ ਦਾ ਲਹੂ ਪੀ ਸਕਦੇ ਹਾਂ, ਤੇ ਖੁਦਾਵੰਦ ਉਹ ਠੋਕਰ ਖਾ ਕੇ ਚਲ ਗਏ। ਲੇਕਿਨ ਤੂੰ ਪਤਰਸ ਉਹਨਾਂ ਨੂੰ ਕਿਹਾ ਕਿ ਤੁਸੀਂ ਵੀ ਜਾਣਾ ਚਾਹੁੰਦੇ ਹਾਂ, ਲੇਕਿਨ ਪਤਰਸ ਉਹਨਾਂ ਨੇ ਕਿਹਾ ਨਹੀਂ ਪ੍ਰਭੂ ਜੀ, ਜੀਵਨ ਦੀ ਗੱਲਾਂ ਤਾਂ ਤੇਰੇ ਕੋਲ ਹਨ, ਅਸੀਂ ਕਿੱਥੇ ਜਾਈਏ। ਸੱਚਮੁੱਚ ਪ੍ਰਭੂ ਜੀ, ਜਿਹੜੇ ਲੋਕ ਤੇਰੇ ਵੱਲੋਂ ਚੁਣੇ ਗਏ ਹਨ ਖੁਦਾਵੰਦਾ, ਉਹ ਚਾਹੇ ਲੱਖ ਦੁੱਖਤਾ ਪਰੇਸ਼ਾਨੀਆਂ ਵਿੱਚ ਰਹਿਣ ਪ੍ਰਭੂ ਜੀ, ਮੁਸੀਬਤਾਂ ਵਿੱਚ ਹੋਣ ਪ੍ਰਭੂ ਜੀ, ਉਹਨਾਂ ਨੇ ਤੇਰੇ ਵਚਨ ਦੇ ਅਨੁਸਾਰ ਜੀਵਨ ਬਤੀਤ ਕਰਨਾ ਹੈ, ਕਿਉਂਕਿ ਉਹ ਤੇਰਾ ਬੀਜ ਹਨ, ਤੇ ਤੇਰਾ ਬੀਜ ਕਦੇ ਝੁਕਦਾ ਨਹੀਂ ਹੈ, ਤੇਰਾ ਬੀਜ ਕਦੇ ਡਰਦਾ ਨਹੀਂ ਹੈ ਖੁਦਾਵੰਦਾ। ਤੂੰ ਆਪਣੀ ਲਾੜੀ ਨੂੰ, ਆਪਣੀ ਦੁਲਹਨ ਨੂੰ ਬਹੁਤ ਜਲਦੀ ਲੈਣ ਆ ਰਿਹਾ ਹੈ ਪ੍ਰਭੂ ਯੀਸ਼ੂ ਮਸੀਹ, ਜਲਦੀ ਆਓ, ਤੁਹਾਡੀ ਲਾੜੀ ਤੁਹਾਡਾ ਇੰਤਜ਼ਾਰ ਕਰਦੀ ਹੈ। ਸਾਰਾ ਆਦਰ ਜਲਾਲ ਮਹਿਮਾ ਪ੍ਰਭੂ ਯੀਸ਼ੂ ਮਸੀਹ ਦੇ ਸਾਮਰਥੀ ਜਿੰਦਾ ਜਲਾਲੀ ਨਾਮ ਦੇ ਦਿੰਦਾ ਹਾਂ, ਆਮੀਨ।